ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਕਹਿੰਦੇ ਜਿੱਥੇ ਸ਼ਾਮਾਂ ਪੈ ਗਈਆਂ ਉੱਥੇ ਹੀ ਰਾਤ ਕੱਟ ਲਾਂਗੇ। ਅੱਜ ਅਸੀਂ ਕੈਲਗਰੀ ਤੋਂ ਆ ਰਹੇ ਹਾਂ। ਰਸਤੇ ਦੇ ਵਿੱਚ ਟਾਈਮ ਹੋ ਗਿਆ, ਸਮਾਂ ਹੋ ਗਿਆ ਕਿ ਇਸ ਵਕਤ ਪ੍ਰਾਈਮ ਫੋਕਸ ਕੀਤਾ ਜਾਵੇ ਤੇ ਜਿਸ ਦੀ ਤੁਸੀਂ ਉਡੀਕ ਵਿੱਚ ਸੀ। ਅਸੀਂ ਇਸ ਵਕਤ ਕੈਮਲੂਪਸ ਦੇ ਵਿੱਚ ਇੱਕ ਦਰਿਆ ਦੇ ਕਿਨਾਰੇ ਬੈਠੇ ਹਾਂ, ਜਿੱਥੋਂ ਤੁਹਾਡੇ ਲਈ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਉਮੀਦ ਹੈ ਹੋ ਸਕਦਾ ਕਿ ਰਸਤੇ ਵਿੱਚ ਬੈਠਣ ਦੇ ਕਾਰਨ ਥੋੜੀਆਂ ਬਹੁਤ ਕਮੀਆਂ ਪੇਸ਼ੀਆਂ ਰਹਿ ਜਾਣ, ਪਰ ਸਾਨੂੰ ਉਮੀਦ ਨਹੀਂ, ਯਕੀਨ ਹੈ ਕਿ ਤੁਸੀਂ ਉਹਨਾਂ ਤੇ ਪਰਦਾ ਦੇ ਲਓਗੇ, ਪਰਦਾ ਸਾਡਾ ਕੱਜ ਲਓਗੇ। ਸੋ ਅੱਜ ਦੀ ਗੱਲਬਾਤ ਕਾਫੀ ਅਹਿਮ ਹੋਣੀ ਹੈ। ਤੁਹਾਨੂੰ ਪਤਾ ਹੈ ਕਿ ਇੱਕ ਦਿਨ ਚੜ੍ਹਦਾ ਹੈ ਤੇ ਉਹ ਛਿਪ ਜਾਂਦਾ ਹੈ, ਇੱਕ ਇੱਕ ਕਰਕੇ 365 ਦਿਨ ਬੀਤ ਜਾਂਦੇ ਆ। ਇਸੇ ਤਰ੍ਹਾਂ ਉਹਨਾਂ ਦੇ ਨਾਲ ਸਾਲਾਂ ਦੇ ਸਾਲ ਬੀਤ ਜਾਂਦੇ ਆ ਤੇ ਉਹ 5 ਸਾਲ ਦਾ ਸਮਾਂ ਜਿਹੜਾ ਕਿਸੇ ਸਰਕਾਰ ਨੂੰ ਚੁਣ ਕੇ ਕਿਸੇ ਵਿਧਾਨ ਸਭਾ ਵਿੱਚ ਭੇਜਿਆ ਹੁੰਦਾ ਉਹ ਸਾਰੇ ਦਾ ਸਾਰਾ ਗੁਜ਼ਰ ਜਾਂਦਾ ਤੇ ਆਖਰਕਾਰ ਲਗਭਗ ਸਾਲ ਕੁ ਪਹਿਲਾਂ ਉਹ ਸਰਗਰਮੀਆਂ ਤੇਜ਼ ਹੋ ਜਾਂਦੀਆਂ ਨੇ। ਪਰ ਲੋਕ ਦਿਲਾਂ ਦੇ ਵਿੱਚ, ਲੋਕ ਮਨਾਂ ਦੇ ਵਿੱਚ ਉਹ ਸਰਗਰਮੀਆਂ ਕਿਵੇਂ ਤੇਜ਼ ਹੁੰਦੀਆਂ ਨੇ, ਕਿਵੇਂ ਧੜਕਣਾਂ ਲੀਡਰਾਂ ਦੀਆਂ ਵੱਧਦੀਆਂ ਨੇ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਕਿ ਇਸ ਵਕਤ ਜੇਕਰ ਅਸੀਂ ਵੇਖੀਏ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਲੋਕ ਨੇ, ਕਈ ਸਿਆਸੀ ਵਿਅਕਤੀ ਨੇ, ਕਈ ਸਿਆਸੀ ਲੀਡਰ ਨੇ ਜਿਹੜੇ ਆਪੋ ਆਪਣੇ ਤਰੀਕੇ ਨਾਲ ਕਬੱਡੀਆਂ ਪਾ ਰਹੇ ਆ। ਸਿਆਸੀ ਕਬੱਡੀ ਆਉਣ ਵਾਲੀ ਵਿਧਾਨ ਸਭਾ ਵਿੱਚ ਕਿਹੜਾ ਵਧੀਆ ਪਾਏਗਾ, ਕਿਉਂਕਿ ਬੀਤੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਇਹ ਹਾਲੀਆ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਮੇਰੀ ਆਖਰੀ ਚੋਣ ਹੈ, ਮੈਨੂੰ ਵੋਟਾਂ ਪਾ ਦਿਓ। ਤੁਸੀਂ ਵੋਟਾਂ ਪਾ ਕੇ ਉਹਨਾਂ ਨੂੰ 5 ਸਾਲਾਂ ਦੇ ਵਾਸਤੇ ਪੰਜਾਬ ਦੀ ਰਾਜਨੀਤੀ ਦੀ, ਪੰਜਾਬ ਦੀ ਸਰਕਾਰ ਦੀ ਵਾਗਡੋਰ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ। ਪਰ ਥੋੜੇ ਦਿਨ ਪਹਿਲਾਂ, ਕੁਝ ਕੁ ਮਹੀਨੇ ਪਹਿਲਾਂ ਉਹਨਾਂ ਨੇ ਇਹ ਆਖ ਦਿੱਤਾ ਸੀ ਕਿ ਭਾਈ ਉਸ ਵੇਲੇ ਮੈਂ ਮਨ ਬਣਾਇਆ ਸੀ ਕਿ ਮੇਰੀ ਆਖਰੀ ਚੋਣ ਹੈ, ਹੁਣ ਆਖਰੀ ਨਹੀਂ, ਅਗਲੀ ਚੋਣ ਮੈਂ ਫੇਰ ਲੜਾਂਗਾ। ਇਹਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਸਰਗਰਮੀਆਂ ਅੰਦਰ ਖਾਤੇ ਵੀ ਸ਼ੁਰੂ ਹੋਈਆਂ ਅਤੇ ਜਿਹੜੇ ਇਹ ਸੋਚ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਪਾਰੀ, ਅਗਲੀ ਵਾਰੀ ਸਾਡੀ, ਉਹ ਵੀ ਉਹਨਾਂ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਸਿਆਸੀ ਸਵਾਲ ਜਾਂ ਚਿੰਨ੍ਹ ਲੱਗੇ ਨੇ। ਸੋ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰੀਆਂ ਜਾਣਗੀਆਂ। ਤੇ ਆਓ ਹੁਣ ਪਰਮਵੀਰ ਬਾਠ ਸਾਹਿਬ ਦਾ ਸਵਾਗਤ ਕਰਦੇ ਹਾਂ। ਬਾਠ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ, ਧੰਨਵਾਦ। ਦੇਖੋ, ਅੱਜ ਦਾ ਇਹ ਪ੍ਰੋਗਰਾਮ ਬੱਦਲਾਂ ਦੀ ਛਾਂ ਹੇਠ ਹੋ ਰਿਹਾ ਜੀ। ਸਾਨੂੰ ਕੋਈ ਪਤਾ ਨਹੀਂ ਕਦੋਂ ਕਿਣਮਿਣ ਸ਼ੁਰੂ ਹੋ ਜਾਣੀ, ਸਾਨੂੰ ਕੋਈ ਪਤਾ ਨਹੀਂ ਕਿ ਕਦੋਂ ਇੱਥੇ ਮੱਛਰ ਨੇ ਆ ਕੇ ਕੱਟਣਾ ਵੱਢਣਾ ਸ਼ੁਰੂ ਕਰ ਦੇਣਾ। ਪਰ ਅਸੀਂ ਸੋਚਿਆ ਕਿ ਕੋਈ ਗੱਲ ਨਹੀਂ, ਗੱਲ ਕਿਹੜੀ ਹੈ ਜੀ, ਕੰਮਕਾਰ ਜਿਹੜੇ ਇਦਾਂ ਹੀ ਚੱਲਦੇ ਰਹਿਣੇ ਤੇ ਆਪਾਂ ਪ੍ਰਾਈਮ ਫੋਕਸ ਜਿਹੜਾ ਨਿਰਵਿਘਨ ਆਪਣੇ ਦਰਸ਼ਕਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਅੱਪੜਦਾ ਜਿਹੜਾ ਉਹ ਕਰਨਾ ਹੈ। ਹੁਣ ਗੱਲ ਬੈਨੀਪਾਲ ਸਾਹਿਬ ਨੇ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਮੁੱਖ ਮੰਤਰੀ ਪੰਜਾਬ ਦੀ, ਕਿ ਉਹਨਾਂ ਨੇ ਪਹਿਲਾਂ ਆਖਿਆ ਸੀ ਤਕਰੀਬਨ 3 ਸਾਲ ਪਹਿਲਾਂ ਕਿ ਮੇਰੀ ਇਹ ਆਖਰੀ ਵਿਧਾਨ ਸਭਾ ਦੀ ਚੋਣ ਹੈ, ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਹੱਲ ਕਰਨੇ ਵੀ ਚਾਹੀਦੇ ਆ ਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਸੁੱਖ ਨਾਲ ਹੈਗੇ ਵੀ ਬਥੇਰੇ ਆ। 3 ਸਾਲਾਂ ਦੇ ਵਿੱਚ ਕਿੰਨੇ ਕੁ ਮੁੱਦੇ ਹੱਲ ਹੋ ਗਏ, ਕਿੰਨੇ ਕੁ ਮੁੱਦੇ ਬਾਕੀ ਰਹਿ ਗਏ, ਇਹ ਤੁਸੀਂ ਵੱਧ ਚੰਗੇ ਤਰੀਕੇ ਜਾਣਦੇ ਹੋ। ਹੁਣ ਜਿਹੜੀ ਉਹਨਾਂ ਨੇ ਦੁਬਾਰਾ ਗੱਲ ਕਹੀ ਸੀ ਕੁਝ ਮਹੀਨੇ ਪਹਿਲਾਂ ਕਿ ਮੈਂ ਜ਼ਰੂਰੀ ਨਹੀਂ ਕਿ ਮੇਰੀ ਆਖਰੀ ਚੋਣ ਹੈ, ਜ਼ਰੂਰੀ ਨਹੀਂ ਕਿ ਮੈਂ ਦੁਬਾਰਾ ਚੋਣ ਨਹੀਂ ਲੜਨੀ, ਦੁਬਾਰਾ ਮੈਂ ਚੋਣ ਲੜ ਸਕਦਾ। ਹੁਣ ਕਿਸੇ ਬੰਦੇ ਦੇ ਘਰੇ ਅੰਬ ਦਾ ਬੂਟਾ ਲੱਗਾ ਸੀ, ਪਰਿਵਾਰ ਦੇ ਮੈਂਬਰ 5-6, ਉਹ ਬੰਦਾ ਕਹੇ ਐਤਕੀ ਮੈਂ ਨਾ ਬਸ 5-7 ਅੰਬਾਂ ਖਾਣੇ ਆ, ਉਹਦੇ ਤੋਂ ਬਾਅਦ ਹੁਣ ਉਮਰ ਬਥੇਰੀ ਹੋ ਗਈ ਹੈ, ਬਸ ਆ ਨਿੱਕੇ ਨਿਆਣੇ ਮੁੜ ਕੇ ਅੰਬ ਖਾਣਗੇ, ਇਹਨਾਂ ਦੀਆਂ ਡਿਊਟੀਆਂ ਮੁੜ ਕੇ ਇਹ ਸਾਂਭਣਗੇ ਅੰਬ ਦਾ ਬੂਟਾ, ਜਿੰਨਾ ਪਾਣੀ ਪਾਉਣਗੇ, ਜਿੰਨੀ ਸੇਵਾ ਕਰਨਗੇ, ਜਿੰਨੇ ਅੰਬ ਲੱਗਣਗੇ ਛਕਣਗੇ। ਪਰ ਉਹਦੇ ਤੋਂ ਬਾਅਦ ਉਹ ਕਹਿੰਦਾ ਮਨ ਮੈਂ ਬਦਲ ਲਿਆ, ਹੁਣ ਜਦੋਂ ਤੱਕ ਅੰਬ ਲੱਗਦੇ ਰਹਿਣਗੇ ਮੈਂ ਅੰਬ ਖਾਂਦੇ ਰਹੂੰਗਾ ਤੇ ਕੋਸ਼ਿਸ਼ ਕਰੂੰਗਾ ਕਿ ਭਾਈ ਸਾਰੇ ਹੀ ਖਾਈ ਜਾਵਾਂ। ਹੁਣ ਪੰਜਾਬ ਦੇ ਜਿੰਨੇ ਕੁ ਰਾਜਨੀਤਿਕ ਲੀਡਰ ਨੇ, ਸਿਆਸੀ ਇਤਿਹਾਸ ਦੇ ਵੱਲੋਂ ਆਪਾਂ ਵਰਕਾ ਦਰ ਵਰਕਾ ਪਲਟ ਕੇ ਦੇਖ ਲਈਏ ਤਾਂ 2-4 ਕੋਈ ਇਦਾਂ ਦੇ ਹੋਣਗੇ ਜਿਹੜੇ ਆਪਣੇ ਆਪ ਕਹਿੰਦੇ ਹੋਣਗੇ ਕਿ ਮੈਂ ਕੋਈ ਚੋਣ ਨਹੀਂ ਲੜਨੀ, ਜਿਨ੍ਹਾਂ ਨੇ ਸਿਆਸੀ ਕਰੀਅਰ ਦੇ ਸਿਖਰ ਦੇ ਉੱਤੇ ਜਾ ਕੇ ਕਿਹਾ ਹੋਊਗਾ ਕਿ ਭਾਈ ਆ ਕੁਰਸੀ ਹੁਣ ਨਵੇਂ ਸਾਂਭਣ, ਮੈਂ ਜਿੰਨਾ ਕੰਮ ਕਰਨਾ ਸੀ ਕਰ ਲਿਆ। ਨਹੀਂ ਤਾਂ ਹਰ ਇੱਕ ਲੀਡਰ ਯਤਨ ਕਰਦਾ ਕਿ ਉਮਰ ਦੇ ਆਖਰੀ ਪੈਂਡੇ ਤੱਕ ਮੈਂ ਵੀ ਰਹਾਂ, ਮੇਰੇ ਪੁੱਤ ਭਤੀਜੇ ਪੋਤੀਆਂ ਪੋਤੇ ਉਹ ਵੀ ਆ ਜਾਣ ਤੇ ਰਿਸ਼ਤੇਦਾਰੀ ਵੀ ਸਾਰੀ ਆ ਜਾਏ। ਅੱਜ ਜ਼ਿਕਰ ਆਪਾਂ ਇਸ ਗੱਲ ਦਾ ਕਰਨਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ। ਤੁਹਾਡੇ ਜ਼ਿਹਨ ਦੇ ਵਿੱਚ ਆ ਸਕਦਾ ਸਵਾਲ, ਕਰੋਨਾ ਦਾ ਮੁੱਦਾ, ਖੇਤੀ ਦਾ ਮੁੱਦਾ, ਸਿੱਖਿਆ ਦਾ ਮੁੱਦਾ, ਸਿਹਤ ਦਾ ਮੁੱਦਾ, 20 ਮੁੱਦੇ ਨੇ ਪੰਜਾਬ 'ਚ। ਮਜ਼ਦੂਰ ਅਜੇ ਤੱਕ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ, ਇਹ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨੂੰ ਤੁਰ ਪਏ, ਜਿਹਨੂੰ ਅਜੇ ਪੌਣੇ 2 ਸਾਲ ਰਹਿੰਦੇ ਆ। ਪਰ ਅਸਲ ਦੇ ਵਿੱਚ ਮਸਲਾ ਇਹ ਹੈ ਕਿ ਪੰਜਾਬ ਹਮੇਸ਼ਾ ਉਦੋਂ ਉਲਝਿਆ ਜਦੋਂ ਅਸੀਂ ਵੇਲੇ ਸਿਰ ਕੋਈ ਫੈਸਲਾ ਨਹੀਂ ਕਰਦੇ। ਸਾਡੇ ਵੱਲੋਂ ਤੁਸੀਂ ਮੁੱਖ ਮੰਤਰੀ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੂੰ ਚੁਣ ਲਓ, ਸਾਡੇ ਵੱਲੋਂ ਕੋਈ ਅਕਾਲੀ ਦਲ ਦਾ ਲੀਡਰ ਚੁਣ ਲਓ, ਸਾਡੇ ਵੱਲੋਂ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਜਾਂ ਕਿਸੇ ਤੀਸਰੇ ਚੌਥੇ ਪੰਜਵੇਂ ਮੋਰਚੇ ਦੇ ਬੰਦੇ ਨੂੰ ਚੁਣ ਲਓ, ਸਾਨੂੰ ਇਤਰਾਜ਼ ਕੋਈ ਨਹੀਂ, ਕਿਉਂਕਿ ਲੋਕਤੰਤਰ ਤੁਹਾਨੂੰ ਹੱਕ ਦਿੰਦਾ ਹੈ
ਕਿ ਤੁਸੀਂ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਹੈ। ਪਰ ਅੱਜ ਇਹ ਗੱਲ ਹੈ ਕਿ ਲੋਕਤੰਤਰ ਦੇ ਵਿੱਚ ਵਿਅਕਤੀ ਵਿਸ਼ੇਸ਼ ਕੁਝ ਨਹੀਂ ਹੁੰਦਾ, ਬਹੁਮਤ ਦੇ ਨਾਲ ਫੈਸਲੇ ਹੁੰਦੇ ਆ। ਪਰ ਬਹੁਮਤ ਕਿੰਨਾ ਕੁ ਇਸ ਵੇਲੇ ਪ੍ਰਸੰਗਿਕ ਹੈ ਤੇ ਕਿੰਨਾ ਕੁ ਨਹੀਂ, ਕਿਉਂਕਿ ਪਾਰਟੀ ਦਾ ਕੋਈ ਪ੍ਰਧਾਨ ਚੁਣਨਾ ਹੋਵੇ ਜੀ ਸਾਰੀਆਂ ਤਾਕਤਾਂ ਫਲਾਣੇ ਨੂੰ ਦਿੱਤੀਆਂ, ਕਿਸੇ ਪਾਰਟੀ ਨੂੰ ਬਹੁਮਤ ਮਿਲ ਜਾਏ, ਸਾਰੀਆਂ ਪਾਰਟੀ ਦੇ ਪ੍ਰਧਾਨ ਨੂੰ ਤਾਕਤਾਂ ਦਿੱਤੀਆਂ, ਤੁਸੀਂ ਦੱਸੋ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ? ਇੱਥੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਹੋਵੇ, ਬਲਾਕ ਸੰਮਤੀ ਦਾ ਮੁਖੀ ਬਣਾਉਣਾ ਹੋਵੇ, ਜ਼ਿਲ੍ਹਾ ਪਰਿਸ਼ਦ ਦਾ ਮੁਖੀ ਬਣਾਉਣਾ ਹੋਵੇ, ਗੱਲਾਂ ਉੱਥੇ ਵੀ ਚੱਲਦੀਆਂ। ਇਹ ਮੁੱਦਾ ਇਸ ਕਰਕੇ ਦੋਸਤੋ ਚਰਚਾ ਦੇ ਵਿੱਚ ਆਇਆ। ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਬਾਰ-ਬਾਰ ਕਹਿੰਦੇ ਆ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਹੈ। ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਕਿ ਅਸੀਂ ਅਗਲੀ ਵਾਰੀ ਵੀ ਰਾਜ ਕਰਨਾ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਮੈਂਬਰ ਪਾਰਲੀਮੈਂਟ ਨੇ, ਫਿਰੋਜ਼ਪੁਰ ਤੋਂ MP ਬਣੇ ਆ। ਉਹਨਾਂ ਦੇ ਬਾਰੇ ਇੱਕ ਚਰਚਾ ਚੱਲ ਪਈ ਸੀ ਕਿਉਂਕਿ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ। ਉਹਦੇ ਤੋਂ ਬਾਅਦ ਉੱਥੇ ਜ਼ਿਮਨੀ ਚੋਣ ਹੋਈ ਹੈ। ਰਮਿੰਦਰ ਆਂਵਲਾ ਕਾਂਗਰਸ ਪਾਰਟੀ ਦੇ ਲੀਡਰ ਠੋਕ ਵਜਾ ਕੇ ਜਿੱਤੇ ਹੈ, ਅਕਾਲੀ ਦਲ ਦਾ ਕੈਂਡੀਡੇਟ ਹਾਰਿਆ। ਚਰਚਾ ਚੱਲ ਪਈ ਸੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਾਂ ਤਾਂ ਚੋਣ ਨਹੀਂ ਲੜਨੀ, ਜੇ ਚੋਣ ਲੜਨੀ ਹੈ ਤਾਂ ਜਲਾਲਾਬਾਦ ਤੋਂ ਨਹੀਂ ਲੜਨੀ। ਰੌਲਾ ਪੈ ਗਿਆ ਕਿ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਨਹੀਂ ਲੜਨਗੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਜ਼ੁਰਗ ਹੋਈ ਜਾਂਦੇ ਆ, ਤਾਂ ਫਿਰ ਅਕਾਲੀ ਦਲ ਦਾ ਲੀਡਰ ਕੌਣ? ਕਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਵੱਲ ਗੱਲਾਂ ਚੱਲਣ, ਕਦੇ ਕਿਸੇ ਹੋਰ ਵੱਲ। ਪਰ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹਿਤਾ ਕਿ ਬਿਲਕੁਲ ਗਲਤ ਹੈ, ਮੈਂ 2022 ਦੀ ਚੋਣ ਵੀ ਲੜਨੀ ਹੈ, MP ਦਾ ਅਹੁਦਾ ਛੱਡ ਕੇ ਵਿਧਾਨ ਸਭਾ ਦਾ ਮੈਂਬਰ ਵੀ ਬਣਨਾ ਹੈ, ਤੇ ਮੈਂ ਇਹ ਵੀ ਠੋਕ ਬਚਾ ਕੇ ਕਹਿ ਦਿੰਦਾ ਕਿ ਮੈਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਨੀ ਹੈ। ਹੁਣ ਜਦੋਂ ਸੁਖਬੀਰ ਸਿੰਘ ਬਾਦਲ MP-ਸ਼ਿਪ ਛੱਡ ਕੇ ਵਿਧਾਨ ਸਭਾ ਦੇ ਵਿੱਚ ਜਾਣ ਦੇ ਲਈ ਕਾਲੇ ਨੇ, ਐਲਾਨ ਉਹਨਾਂ ਨੇ ਕਰ ਦਿੱਤਾ, ਵਿਧਾਨ ਸਭਾ ਹਲਕਾ ਵੀ ਕਲੀਅਰ ਹੋ ਗਿਆ। ਉਹੀ ਹਲਕਾ ਜਿਹੜਾ ਕਦੇ ਸ਼ੇਰ ਸਿੰਘ ਘੁਬਾਇਆ ਸਾਹਿਬ ਦਾ ਹੁੰਦਾ ਸੀ, ਜਿੱਥੋਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ ਸੀਟ ਖਾਲੀ ਕੀਤੀ ਸੀ। ਤੇ ਇਹਦਾ ਮਤਲਬ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਵਿਧਾਨ ਸਭਾ ਦੇ ਵਿੱਚ ਬਹੁਤਾ ਆਉਂਦੇ ਨਹੀਂ, ਰੈਲੀਆਂ ਦੇ ਵਿੱਚ ਬਹੁਤਾ ਜਾਂਦੇ ਨਹੀਂ, ਆਪਣੇ ਲੰਬੀ ਵਿਧਾਨ ਸਭਾ ਹਲਕੇ ਤੋਂ ਇਲਾਵਾ ਪੰਜਾਬ 'ਚ ਕਿਤੇ ਸਰਗਰਮ ਨਹੀਂ, ਤੇ ਜੇ ਫਿਰ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਬੰਦਾ ਆ ਕੇ ਢੋਲ ਤੇ ਡਗਾ ਲਾਊਗਾ, ਮੁੱਖ ਮੰਤਰੀ ਦਾ ਦਾਅਵੇਦਾਰ ਹੋਊਗਾ, ਤਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਹੋਣਗੇ। ਕੋਈ ਉਹਨਾਂ ਨੂੰ ਕਿੰਨਾ ਕੁ ਚੰਗਾ ਲੀਡਰ ਮੰਨਦਾ ਹੈ, ਉਹਨਾਂ ਦੇ ਨਾਲ ਕਿੰਨਾ ਕੁ ਕੋਈ ਸਹਿਮਤ ਹੈ ਜਾਂ ਅਸਹਿਮਤ ਹੈ, ਇਹ ਗੱਲ ਵੱਖਰੀ ਹੈ। ਪਰ ਬੈਨੀਪਾਲ ਸਾਹਿਬ ਇੱਕ ਗੱਲ ਪੱਕੀ ਹੈ ਕਿ ਅਗਲਾ ਸਿਆਸੀ ਯੁੱਧ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਪੌਣੇ 2 ਸਾਲਾਂ ਦੇ ਬਾਅਦ ਅਕਾਲੀ ਦਲ ਵੱਲੋਂ ਜੇ ਕਿਸੇ ਨੇ ਲੜਨਾ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਨੇ। ਵੈਸੇ ਵੀ ਜਿਨ੍ਹਾਂ ਲੋਕਾਂ ਤੋਂ ਚੁਣੌਤੀ ਮਿਲਣ ਦੀ ਆਸ ਸੀ, ਸੁਖਦੇਵ ਸਿੰਘ ਢੀਂਡਸਾ ਸਾਹਿਬ ਪੁਰਾਣੇ ਲੀਡਰ ਸੀ, ਉਹਨਾਂ ਤੋਂ ਚੁਣੌਤੀ ਮਿਲ ਸਕਦੀ ਸੀ ਕਿ ਭਾਈ ਅਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸੀ, ਤੁਸੀਂ ਤਾਂ ਉਦੋਂ ਨਿੱਕੇ ਸੀ, ਸੁਖਬੀਰ ਸਿੰਘ ਬਾਦਲ ਜੀ ਸਾਨੂੰ ਮੌਕਾ ਦਿਓ। ਉਹ ਪਾਰਟੀ ਤੋਂ ਪਰਾਂ ਹੋ ਗਏ ਆ। ਇਹਦੇ ਤੋਂ ਇਲਾਵਾ ਜਿਨ੍ਹਾਂ ਤੋਂ ਆਸ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ, ਸੇਵਾ ਸਿੰਘ ਸੇਖਵਾਂ ਨੇ, ਇਹਦੇ ਤੋਂ ਇਲਾਵਾ ਲੀਡਰ ਹੋਰ ਵੀ ਕਈ ਨੇ, ਉਹਨਾਂ ਦੇ ਵਿੱਚ ਰਤਨ ਸਿੰਘ ਅਜਨਾਲਾ ਵੀ ਨੇ, ਉਹ ਸਾਰੇ ਕਹਿ ਸਕਦੇ ਸੀ ਕਿ ਭਾਈ ਅਸੀਂ ਤਾਂ 50-50 ਸਾਲ ਵੀ ਸੀਨੀਅਰਟੀ ਰੱਖੀ ਫਿਰਦੇ ਆ, ਤੁਸੀਂ ਇਦਾਂ ਨਾ ਕਰੋ। ਪਰ ਹੁਣ ਕਿਉਂਕਿ ਉਹ ਵੀ ਵੱਖਰੀਆਂ ਪਾਰਟੀਆਂ ਚਲੇ ਗਏ ਆ, ਇਹਦਾ ਮਤਲਬ ਕਿ ਜਦੋਂ 2021 ਦੇ ਆਖਰੀ 6 ਮਹੀਨਿਆਂ 'ਚ ਸਿਆਸੀ ਤੌਰ ਦੇ ਉੱਤੇ ਪ੍ਰਚਾਰ ਹੋਣਾ ਤੇਜ਼, ਰੈਲੀਆਂ ਜਿਹੜੀਆਂ ਵਧਣੀਆਂ, ਤਾਂ ਉਦੋਂ ਅਕਾਲੀ ਦਲ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਹੋਣੀ। ਹੋ ਸਕਦਾ ਕਿ ਸੰਭਾਵੀ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ਤੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਹਿਲਾਂ ਅੱਗੇ ਲੈ ਆਵੇ। WhatsApp ਤੁਸੀਂ ਬੜੀ ਪਤੇ ਦੀ ਗੱਲ ਕੀਤੀ ਹੈ, ਭਾਵੇਂ ਸੈਂਟਰ ਦੀ ਗੱਲ ਹੋਵੇ ਜੀ, ਭਾਵੇਂ ਕਿਸੇ ਸੂਬੇ ਦੀ ਗੱਲ ਹੋਵੇ, ਸਾਰੇ ਹੱਕ ਹਕੂਕ ਕਹਿੰਦੇ ਨੇ ਕਿ ਪ੍ਰਧਾਨ ਨੂੰ ਦਿੱਤੇ ਆ, ਰਾਖਵੇਂ ਨੇ। ਆ ਬੀਤੇ ਦਿਨਾਂ ਦੀ ਗੱਲ ਆਪਾਂ ਜ਼ਿਕਰ ਕਰਦੇ ਆਂ, ਜਦੋਂ ਮੁੱਖ ਸਕੱਤਰ ਦਾ ਰੌਲਾ ਝਗੜਾ ਵਜ਼ੀਰਾਂ ਦਾ ਹੋ ਗਿਆ, ਕੈਬਨਿਟ ਵਜ਼ੀਰਾਂ ਦਾ ਹੋ ਗਿਆ, ਮੰਤਰੀਆਂ ਦਾ ਹੋ ਗਿਆ, ਉਹਦੇ ਤੋਂ ਬਾਅਦ ਜਦੋਂ ਉਹਨੂੰ ਪੁੱਛਿਆ ਗਿਆ ਕਿ ਹੁਣ ਭਾਈ ਤੁਸੀਂ ਫੈਸਲਾ ਕੀ ਕਰਨਾ ਹੈ, ਉਹਨਾਂ ਨੇ ਆਖ ਦਿੱਤਾ ਕਿ ਜੇਕਰ ਮੁੱਖ ਸਕੱਤਰ ਹੋਏਗਾ ਜਿਹੜੀ ਮੀਟਿੰਗ ਦੇ ਵਿੱਚ ਅਸੀਂ ਨਹੀਂ ਜਾਣਾ। ਬਾਅਦ ਦੇ ਵਿੱਚ ਰੌਲਾ ਝਗੜਾ ਇਸ ਕਦਰ ਵੱਧ ਗਿਆ ਕਿ ਅੱਧੇ ਕੁ ਮੰਤਰੀ ਇੱਕ ਦੂਸਰੇ ਤੇ ਵੀ ਉਂਗਲਾਂ ਉਠਾਉਣ ਲੱਗ ਪਏ, ਤੇ ਫਿਰ ਕਹਿੰਦੇ ਹੱਕ ਸਾਰੇ ਭਾਈ ਅਸੀਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੇ ਆ ਕਿ ਮੁੱਖ ਸਕੱਤਰ ਦੇ ਬਾਰੇ ਜਿਹੜਾ ਵੀ ਉਹ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਊਗਾ। ਇਹਦਾ ਮਤਲਬ ਕਿ ਕਿਸੇ ਇੱਕ ਪਾਰਟੀ ਵਿੱਚ ਨਹੀਂ, ਕਿ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰੀਏ ਕਿ ਭਾਈ ਕਹਿੰਦੇ ਨੇ ਕਿ ਸਾਰੇ ਹੱਕ ਜਾਂ ਸਾਰੇ ਜੋ ਵੀ ਕਾਨੂੰਨ ਬਣਾਉਣੇ ਆ, ਆਪਣੀ ਪਾਰਟੀ ਦੇ ਵਾਸਤੇ ਨਿਯਮ ਬਣਾਉਣੇ ਆ, ਉਹ ਸਾਰੇ ਸੁਖਬੀਰ ਸਿੰਘ ਬਾਦਲ ਬਣਾਉਣਗੇ। ਗੱਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੀਤੀ ਹੈ, ਬੀਤੇ ਕਈ ਵਰ੍ਹਿਆਂ ਤੋਂ, ਕਈ ਦਹਾਕਿਆਂ ਤੋਂ ਹੀ ਕਹਿੰਦੇ ਆ, ਤੇ ਚਿੱਠੀ ਦੇ ਵਿੱਚੋਂ ਪ੍ਰਧਾਨ ਨਿਕਲਦਾ। ਸਾਰਿਆਂ ਨੂੰ ਇਸ ਗੱਲ ਦਾ ਇਤਰਾਜ਼ ਹੈ। ਹੁਣ ਲਗਭਗ ਉਸੇ ਤਰੀਕੇ ਨਾਲ ਉਹੀ ਪੈਂਤੜਾ ਕਾਂਗਰਸ ਜਿਹੜੀ ਪੰਜਾਬ ਦੀ ਆ ਉਹਦੇ ਵਿੱਚ ਵੀ ਖੇਡਿਆ ਗਿਆ। ਮੁੱਖ ਸਕੱਤਰ ਵਾਲੀ ਜਦੋਂ ਗੇਮ ਖੇਡੀ ਗਈ, ਉਹਦੇ ਵਿੱਚ ਵੀ ਆਖ ਦਿੱਤਾ ਗਿਆ ਕਿ ਜਿਹੜਾ ਵੀ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈ ਲੈਣਗੇ ਸਾਨੂੰ ਮਨਜ਼ੂਰ ਹੋਏਗਾ। ਸਭ ਤੋਂ ਪਹਿਲਾਂ ਉਹਨਾਂ ਨੂੰ ਫੈਸਲੇ ਦੇ ਹੱਕ ਦਿੱਤੇ ਗਏ, ਫਿਰ ਉਹਨਾਂ ਨੇ
ਆਪਣੇ ਸਿਸਮਾਂ ਵਾਲੇ ਫਾਰਮ ਤੇ ਇਹਨਾਂ ਵਜ਼ੀਰਾਂ ਨੂੰ ਬੁਲਾ ਲਿਆ, ਪਰ ਕਿਉਂਕਿ ਇਸ ਵਕਤ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਘਰ ਦੇ ਵਿੱਚ ਮੌਤ ਹੋਈ ਆ, ਉਹਨਾਂ ਦੇ ਪਿਤਾ ਜੀ ਜਹਾਨੋਂ ਤੁਰ ਗਏ ਨੇ, ਅਕਾਲ ਚਲਾਣਾ ਕਰ ਗਏ ਸੀ, ਉਹ ਗੈਰ ਹਾਜ਼ਰ ਰਹੇ। ਪਰ ਜਿਹੜੇ ਵਿਧਾਇਕਾਂ ਦੇ ਵਿੱਚ ਭਾਵੇਂ ਉਹ ਰਾਜਾ ਅਮਰਿੰਦਰ ਵੜਿੰਗ ਸੀ, ਭਾਵੇਂ ਉਹ ਗਿਲਜੀਆਂ ਸਾਹਿਬ ਸਨ, ਭਾਵੇਂ ਉਹ ਪ੍ਰਗਟ ਸਿੰਘ ਸੀ, ਸਾਰਿਆਂ ਨੂੰ ਉੱਥੇ ਆਪਣੇ ਫਾਰਮ ਹਾਊਸ ਤੇ ਸੱਦ ਲਿਆ। ਸੱਦਦੇ ਸਾਰੀ ਕਹਿ ਦਿੱਤਾ ਕਿ ਭਾਈ ਮਾਫੀ ਮੰਗ ਲਈ, ਫੇਰ ਕਹੋ ਮੈਂ ਦੁਬਾਰਾ ਮੰਗਵਾ ਦਿੰਦਾ। ਇਹਦਾ ਮਤਲਬ ਜਿਵੇਂ ਹੱਕ ਸੁਖਬੀਰ ਬਾਦਲ ਨੂੰ ਉਹਦੀ ਅਕਾਲੀ ਦਲ ਪਾਰਟੀ ਵਾਲੇ ਦਿੰਦੇ ਰਹੇ ਨੇ, ਉਹੀ ਹੱਕ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੇ ਗਏ। ਸੋ ਮੈਨੂੰ ਲੱਗਦਾ ਕਿ ਕਿਸੇ ਇੱਕ ਪਾਰਟੀ ਦੇ ਨਹੀਂ, ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ, ਜਦੋਂ ਕਿਸੇ ਪਾਰਟੀ ਵਿੱਚ ਅੰਦਰੂਨੀ ਰੌਲਾ ਝਗੜਾ ਹੋ ਜਾਂਦਾ ਹੈ, ਸਾਰੇ ਦਾ ਸਾਰਾ ਦਾਰੋਮਦਾਰ ਪ੍ਰਧਾਨ ਦੇ ਉੱਤੇ ਟਿਕ ਜਾਂਦਾ। ਫਿਰ ਆਪਾਂ ਇਹ ਆਖ ਸਕਦੇ ਹਾਂ ਕਿ ਭਾਵੇਂ ਕੋਈ ਖੇਤਰੀ ਪਾਰਟੀ ਹੈ, ਭਾਵੇਂ ਕੋਈ ਕੇਂਦਰੀ ਪਾਰਟੀ ਹੈ, ਸਾਰੀ ਖੇਡ ਗੋਲਕੀਪਰ ਵੀ ਉਹੀ ਹੈ, ਕੈਪਟਨ ਵੀ ਉਹੀ ਹੈ, ਫੁੱਲਬੈਕ ਵੀ ਉਹੀ ਹੈ, ਫਾਰਵਰਡ ਵੀ ਉਹੀ ਹੈ, ਇੱਕੋ ਹੀ ਪਲੇਅਰ ਸਾਰੀ ਗੇਮ ਖੇਡਦਾ ਹੈ। ਬਾਕੀਆਂ ਦਾ ਤਾਂ ਮੇਰਾ ਖਿਆਲ ਨਾਂ ਨੂੰ ਹੀ ਹੈ। ਦੇਖੋ ਬੈਨੀਪਾਲ ਸਾਹਿਬ, ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਸਪੇਅਰ ਵੀ ਉਹ ਆਪ ਹੀ ਹੁੰਦੇ ਆ, ਪਲੇਅਰ ਵੀ ਤੇ ਸਪੇਅਰ ਵੀ ਆਪ ਹੀ ਹੁੰਦੇ ਆ। ਹੁਣ ਦੇਖੋ ਇਹ ਬੜੀ ਅਜੀਬੋ-ਗਰੀਬ ਗੱਲ ਹੈ। ਹੋ ਸਕਦਾ ਕਿ ਪੰਜਾਬ ਦੇ ਲੋਕ ਇਹ ਕਹਿਣ, ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਪਰਿਵਾਰ ਦੇ ਮੈਂਬਰ ਵੀ ਕਹਿਣ ਕਿ ਭਾਈ ਸਾਨੂੰ ਲੀਡਰਾਂ ਤੋਂ ਬਹੁਤੀ ਆਸ ਨਹੀਂ ਜੀ, ਪਰ ਅਸੀਂ ਵੇਲੇ ਤੋਂ ਬਹੁਤ ਪਹਿਲਾਂ ਇਹ ਗੱਲ ਇਸ ਕਰਕੇ ਵੀ ਕਰਨ ਲੱਗੇ ਹਾਂ ਕਿਉਂਕਿ ਐਨ ਮੁੱਢ ਦੇ ਉੱਤੇ ਜਾ ਕੇ ਕੋਈ ਨਵਾਂ ਲੀਡਰ ਨਹੀਂ ਪੈਦਾ ਹੋ ਸਕਦਾ ਜਾਂ ਪੁਰਾਣੇ ਲੀਡਰ ਆਪਣੀਆਂ ਨੀਤੀਆਂ ਦੇ ਵਿੱਚ ਬਹੁਤੀ ਜ਼ਿਆਦਾ ਤਬਦੀਲੀ ਨਹੀਂ ਕਰ ਪਾਉਣਗੇ। ਹੁਣ ਇੱਕ ਇੱਕ ਕਰਕੇ ਵਿਚਾਰ ਕਰਦੇ ਹਾਂ ਕਿ ਜੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਹੋਰ ਬੰਦਾ ਕੌਣ ਦਾਅਵੇਦਾਰ ਹੋ ਸਕਦਾ? ਹੋਰ ਕਿਹੜੇ-ਕਿਹੜੇ ਪਾਰਟੀਆਂ ਦੇ ਲੀਡਰ ਨੇ ਜਿਹੜੇ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਹੋਣਗੇ? ਉਹ ਪਛੜ ਜਾਣ, ਉਹ ਬਣ ਜਾਣ, ਇਹ ਤਾਂ ਲੋਕਾਂ ਦੀਆਂ ਵੋਟਾਂ ਨੇ ਦੱਸਣਾ। ਪਰ ਜਿਹੜੇ ਵੀ ਬੰਦੇ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਨੇ, ਕੀ ਉਹਨਾਂ ਦੇ ਕੋਲ ਪੰਜਾਬ ਦੇ ਲਈ ਕੋਈ ਵਿਜ਼ਨ ਹੈਗਾ? ਕੀ ਉਹ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੋਈ ਨੀਤੀ ਨਿਰਧਾਰਿਤ ਕਰ ਸਕਣਗੇ? ਕੀ ਉਹਨਾਂ ਦੇ ਕੋਲੇ ਕੋਈ ਰੋਡ ਮੈਪ ਹੈਗਾ ਕਿ ਪੰਜਾਬ ਦੀ ਬੇਰੁਜ਼ਗਾਰੀ ਮੁਕਾ ਦੇਣ, ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਮੁਕਾ ਦੇਣ, ਮੰਡੀਆਂ ਦੇ ਵਿੱਚੋਂ ਖੱਜਲ ਖਰਾਬੀ ਮੁਕਾ ਦੇਣ, ਜਾਂ ਫਿਰ ਬਹੁਤ ਸਾਰੀਆਂ ਸਰਕਾਰੀ ਅਸਾਮੀਆਂ ਖਾਲੀ ਆ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਚੰਗੇ ਤਰੀਕੇ ਜਿਹੜੀਆਂ ਸਰਕਾਰੀ ਸਰਵਿਸਿਜ਼ ਸੇਵਾਵਾਂ ਨਹੀਂ ਮਿਲਦੀਆਂ ਉਹ ਪੂਰੀਆਂ ਕਰਾ ਦੇਣ? ਜੇ ਤਾਂ ਵਿਜ਼ਨ ਕਿਸੇ ਲੀਡਰ ਦੇ ਕੋਲੇ ਹੋਵੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿ ਉਸ ਵਿਜ਼ਨ ਤੋਂ ਬਾਅਦ ਉਸ ਬੰਦੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ, ਜੋ ਮਰਜ਼ੀ ਬਣਾ ਦਿਓ, ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਨਾਲ ਦੀ ਨਾਲ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਹੈ ਕਿ ਜੇ ਸਾਡੇ ਕੋਲੇ ਵਿਜ਼ਨਰੀ ਲੀਡਰ ਹੈ ਨਹੀਂ ਤਾਂ ਕੀ ਆਉਣ ਵਾਲੇ ਪੌਣੇ 2 ਸਾਲਾਂ ਦੇ ਵਿੱਚ ਬੈਨੀਪਾਲ ਸਾਹਿਬ ਨਵਾਂ ਵਿਜ਼ਨਰੀ ਲੀਡਰ ਪੈਦਾ ਹੋ ਸਕਦਾ? ਕੀ ਲੋਕ ਕਿਸੇ ਲੀਡਰ ਨੂੰ ਉੱਪਰ ਲਿਆ ਸਕਦੇ ਆ? ਪਰ ਜਿੰਨੀ ਮਹਿੰਗੀ ਇਲੈਕਸ਼ਨ ਹੋ ਗਈ, ਜਿੰਨੇ ਰੋਡ ਸ਼ੋਅ ਚਾਹੀਦੇ ਨੇ, ਜਿੰਨੀਆਂ ਰੈਲੀਆਂ ਚਾਹੀਦੀਆਂ, ਜਿੰਨਾ ਖਰਚਾ ਪਾਣੀ ਪੋਸਟਰਾਂ ਤੇ ਫਲੈਕਸਾਂ ਤੇ ਬਾਕੀ ਚੀਜ਼ਾਂ ਤੇ ਚਾਹੀਦਾ ਹੈ, ਕੀ ਇੱਕ ਸਧਾਰਨ ਵਿਅਕਤੀ ਦੇ ਲਈ ਜੇ ਉਹਦੇ ਕੋਲੇ ਵਿਜ਼ਨ ਹੋਵੇ ਵੀ, ਜੇ ਉਹਦੇ ਕੋਲੇ ਪੰਜਾਬ ਨੂੰ ਸੁਧਾਰਨ ਦੇ ਲਈ ਨੀਤੀਆਂ ਹੋਣ ਵੀ, ਤਾਂ ਕੀ ਮੌਜੂਦਾ ਖਰਚੀਲੀ ਇਲੈਕਸ਼ਨ ਦੇ ਸਿਸਟਮ ਦੇ ਵਿੱਚ ਉਹ ਬੇੜਾ ਪਾਰ ਲਾ ਦੂ? ਹੁਣ ਤੁਸੀਂ ਇੱਕ ਮੋਟੀ ਜਿਹੀ ਗੱਲ ਦੇਖੋ, ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕੋਈ ਚੁਣੌਤੀ ਨਹੀਂ ਹੈ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਦਰਸ਼ਕ ਵੀ ਜਾਣਦੇ ਆ। ਇਹਦੇ ਤੋਂ ਬਾਅਦ ਹੁਣ ਅਗਲਾ ਮਸਲਾ ਕਾਂਗਰਸ ਪਾਰਟੀ ਦਾ। ਇਸ ਵੇਲੇ ਸਭ ਤੋਂ ਵੱਡਾ ਧੜਾ ਤਕਰੀਬਨ 70% ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ। ਬਹੁਤ ਸਾਰੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਬਹੁਤੀ ਵੱਡੀ ਚੁਣੌਤੀ ਨਹੀਂ। ਪਰ ਤੁਸੀਂ ਮੁੱਖ ਸਕੱਤਰ ਸਾਹਿਬ ਦਾ ਜ਼ਿਕਰ ਕੀਤਾ, ਉਸ ਮਸਲੇ ਤੇ, ਸ਼ਰਾਬ ਦੇ ਠੇਕੇਦਾਰਾਂ ਦੇ ਮਸਲੇ ਤੇ, ਜਾਇਜ਼ ਨਾਜਾਇਜ਼ ਸ਼ਰਾਬ ਦੇ ਮਸਲੇ ਤੇ ਬਹੁਤ ਸਾਰੇ ਵਿਧਾਇਕ, ਕੁਝ ਮੈਂਬਰ ਪਾਰਲੀਮੈਂਟ ਜਿਸ ਤਰੀਕੇ ਉੱਠ ਖਲੋਤੇ ਆ, ਕਈ ਵਿਧਾਇਕਾਂ ਨੂੰ ਇਹ ਲੱਗਾ ਕਿ ਭਾਈ ਇਸ ਸਥਿਤੀ ਦੇ ਵਿੱਚ ਸਾਡੀਆਂ ਸੀਟਾਂ ਸੁਰੱਖਿਅਤ ਨਹੀਂ, ਅਗਲੀ ਵਾਰ 2022 ਦੇ ਵਿੱਚ ਸਾਡੇ ਤੋਂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜੀਆਂ ਜਾਣੀਆਂ, ਇਸ ਕਰਕੇ ਸਾਨੂੰ ਕੁਝ ਨਾ ਕੁਝ ਖੰਗੂਰਾ ਮਾਰਨਾ ਪਊ। ਹੁਣ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਥਿਤੀ ਪਹਿਲਾਂ ਜਿੰਨੀ ਮਜ਼ਬੂਤ ਵੀ ਨਹੀਂ ਪਰ ਬਹੁਤੀ ਕਮਜ਼ੋਰ ਵੀ ਨਹੀਂ। ਹੁਣ ਉਹਨਾਂ ਦਾ ਮੁਕਾਬਲਾ ਕੌਣ ਕਰ ਲਊ? ਕਈ ਲੋਕ ਕਹਿੰਦੇ ਨੇ ਜੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਂਦਾ ਜਾਵੇ। ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਕੋਲ ਕੋਈ ਨੀਤੀ ਹੋਵੇ, ਹੋ ਸਕਦਾ ਹੈ ਕਾਂਗਰਸ ਪਾਰਟੀ ਦੇ 10, 15, 20 ਵਿਧਾਇਕ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਪਿੱਛੇ ਚੱਲਣ, ਹੋ ਸਕਦਾ ਹੈ। ਪਰ 117 ਵਿਧਾਨ ਸਭਾ ਹਲਕੇ ਨੇ, 59-60 ਬੰਦੇ ਉਹਨਾਂ ਨੂੰ ਚਾਹੀਦੇ ਆ। ਕੀ ਪੰਜਾਬ ਦੀ ਕੈਬਨਿਟ ਦੇ ਮੌਜੂਦਾ ਵਜ਼ੀਰ ਜਿਹੜੇ ਕਾਂਗਰਸ ਪਾਰਟੀ ਦੇ ਨੇ ਉਹ ਪੁਰਾਣੇ ਨੇ, ਕਾਂਗਰਸ ਦੇ ਵਿੱਚ ਸਿੱਧੂ ਸਾਹਿਬ ਦੇ ਨਾਲੋਂ ਵੱਧ ਤਜਰਬੇਕਾਰ ਨੇ, ਵਿਜ਼ਨ ਉਹਨਾਂ ਦੇ ਕੋਲੇ ਛੋਟਾ ਜਾਂ ਵੱਡਾ ਇੱਕ ਵੱਖਰੀ ਗੱਲ ਹੈ, ਕੀ ਉਹ ਨਵਜੋਤ ਸਿੰਘ ਸਿੱਧੂ ਦੀ ਅਧੀਨਗੀ, ਪ੍ਰਧਾਨਗੀ, ਉਹਨਾਂ ਦੀ ਨੇਤਾਗਿਰੀ ਨੂੰ ਪ੍ਰਵਾਨ ਕਰਨਗੇ? ਬੜੇ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਜਿਹੜੇ 4-4 ਵਾਰੀ ਵਿਧਾਇਕ ਬਣੇ ਹੋ ਆ, 3-3 ਵਾਰੀ ਵਿਧਾਇਕ ਬਣੇ ਹੋ ਆ, ਉਹ ਵੀ ਨਵਜੋਤ ਸਿੰਘ ਸਿੱਧੂ ਤੋਂ ਸੀਨੀਅਰ ਨੇ। ਹਾਲਾਂਕਿ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਸੀਨੀਅਰਿਟੀ ਕੋ ਮੈਨਾਂ ਨਹੀਂ ਰਖਾਉਂਦੀ, ਪਰ ਸਿਆਸੀ ਪੱਖ ਤੋਂ ਮੈਨਾਂ ਰਖਾਉਂਦੀ ਹੈ। ਇਸ ਕਰਕੇ ਬੜੀ ਘੱਟ ਸੰਭਾਵਨਾ ਹੈ ਕਿ ਮੌਜੂਦਾ ਸਥਿਤੀਆਂ ਦੇ ਵਿੱਚ, ਮੌਜੂਦਾ ਦ੍ਰਿਸ਼ਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆ ਕੇ ਕਾਂਗਰਸ ਪਾਰਟੀ ਸੰਭਾਵੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰੇ। ਭਾਵੇਂ ਮਨਪ੍ਰੀਤ ਬਾਦਲ ਨੇ,
ਭਾਵੇਂ ਮੰਡੀ ਬੋਰਡ ਦੇ ਮੁਖੀ ਲਾਲ ਸਿੰਘ ਨੇ, ਪ੍ਰਤਾਪ ਸਿੰਘ ਬਾਜਵਾ ਨੇ, ਸ਼ਮਸ਼ੇਰ ਸਿੰਘ ਦੂਲੋ ਨੇ, ਇਹ ਕਾਂਗਰਸ ਪਾਰਟੀ 'ਚ ਹੈਗੇ ਆ, ਪਰ ਇਹਨਾਂ ਦਾ ਆਪਣਾ ਕੋਈ ਧੜਾ ਨਹੀਂ, ਆਪਣਾ ਇੰਨਾ ਵੱਡਾ ਵਜੂਦ ਨਹੀਂ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਲੈ ਸਕਣ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲ ਸਕਣ। ਸੋ ਇਸ ਵੇਲੇ ਲੱਗਦਾ ਹੈ ਕਿ ਜਿਹੜੀਆਂ ਸਭ ਤੋਂ ਵੱਡੀਆਂ ਦੋ ਪਾਰਟੀਆਂ ਨੇ ਉਹਨਾਂ ਦੇ ਮੌਜੂਦਾ ਦੋਵੇਂ ਲੀਡਰ ਹੀ 2022 ਦੇ ਵਿੱਚ ਵੀ ਫੇਸ ਬਣ ਸਕਦੇ ਆ, ਚਿਹਰਾ ਬਣ ਸਕਦੇ ਆ, ਪਰ ਇਹ ਸਾਡੇ ਦਰਸ਼ਕ ਦੱਸਣ, ਪਰਿਵਾਰ ਦੇ ਮੈਂਬਰ ਦੱਸਣ, ਠੀਕ ਭਾਸ਼ਾ 'ਚ ਦੱਸਿਓ, ਸ਼ਲੀਨ ਭਾਸ਼ਾ 'ਚ ਦੱਸਿਓ, ਹੱਦਾਂ ਬੰਨੇ ਨਾ ਟੱਪਿਓ ਕਿ ਦੋਵਾਂ ਵੱਡੀਆਂ ਪਾਰਟੀਆਂ ਦੇ ਇਹਨਾਂ ਦੋਵਾਂ ਲੀਡਰਾਂ ਤੋਂ ਤੁਹਾਨੂੰ ਆਸਾਂ ਕਿੰਨੀਆਂ ਕੁ ਨੇ। ਬਾਟ ਸਾਹਿਬ, ਸਭ ਤੋਂ ਪਹਿਲਾਂ ਨਾ ਦੁਨੀਆ ਦੀ ਰਾਜਨੀਤੀ ਬਦਲ ਰਹੀ ਹੈ, ਲੋਕਾਂ ਦੀਆਂ ਸੋਚਾਂ ਵੀ ਬਦਲ ਰਹੀਆਂ ਨੇ ਜੀ। ਸੋ ਮੈਂ ਇੱਕ ਗੱਲ ਇੱਥੇ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਪਹਿਲਾ ਅਸੀਂ ਅਮਰੀਕਾ ਦੀ ਰਾਜਨੀਤੀ ਨੂੰ ਪੜ੍ਹੀਏ। ਅਮਰੀਕਾ ਦੀ ਰਾਜਨੀਤੀ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਵਿਧੀ ਵਿਧਾਨ ਨਹੀਂ ਸੀ, ਸੰਵਿਧਾਨ ਇਸ ਗੱਲ ਦੀ ਕੋਈ ਆਗਿਆ ਨਹੀਂ ਸੀ ਦਿੰਦਾ, ਬਸ ਸੰਵਿਧਾਨ ਇੱਕ ਚੁੱਪ ਸੀ ਕਿ ਇੱਕ ਵਾਰੀ ਵਿਅਕਤੀ ਜਿਹੜਾ ਰਾਸ਼ਟਰਪਤੀ ਬਣਿਆ ਉਹ ਕਿੰਨੀ ਦੇਰ ਤੱਕ ਰਾਸ਼ਟਰਪਤੀ ਬਣਿਆ ਰਹਿ ਸਕਦਾ ਤੇ ਕਿੰਨੀਆਂ ਚੋਣਾਂ ਲੜ ਸਕਦਾ ਜੀ। ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਸਿਰਫ 4 ਸਾਲਾਂ ਵਾਸਤੇ ਹੁੰਦੀ ਹੈ। 4 ਸਾਲਾਂ ਤੋਂ ਬਾਅਦ ਅਗਲੀ ਟਰਮ ਦੀ ਸ਼ੁਰੂਆਤ ਹੁੰਦੀ ਹੈ ਤੇ ਦੁਬਾਰਾ ਉਹ ਵਿਅਕਤੀ ਚੋਣ ਲੜ ਸਕਦਾ। ਪਰ ਉੱਥੇ ਇਸ ਗੱਲ ਤੇ ਸੰਵਿਧਾਨ ਚੁੱਪ ਸੀ ਕਿ ਇੱਕ ਵਿਅਕਤੀ ਜਿਹੜਾ ਇੱਕ ਵਾਰ ਰਾਸ਼ਟਰਪਤੀ ਚੁਣਿਆ ਗਿਆ ਉਹ ਕਿੰਨੀ ਵਾਰੀ ਰਾਸ਼ਟਰਪਤੀ ਬਣ ਸਕਦਾ। ਪਰ ਬਾਰੇ ਜਾਈਏ ਬਲਿਹਾਰੇ ਜਾਈਏ ਅਮਰੀਕੀ ਲੋਕਾਂ ਦੀ ਸੋਚ ਦੇ, ਅਮਰੀਕਾ ਦੇ ਰਾਸ਼ਟਰਪਤੀ ਬਣਨ ਵਾਲਿਆਂ ਦੇ, ਉਹਨਾਂ ਨੇ ਇੱਕ ਕਸਟਮ, ਇੱਕ ਧਾਰਨਾ ਸੈੱਟ ਕਰਕੇ ਰੱਖ ਦਿੱਤੀ ਕਿ 2 ਪਾਰੀਆਂ ਤੋਂ ਵੱਧ ਕੋਈ ਵੀ ਵਿਅਕਤੀ ਰਾਸ਼ਟਰਪਤੀ ਦੀ ਚੋਣ ਲੜ ਨਹੀਂ ਸਕੇਗਾ। ਹਰੇਕ ਵਿਅਕਤੀ 2 ਟਰਮਾਂ ਆਪਣੀ ਸਰਪੰਚੀ ਕਰਦਾ, ਉੱਥੋਂ ਦੀ ਪ੍ਰਧਾਨਗੀ ਕਰਦਾ, ਰਾਸ਼ਟਰਪਤੀਸ਼ਿਪ ਆਪਣੇ ਕੋਲ ਰੱਖਦਾ। ਉਹਦੇ ਤੋਂ ਬਾਅਦ ਉਹ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਕਹਿੰਦਾ ਕਿ ਭਾਈ ਜੇ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਹੈ, ਡੈਮੋਕ੍ਰੇਟ ਵਾਲਿਆਂ ਦਾ ਪਾਰਟੀ ਦਾ ਕੋਈ ਰਾਸ਼ਟਰਪਤੀ ਹੈ, ਕਿ ਭਾਈ ਹੁਣ ਹੋਰ ਨੁਮਾਇੰਦਾ ਆਵੇ। ਪਹਿਲਾਂ ਉਹ ਲੋਕਾਂ ਦੇ ਵਿੱਚੋਂ ਆਪਣੀ ਨੁਮਾਇੰਦਗੀ ਲਵੇ, ਨੋਮੀਨੇਸ਼ਨ ਜਿੱਤੇ ਤੇ ਫਿਰ ਚੋਣ ਲੜੇ। ਬਾਅਦ ਦੇ ਵਿੱਚ ਕੀ ਹੋਇਆ, ਉਹਨਾਂ ਨੇ ਦੇਖਿਆ ਕਿ ਜਦੋਂ ਇਹ ਇੱਕ ਕਸਟਮ ਬਣ ਚੁੱਕਾ ਹੈ ਅਮਰੀਕਾ ਦੇ ਵਿੱਚ, ਉਹਨਾਂ ਨੇ ਸੰਵਿਧਾਨ ਦੇ ਵਿੱਚ ਇਹ ਮੱਦ ਫਿਰ ਦਰਜ ਕਰ ਦਿੱਤੀ ਕਿ ਕੋਈ ਵੀ ਵਿਅਕਤੀ ਵਿਸ਼ੇਸ਼ 2 ਵਾਰੀਆਂ ਤੋਂ ਵੱਧ, ਕੋਈ ਵੀ ਵਿਅਕਤੀ ਜਿਹਨੇ 2 ਪਾਰੀਆਂ ਖੇਡ ਲਈਆਂ, ਤੀਜੀ ਵਾਰੀ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਪਰ ਸਾਡੇ ਬਾਟ ਸਾਹਿਬ ਇਸ ਤਰ੍ਹਾਂ ਦਾ ਕੋਈ ਵਿਧੀ ਵਿਧਾਨ ਨਹੀਂ। ਇੱਕ ਵਿਅਕਤੀ ਜੇ 1965 ਦਾ ਬਣ ਗਿਆ, 70 'ਚ ਬਣ ਗਿਆ, 75 'ਚ ਬਣ ਗਿਆ, ਜਦੋਂ ਵੀ ਬਣ ਗਿਆ, ਉਹ 10 ਵਾਰੀ ਬਣ ਜੇ, 5 ਵਾਰੀ ਬਣ ਜੇ, ਆਪਾਂ ਸੁਣਦੀਆਂ ਕਿ 5 ਵਾਰੀ ਦਾ ਮੁੱਖ ਮੰਤਰੀ, 7 ਵਾਰੀ ਦਾ ਮੁੱਖ ਮੰਤਰੀ, 40 ਸਾਲ ਉਹ ਰਾਜ ਕਰੀ ਜਾਂਦੇ ਨੇ। ਪਰ ਭਾਵੇਂ ਉਹਨੂੰ ਚੱਕ ਕੇ 2 ਬੰਦੇ ਲੈ ਕੇ ਜਾਣ, ਹੁਣ ਜਿਹੜਾ ਵਿਅਕਤੀ ਆਪਦਾ ਸਰੀਰ ਨਹੀਂ ਚੁੱਕ ਸਕਦਾ ਉਹ ਪੰਜਾਬ ਦਾ ਵਜਨ ਚੁੱਕੀ ਫਿਰਦਾ ਜੀ। ਇਸੇ ਤਰੀਕੇ ਨਾਲ ਆਪਾਂ ਆਮ ਤੌਰ ਤੇ ਕਹਿ ਦਿੰਦੇ ਘਰ ਵਿੱਚ ਕੋਈ ਸਿਆਣਾ ਹੋ ਗਿਆ, ਭਾਈ ਇਹਦੀ ਸੇਵਾ ਤਾਂ ਜ਼ਰੂਰ ਕਰੋ। ਪਰ ਆਮ ਜਿਹੀ ਹੋਈ ਗੱਲ ਆ ਕਿ ਭਾਈ ਹੁਣ ਜ਼ਮਾਨਾ ਬਹੁਤ ਬਦਲ ਚੁੱਕਿਆ, ਨਵੀਂ ਸੋਚ ਨੂੰ ਅੱਗੇ ਲੈ ਕੇ ਆਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੋਈ ਸਿਆਣਾ ਵਿਅਕਤੀ ਹੈ, ਤਜਰਬਾ ਤਾਂ ਉਹਦੇ ਕੋਲ ਜ਼ਰੂਰ ਵੱਧ ਹੋ ਸਕਦਾ, ਤਜਰਬੇ ਦੇ ਵਿੱਚੋਂ ਤਾਂ ਆਪਾਂ ਨੂੰ ਗੱਲਾਂ ਬਹੁਤ ਉਹ ਦੱਸ ਸਕਦਾ, ਉਹਦੇ ਤਜਰਬੇ ਦਾ ਫਾਇਦਾ ਵੀ ਲੈਣਾ ਚਾਹੀਦਾ। ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਵਿਅਕਤੀ ਪਹਿਲੀ ਵਾਰੀ ਚੋਣ ਜਿੱਤਿਆ, ਦੂਸਰੀ ਵਾਰੀ ਚੋਣ ਜਿੱਤਿਆ, ਕਿ ਉਹਦੇ ਕੋਲ ਵਿਜ਼ਨ ਨਹੀਂ ਹੋ ਸਕਦਾ। ਮੈਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਥੇ ਜ਼ਿਕਰ ਕਰਨਾ ਚਾਹੁੰਦਾ। ਲਗਭਗ 42-43 ਸਾਲਾਂ ਦਾ ਉਹ ਨੌਜਵਾਨ ਜੀ, ਜਿਸ ਨੇ ਦੂਸਰੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ, ਪਾਰਟੀ ਪ੍ਰਧਾਨ ਬਣਿਆ ਤੇ ਪ੍ਰਧਾਨ ਮੰਤਰੀ ਬਣ ਗਿਆ। ਜਦੋਂ ਉਹਨਾਂ ਨੇ ਮੰਤਰੀ ਮੰਡਲ ਚੁਣਿਆ ਜੀ, ਭਾਵੇਂ ਹਰਜੀਤ ਸਿੰਘ ਸੱਜਣ ਸੀ, ਭਾਵੇਂ ਹੋਰ ਬਹੁਤ ਸਾਰੇ ਉਹਨਾਂ ਨੇ ਵਜ਼ੀਰੀਆਂ ਦਿੱਤੀਆਂ, ਪਹਿਲੀ ਗੱਲ ਤਾਂ ਉਹਨੇ 50-50 ਰੱਖਿਆ ਕਿ ਅੱਧੇ ਮਰਦ ਤੇ ਅੱਧੀਆਂ ਔਰਤਾਂ। ਉਹਨਾਂ ਵਿੱਚੋਂ 50% ਤੋਂ ਜ਼ਿਆਦਾ ਉਹ ਲੋਕ ਸੀ ਜਿਹੜੇ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ। ਪਿਛਲੀ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਚਲਾਈ ਤੇ ਹੁਣ ਫੇਰ ਚੱਲ ਰਹੀ ਹੈ। ਇਹਦਾ ਮਤਲਬ ਇੱਕ ਧਾਰਨਾ ਤੇ ਰੱਦ ਹੋ ਗਈ ਨਾ ਕਿ ਜੇ ਪਹਿਲੀ ਵਾਰੀ ਬਣਨ ਵਾਲਾ ਵਿਅਕਤੀ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਪਹਿਲੀ ਵਾਰੀ ਚੋਣ ਲੜਨ ਵਾਲਾ ਵਿਅਕਤੀ ਵਜ਼ੀਰ ਨਹੀਂ ਬਣ ਸਕਦਾ। ਤੁਸੀਂ ਜ਼ਿਕਰ ਕੀਤਾ ਨਵਜੋਤ ਸਿੱਧੂ ਦਾ, ਨਵਜੋਤ ਸਿੱਧੂ ਹੋਵੇ, ਮਨਪ੍ਰੀਤ ਬਾਦਲ ਹੋਵੇ, ਲਾਲ ਸਿੰਘ ਦਾ ਅੱਗੇ ਵੀ ਜ਼ਿਕਰ ਹਮੇਸ਼ਾ ਚੱਲਦਾ, ਬੀਬੀ ਰਜਿੰਦਰ ਕੌਰ ਭੱਠਲ ਦਾ ਜ਼ਿਕਰ ਹਰ ਵਾਰੀ ਚੱਲਦਾ। ਪਰ ਸਾਡੇ ਉੱਥੇ ਸਿਆਸਤ ਦੇ ਵਿੱਚ ਜਿਹੜਾ ਸਭ ਤੋਂ ਮਾੜੀ ਬਲਾ ਜਾਂ ਪੱਤਾ ਖੇਡਿਆ ਜਾਂਦਾ ਜੀ, ਉਹ ਇਹ ਹੈ ਜੀ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਵੀ ਲੈ ਕੇ ਆਉਣਾ ਕਿਸੇ ਨੂੰ, ਉਹ ਰੁੱਸ ਜਾਣਗੇ ਜੀ। ਕਈ ਵਾਰੀ ਸ਼ਮਸ਼ੇਰ ਸਿੰਘ ਦੂਲੋਹਰਾ ਦਾ ਨੰਬਰ ਇਸੇ ਕਰਕੇ ਗੁਣੀਆਂ ਪੈਂਦਾ ਰਿਹਾ। ਸੋ ਜਦੋਂ ਰਾਜਨੀਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੱਤਾ ਖੇਡਣਾ ਹੋਵੇ, ਭਾਵੇਂ ਕੋਈ ਕੇਂਦਰੀ ਪਾਰਟੀ ਹੈ, ਭਾਵੇਂ ਕੋਈ ਖੇਤਰੀ ਪਾਰਟੀ ਹੈ, ਉਹ ਇਹ ਜਿਹੜਾ ਜਾਤ ਪਾਤ ਵਾਲਾ ਪੱਤਾ ਵੋਟਾਂ ਲੈਣ ਵੇਲੇ ਵੀ ਖੇਡਦੇ ਨੇ, ਵਜ਼ੀਰੀਆਂ ਦੇਣ ਵੇਲੇ ਵੀ ਖੇਡਦੇ ਨੇ, ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਇਸ ਤਰੀਕੇ ਨਾਲ ਖੇਡਿਆ ਜਾਂਦਾ ਕਿ ਉਹ ਸੂਬਾ ਜਾਂ ਉਹ ਮੁਲਕ ਭਾਵੇਂ ਢੱਠੇ ਖੁੱਝ ਜਾਵੇ। ਇਸੇ ਤਰੀਕੇ ਨਾਲ ਆਪਾਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਹ 2 ਦਾ ਤਾਂ ਤੁਸੀਂ ਜ਼ਿਕਰ ਕਰ ਦਿੱਤਾ ਜੀ। ਪਹਿਲੀ ਗੱਲ ਤਾਂ ਦੇਖੋ, ਪਹਿਲਾਂ ਉਹ MLA ਜਿੱਤੇ, MLAਸ਼ਿਪ ਛੱਡੀ, ਫਿਰ ਉਹ ਸੰਸਦ ਮੈਂਬਰ ਬਣ ਗਏ, ਫਿਰ ਉਹ ਛੱਡਣਗੇ। ਤੀਜੀ ਵਾਰੀ ਚੋਣਾਂ ਦਾ ਵਜ਼ਨ ਆਮ ਲੋਕਾਂ ਤੇ ਪੈਣਾ। ਇਹਨਾਂ ਤੋਂ ਇਲਾਵਾ ਕੀ ਤੁਹਾਨੂੰ ਭਗਵੰਤ ਮਾਨ ਲੱਗਦਾ ਕਿ ਪੰਜਾਬ ਦੀ ਵਧੀਆ ਵਾਗਡੋਰ ਸੰਭਲੂ? ਕੀ ਸੁਖਪਾਲ ਸਿੰਘ ਖਹਿਰਾ ਲੱਗਦੇ ਨੇ, ਨਵਜੋਤ ਸਿੱਧੂ ਲੱਗਦੇ ਨੇ, ਮਨਪ੍ਰੀਤ ਬਾਦਲ ਲੱਗਦੇ ਨੇ,
ਕੈਪਟਨ ਅਮਰਿੰਦਰ ਸਿੰਘ ਲੱਗਦੇ ਨੇ, ਸੁਖਬੀਰ ਸਿੰਘ ਬਾਦਲ ਲੱਗਦੇ ਨੇ, ਪ੍ਰਕਾਸ਼ ਸਿੰਘ ਬਾਦਲ ਲੱਗਦੇ ਨੇ, ਮਜੀਠੀਆ ਸਾਹਿਬ ਲੱਗਦੇ ਨੇ, ਜਾਂ ਫਿਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਨਹੀਂ ਲੱਗਦਾ? ਕਿਉਂਕਿ ਬੀਤੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੌਲਾ ਇਸੇ ਕਰਕੇ ਪਿਆ ਜੀ। ਬਹੁਤਿਆਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਲਾਇਕ ਹੈ, ਕਈਆਂ ਨੂੰ ਲੱਗਦਾ ਸੀ ਕਿ ਨਹੀਂ, ਭਗਵੰਤ ਮਾਨ ਦੇ ਵਿੱਚ ਉਹ ਕਪੈਸਿਟੀ ਹੈ ਨਹੀਂ। ਤੁਸੀਂ ਵੀ ਟਿੱਪਣੀਆਂ ਲਿਖਦੇ ਹੋ ਕਿ ਤੁਹਾਨੂੰ ਕਿਹੜਾ ਲੱਗਦਾ ਹੈ ਕਿ ਪੰਜਾਬ ਦੀ ਅਸਲੀ ਵਾਗਡੋਰ ਜੇ ਸਾਂਭ ਸਕਦਾ ਤਾਂ ਕੌਣ ਸਾਂਭ ਸਕਦਾ? ਬੈਨੀਪਾਲ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀ USA ਦੇ ਸੰਵਿਧਾਨ ਦਾ ਜੀ ਕਿ ਲਿਖਤੀ ਅੱਜ ਨਹੀਂ। ਮੈਨੂੰ ਐਂ ਲੱਗਦਾ ਹੁੰਦਾ ਕਿ ਇਹ ਇੱਕ ਪਰਦਾ ਜੀ, ਆਮ ਤੌਰ ਦੇ ਉੱਤੇ ਵਿਆਹ ਦੇ ਵਿੱਚ ਬੈਠੇ ਹੋਈਏ, ਕੁਰਸੀਆਂ ਲੱਗੀਆਂ ਹੁੰਦੀਆਂ ਜੀ, ਕੁਰਸੀਆਂ ਲੱਗੀਆਂ ਹੁੰਦੀਆਂ, ਤੁਸੀਂ ਬੈਠੇ ਆ, ਜੇ ਮੂਹਰਿਓਂ ਬਜ਼ੁਰਗ ਮਾਮਾ ਆ ਗਿਆ, ਮਾਸੜ ਆ ਗਿਆ, ਫੁੱਫੜ ਆ ਗਿਆ, ਤੇ ਕਿਤੇ ਲਿਖਿਆ ਨਹੀਂ ਕਿ ਤੁਸੀਂ ਕੁਰਸੀ ਉਹਨੂੰ ਛੱਡਣੀ ਆ। ਉਹ ਸਿਰਫ ਤੇ ਸਿਰਫ ਇੱਕ ਸਤਿਕਾਰ ਹੈ, ਇੱਕ ਰਿਸਪੈਕਟ ਹੈ। ਸਾਨੂੰ ਪਤਾ ਹੈ ਕਿ ਗੱਲ ਕਿੱਧਰਲੇ ਪਾਸੇ ਨੂੰ ਤੁਰਨੀ ਹੈ, ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ। ਅਸੀਂ ਉੱਠਦੇ ਵੀ ਹਾਂ, ਕੁਰਸੀ ਉਹਨਾਂ ਦੇ ਲਈ ਛੱਡਦੇ ਵੀ ਹਾਂ, ਤੇ ਕੁਰਸੀ ਜਦੋਂ ਉਹਨਾਂ ਦੇ ਲਈ ਛੱਡਦੇ ਆ ਨਾਲ ਗੋਡੀ ਹੱਥ ਵੀ ਲਾਉਨੇ ਆ। ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਇਹ ਵੀ ਕਹਿੰਦੇ ਆ ਜੀ ਪਾਣੀ ਲਿਆਵਾਂ, ਗਰਮਾ ਗਰਮ ਚਾਹ ਲਿਆਵਾਂ, ਤੁਸੀਂ ਇੱਥੇ ਬੈਠੋ, ਮੈਂ ਪਲੇਟ ਦੇ ਵਿੱਚ ਪਕੌੜੇ ਤੁਹਾਡੇ ਲਈ ਪਾ ਕੇ ਲੈ ਆਉਣਾ। ਉਹ ਕਾਹਦੇ ਲਈ? ਨਾ ਤਾਂ ਉਹਨਾਂ ਨੇ ਤੁਹਾਨੂੰ ਤਨਖਾਹ ਦੇਣੀ ਆ, ਨਾ ਉਹਨਾਂ ਨੇ ਤੁਹਾਨੂੰ ਪੈਸੇ ਦੇਣੇ ਆ, ਨਾ ਉਹ ਡੰਡਾ ਮਾਰ ਕੇ ਕਹਿ ਸਕਦੇ ਆ ਕਿ ਪਈਆ ਕੁਰਸੀ ਛੱਡ, ਤੂੰ ਕੁਰਸੀ ਛੱਡੀ ਕਿਉਂ ਨਹੀਂ। ਇਦਾਂ ਦਾ ਸਤਿਕਾਰ, ਇਦਾਂ ਦਾ ਇੱਕ ਪਰਦਾ ਸਾਡੀ ਲੀਡਰਸ਼ਿਪ ਨੂੰ ਬਿਲਕੁਲ ਰੱਖਣਾ ਚਾਹੀਦਾ, ਕਿਉਂਕਿ ਜਿਹਨੇ ਕੰਮ ਕਰਨਾ ਉਹਨੇ 5 ਜਾਂ 10 ਸਾਲਾਂ ਦੇ ਵਿੱਚ ਕਰਕੇ ਵਿਖਾ ਦੇਣਾ। ਜਿਹਨੇ ਨਹੀਂ ਕਰਨਾ ਭਾਵੇਂ 45 ਸਾਲ ਚਿੰਬੜਿਆ ਰਹੇ। 22-23 ਸਾਲ ਪਹਿਲਾਂ ਪੰਜਾਬ ਦੀ ਇੱਕ ਵਾਰੀ ਵਿਧਾਨ ਸਭਾ ਦੀ ਚੋਣ ਹੋਈ। ਆਦਮਪੁਰ ਵਿਧਾਨ ਸਭਾ ਹਲਕਾ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ। ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਉਦੋਂ ਇੱਕ ਸਿਆਸੀ ਪਾਰਟੀ ਨੇ ਬਜ਼ੁਰਗ ਲੀਡਰ ਨੂੰ ਟਿਕਟ ਦੇ ਦਿੱਤੀ। ਬਜ਼ੁਰਗ ਲੀਡਰ ਨੂੰ ਟਿਕਟ ਦਿੱਤੀ ਤੇ ਉਹ ਬਜ਼ੁਰਗ ਲੀਡਰ ਕਈ ਵਾਰੀ ਦਾ ਕੈਬਨਿਟ ਮੰਤਰੀ ਵੀ ਰਹਿ ਚੁੱਕਿਆ ਸੀ। ਵਿਰੋਧੀਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਜੀ ਬਜ਼ੁਰਗ ਤਾਂ ਇਹ ਬਿਮਾਰ ਰਹਿੰਦੇ ਆ, ਇਹਨਾਂ ਤੋਂ 5 ਸਾਲ ਕਿੱਥੇ ਪੂਰੇ ਕਰ ਹੋਣੇ ਆ, ਜ਼ਿਮਨੀ ਚੋਣ ਫੇਰ ਆ ਜਾਣੀ ਆ, ਤੁਹਾਡੇ ਕੰਮ ਧੰਦੇ ਰੁਕ ਜਾਣੇ ਆ, ਇਹ ਤਾਂ ਬਿਮਾਰ ਰਹਿੰਦੇ। ਉਹ ਬਜ਼ੁਰਗ ਲੀਡਰ ਜਦੋਂ ਪ੍ਰਚਾਰ ਆਇਆ ਕਰਨ ਉਹ ਕਹਿੰਦੇ ਲੈ ਮੈਂ ਅਜੇ ਤਕੜਾ ਹੈ, ਮੈਂ ਅਜੇ 20 ਸਾਲ ਨਹੀਂ ਕਿਤੇ ਜਾਂਦਾ, ਗੱਲ ਕਿਹੜੀ ਹੈ, ਤੁਸੀਂ ਮੈਨੂੰ ਵੋਟਾਂ ਪਾਓ, ਜਿਤਾਓ। ਉਹ ਬਜ਼ੁਰਗ ਲੀਡਰ ਚੋਣ ਜਿੱਤ ਗਏ, ਕੈਬਨਿਟ ਮੰਤਰੀ ਦੀ ਸਹੁੰ ਚੁੱਕ ਲਈ ਤੇ ਸਾਲ 2 ਨਹੀਂ ਕੱਢੇ। ਮੁੜ ਕੇ ਜ਼ਿਮਨੀ ਚੋਣ ਹੋਈ। ਉਸੇ ਜ਼ਿਮਨੀ ਚੋਣ ਦੇ ਵਿੱਚ ਕਮਲਜੀਤ ਸਿੰਘ ਲਾਲੀ ਕਾਂਗਰਸ ਪਾਰਟੀ ਦਾ ਉਮੀਦਵਾਰ 6 ਵੋਟਾਂ ਦੇ ਫਰਕ ਦੇ ਨਾਲ ਜਿੱਤਿਆ ਸੀ। ਹੁਣ ਰੌਲਾ ਇਹ ਨਹੀਂ, ਉਸ ਪਰਿਵਾਰ ਦਾ ਇੱਕ ਜੀ ਚਲਿਆ ਗਿਆ, ਪਰ ਸਾਨੂੰ ਆਪਣੀ ਸੀਮਾ ਰੇਖਾ ਨਿਰਧਾਰਿਤ ਕਰਨੀ ਚਾਹੀਦੀ ਹੈ, ਕਿਉਂਕਿ ਜੇ ਉਹ ਪਹਿਲਾਂ ਵੀ ਕਈ ਵਾਰ ਮੰਤਰੀ ਬਣ ਗਿਆ ਸੀ, ਵਿਧਾਇਕ ਬਣ ਗਿਆ ਸੀ, ਤਾਂ ਜੇ ਉਹਨਾਂ ਨੇ ਕੰਮ ਕਰਕੇ ਦਿਖਾਉਣਾ ਹੁੰਦਾ ਤਾਂ ਉਦੋਂ ਦਿਖਾਉਂਦੇ। ਅੱਜ ਵੀ ਕਈ ਲੀਡਰ ਕਈ ਟਰਮਾਂ ਦੇ ਬਣ ਗਏ, ਉਹਦੇ ਤੋਂ ਬਾਅਦ ਵੀ ਜਾਂਦੇ ਨਹੀਂ। ਚਲੋ ਸੰਵਿਧਾਨ ਹੱਕ ਦਿੰਦਾ ਹੈ। ਇੱਕ ਗੱਲ ਮੈਂ ਇੱਥੇ ਹੋਰ ਕਰਦੇ ਹਾਂ, ਤੁਸੀਂ ਟਿੱਪਣੀ ਇਹ ਵੀ ਲਿਖਿਓ, ਇੱਕ ਮੁਲਕ ਦੇ ਸੰਵਿਧਾਨ ਦੇ ਬਾਰੇ ਕਿਹਾ ਜਾਂਦਾ ਉਹ ਪ੍ਰਥਾਵਾਂ ਦੇ ਆਧਾਰ ਤੇ ਚੱਲਦਾ ਹੈ। ਜਾਨੀ ਬਹੁਤੀਆਂ ਚੀਜ਼ਾਂ ਲਿਖਤੀ ਨਹੀਂ ਪਰ ਪ੍ਰਥਾ ਚੱਲੀ ਹੋ ਆ, ਤੇ ਜਦੋਂ ਪ੍ਰਥਾ ਚੱਲੀ ਹੋ ਆ ਉਹਦੇ ਆਧਾਰ ਦੇ ਉੱਤੇ ਲੀਡਰ ਮੰਨ ਲੈਂਦੇ ਆ ਕਿ ਭਾਈ ਆਹ ਗੱਲ ਅਸੀਂ ਕਰਨੀ ਆ ਤੇ ਆਹ ਨਹੀਂ ਕਰਨੀ। ਜੇ ਇੱਕ ਮੁਲਕ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖਤੀ ਵੀ ਨਹੀਂ ਉਹ ਵੀ ਮੰਨ ਲਈਆਂ ਜਾਂਦੀਆਂ, ਤੇ ਸਾਡੇ ਇੱਥੇ ਲਿਖਤੀ ਚੀਜ਼ਾਂ ਦੇ ਵਿੱਚੋਂ ਵੀ ਬੈਨੀਪਾਲ ਸਾਹਿਬ ਕਮੀਆਂ ਬੇਸ਼ੀਆਂ ਕਮਜ਼ੋਰੀਆਂ ਕੱਢੀਆਂ ਜਾਂਦੀਆਂ। ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਬਿਨਾਂ ਬਾਕੀ ਲੀਡਰਾਂ ਦੇ ਬਾਰੇ ਦਰਸ਼ਕਾਂ ਦੇ ਪਰਿਵਾਰ ਤੋਂ ਪੁੱਛਿਆ ਟਿੱਪਣੀਆਂ ਆਉਣ ਲੱਗ ਗਈਆਂ। ਪਰ ਜੇ ਆਪਾਂ ਦੇਖੀਏ ਕਿ ਸਾਡੇ ਕੋਲੇ ਸਕੋਪ ਕਿੰਨਾ ਕਾ, ਸਾਡੇ ਕੋਲੇ ਬਦਲ ਕਿੰਨੇ ਕਾ, ਸਾਡੇ ਕੋਲੇ ਪਾਰਟੀਆਂ ਕਿੰਨੀਆਂ ਕਾ, ਆਪਾਂ ਬਹੁਜਨ ਸਮਾਜ ਪਾਰਟੀ ਤੋਂ ਸ਼ੁਰੂ ਕਰ ਲੈਂਦੇ ਹਾਂ। ਬਹੁਜਨ ਸਮਾਜ ਪਾਰਟੀ ਦੇ ਕੋਲੇ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਕੋਈ ਸੀਟ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹ ਸਰਗਰਮੀ ਨਹੀਂ ਕਰਦੇ, ਉਹ ਕੰਮ ਨਹੀਂ ਕਰਦੇ, ਪਰ ਇਸ ਵੇਲੇ ਸਿਆਸੀ ਤੌਰ ਤੇ ਵਜਨ ਥੋੜਾ ਹੈ, ਵਜਨ ਹਲਕਾ ਹੈ। ਕੋਈ ਇਸ ਤਰ੍ਹਾਂ ਦੀ ਆਸ ਨਹੀਂ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਾਸੇ ਲੱਗਣ। ਜਸਵੀਰ ਸਿੰਘ ਗੜੀ ਨੂੰ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ, ਯਤਨ ਕਰ ਰਹੇ ਨੇ, ਪਰ ਇਹਨਾਂ ਯਤਨਾਂ ਦੇ ਵਿੱਚੋਂ ਅਜੇ ਤੱਕ ਇਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਰਾਣੀ ਸਿਆਸੀ ਪਾਰਟੀ ਹੈ, ਇੱਕ ਵਾਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਵੋਟਾਂ ਵੀ ਪਾਈਆਂ ਸੀ, ਪਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾ ਯੂਨਾਈਟਿਡ ਅਕਾਲੀ ਦਲ ਅਜੇ ਇੰਨੇ ਜੋਗੇ ਨਹੀਂ ਲੱਗਦੇ ਕਿ ਉਹ ਮੁੱਖ ਧਾਰਾ ਦੇ ਵਿੱਚ ਆ ਕੇ ਕੋਈ ਦਾਅਵਾ ਜਿਹੜਾ ਉਹ ਕਰ ਸਕਣ। ਉਹਦੇ ਤੋਂ ਬਾਅਦ ਜਿਹੜੀ ਇੱਕ ਨਵੀਂ ਪਾਰਟੀ ਬਣੀ ਹੈ, ਉਹ ਨਵੀਂ ਪਾਰਟੀ ਬਣੀ ਹੈ ਅਕਾਲੀ ਦਲ ਟਕਸਾਲੀ, ਜਿਹਦੇ ਵਿੱਚ ਸੇਖਵਾਂ ਸਾਹਿਬ, ਬ੍ਰਹਮਪੁਰਾ ਸਾਹਿਬ, ਰਤਨ ਸਿੰਘ ਅਜਨਾਲਾ ਸਾਹਿਬ ਸਾਰੇ ਬੰਦੇ ਨੇ। ਹੁਣ ਉਹਨਾਂ ਨੇ ਚੋਣਾਂ ਲੜ ਕੇ ਵੇਖ ਲਈਆਂ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੁਝ ਕੀਤਾ, ਕਈ ਹਲਕਿਆਂ ਤੋਂ ਬੰਦੇ ਖੜੇ ਕੀਤੇ। ਕੋਈ ਬੰਦਾ ਸੰਗਰੂਰ ਵਾਲਾ ਜਿਹੜਾ ਉਹ ਕਾਗਜ਼ ਦਾਖਲ ਕਰਨ ਹੀ ਨਹੀਂ ਆਇਆ ਕਿ ਭਾਈ ਮੈਂ ਬਿਮਾਰ ਠਮਾਰ ਹੋ ਗਿਆ, ਕੋਈ ਬੰਦਾ ਕਿਸੇ ਪਾਸੇ ਚਲੇ ਗਿਆ। ਤੇ ਜੇ ਵੀਰ ਦਵਿੰਦਰ ਸਿੰਘ ਹੋਰਾਂ ਨੂੰ, ਸਿਆਣੇ ਬੰਦੇ ਨੇ, ਵਧੀਆ ਲਿਖਦੇ ਨੇ, ਟਿਕਟ ਦਿੱਤੀ, ਵੋਟਾਂ 10,000 ਪਈਆਂ, ਜਦ ਕਿ 16-17 ਲੱਖ ਵੋਟਰ ਨੇ ਉਸ ਹਲਕੇ ਦੇ ਵਿੱਚ। ਤੇ ਇਸ ਵੇਲੇ ਪ੍ਰੈਸ ਕਾਨਫਰੰਸਾਂ ਤੋਂ ਬਿਨਾਂ, ਆਪਣਾ ਢਾਂਚਾ ਬਣਾਉਣ ਤੋਂ ਬਿਨਾਂ ਕੋਈ ਖਾਸ ਸਰਗਰਮੀ ਜਿਹੜੀ ਹੈ ਅਕਾਲੀ ਦਲ ਟਕਸਾਲੀ ਦੀ ਨਹੀਂ ਜਾਪਦੀ। ਇਸ ਕਰਕੇ ਜੇ ਉਹ ਭਲਕ ਨੂੰ ਕਹਿਣ ਕਿ ਅਸੀਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਅੱਗੇ ਲਾ ਲੈਣਾ ਹੈ, ਅਸੀਂ ਫਲਾਨੀ ਪਾਰਟੀ ਦੇ ਨਾਲ ਸਮਝੌਤਾ ਕਰ ਲੈਣਾ ਹੈ, ਅਸੀਂ ਹਮਖਿਆਲੀ ਪਾਰਟੀਆਂ ਦੇ ਨਾਲ ਰਲ ਕੇ ਅਗਲੇ ਪਾਸੇ ਨੂੰ ਤੁਰਨਾ ਹੈ, ਤਾਂ ਕੋਈ ਹਾਲ ਦੀ ਘੜੀ ਆਸ, ਉਮੀਦ, ਸੰਭਾਵਨਾ ਨਹੀਂ ਜਾਪਦੀ
ਕਿ ਅਕਾਲੀ ਦਲ ਟਕਸਾਲੀ ਵੀ ਮੁੱਖ ਧਾਰਾ ਦੇ ਵਿੱਚ ਆ ਜਾਏ। ਉਹਦੇ ਤੋਂ ਆਪਾਂ ਅੱਗੇ ਚੱਲਦੇ ਹਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਕੋਲੇ। ਉਹਨਾਂ ਦੀ ਪਾਰਟੀ ਜਿਹੜੀ ਹੈ ਸਾਰੇ ਜਣੇ ਜਾਣਦੇ ਆ ਕਿ ਉਹਨਾਂ ਦੀ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਵੀ ਸਮਝੌਤਾ ਕੀਤਾ, ਕੁਝ ਹੋਰ ਧਿਰਾਂ ਨਾਲ ਵੀ ਰਲ ਕੇ ਚੱਲਦੇ ਆ। ਹੁਣ ਲੋਕ ਇਨਸਾਫ ਪਾਰਟੀ ਇਕੱਲੀ ਲੜਦੀ ਹੈ ਜਾਂ ਦੂਸਰੇ ਪਾਸੇ ਪੰਜਾਬ ਦੇ 3-4 ਜ਼ਿਲ੍ਹਿਆਂ ਤੋਂ ਬਿਨਾਂ ਉਹਨਾਂ ਦੀ ਬਹੁਤੀ ਹਾਜ਼ਰੀ ਨਹੀਂ, ਕਿਸੇ ਹੋਰ ਧਿਰ ਦੇ ਨਾਲ ਰਲ ਕੇ ਮੁਕਾਬਲਾ ਤਾਂ ਦੇ ਸਕਦੇ ਆ, ਪਰ ਮੁੱਖ ਮੰਤਰੀ ਉਪ ਮੁੱਖ ਮੰਤਰੀ ਵਜ਼ੀਰੀਆਂ ਦੀ ਦੌੜ ਤੋਂ ਅਜੇ ਤੱਕ ਉਹ ਬਾਹਰ ਨੇ। ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਕੁਝ ਇੱਕ ਸਾਥੀ, ਠੀਕ ਹੈ, ਉਹਨਾਂ ਨੇ ਪਾਰਟੀ ਬਣਾਈ, ਪਾਰਟੀ ਬਣਾ ਕੇ ਪੰਜਾਬ ਦੇ ਹਿੱਤਾਂ ਦੇ ਲਈ ਉਹ ਬੋਲੇ ਨੇ, ਪਰ ਇਸ ਵੇਲੇ ਉਹ ਸਿਆਸੀ ਸਫਾਂ ਦੀ ਸਰਗਰਮੀ ਤੋਂ ਬਾਹਰ ਨੇ। ਉਹ ਤਾਂ ਖੁਦ ਕਹਿ ਚੁੱਕੇ ਹੈ ਕਿ ਭਾਈ ਮੈਂ ਦੇਖੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਪਾਰਟੀ ਨੂੰ ਕਿੰਨਾ ਕੁ ਸਰਗਰਮ ਕਰਨਾ, ਕਿੱਧਰਲੇ ਪਾਸੇ ਨੂੰ ਜਾਣਾ ਹੈ। ਅਜੇ ਤੱਕ ਸੁਖਪਾਲ ਸਿੰਘ ਖਹਿਰਾ ਨੇ ਕਲੀਅਰ ਕਰਨਾ ਹੈ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ 'ਚ ਜਾਣਗੇ, ਆਪਦੀ ਪਾਰਟੀ ਨੂੰ ਭੰਗ ਕਰਨਗੇ ਜਾਂ ਮੌਜੂਦਾ ਪਾਰਟੀ ਦਾ ਵਜੂਦ ਕਾਇਮ ਰੱਖਦੇ ਹੋਏ ਉਹ ਅੱਗੇ ਜਾ ਕੇ ਚੋਣਾਂ ਲੜਨ ਦੀ ਕੋਸ਼ਿਸ਼ ਕਰਨਗੇ। ਇਹਦੇ ਤੋਂ ਬਾਅਦ ਬੈਨੀਪਾਲ ਸਾਹਿਬ, ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਬਿਲਕੁਲ। ਬੀਜੇਪੀ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਨਵਾਂ ਪ੍ਰਧਾਨ ਬਣਾਇਆ ਪਠਾਨਕੋਟ ਵਾਲੇ ਅਸ਼ਵਨੀ ਸ਼ਰਮਾ ਸਾਹਿਬ ਨੂੰ। ਉਹ ਪਹਿਲਾਂ ਵੀ ਵੱਡੇ ਅਹੁਦਿਆਂ ਤੇ ਰਹੇ ਆ, ਮੰਨਿਆ ਜਾਂਦਾ ਕਿ ਪਾਰਟੀ ਦੇ ਪੱਖ ਤੋਂ ਮਿਹਨਤੀ ਬੰਦੇ ਨੇ। ਪੰਜਾਬ ਦੇ ਲਈ ਕੋਈ ਵਿਜ਼ਨ ਹੈਗਾ ਨਹੀਂ ਹੈਗਾ, ਇਹ ਅਸ਼ਵਨੀ ਸ਼ਰਮਾ ਸਾਹਿਬ ਜਾਂ ਉਹਨਾਂ ਨੂੰ ਪ੍ਰਧਾਨ ਬਣਾਉਣ ਵਾਲੇ ਜਾਣਦੇ ਆ। ਹੁਣ ਉਹਨਾਂ ਨੇ ਪੰਜਾਬ ਨੂੰ 3 ਹਿੱਸਿਆਂ 'ਚ ਵੰਡਿਆ, 10-10, 11-11 ਜ਼ਿਲ੍ਹੇ ਕਵਰ ਕਰਕੇ ਇੱਕ ਉਹਨਾਂ ਦਾ ਇੰਚਾਰਜ ਲਾਤਾ। ਉਹਨਾਂ ਨੂੰ ਕਹਿ ਦਿੱਤਾ ਕਿ ਸਰਗਰਮੀ ਤੁਸੀਂ ਦੇਖਣੀ ਹੈ। ਜੇ ਕਿਸੇ ਨੂੰ ਇਹ ਲੱਗਦਾ ਕਿ ਭਾਈ 33 ਜ਼ਿਲ੍ਹੇ ਕਿੱਥੋਂ ਹੋ ਗਏ ਜਾਂ 35 ਜ਼ਿਲ੍ਹੇ ਕਿੱਥੋਂ ਹੋ ਗਏ, ਉਹ ਕਈ ਵਾਰੀ ਸ਼ਹਿਰੀ ਜ਼ਿਲ੍ਹਾ ਅੱਡ ਕਰ ਦਿੰਦੇ ਹੁੰਦੇ ਆ, ਪਿੰਡੂ ਖੇਤਰ ਦਾ ਅੱਡ। ਸਰਗਰਮੀ ਉਹ ਕਰਨਗੇ, ਪਰ ਆਪਾਂ ਸਾਰੇ ਜਾਣਦੇ ਆ ਕਿ ਤੁਹਾਡੇ ਪਿੰਡਾਂ ਵਾਲੇ ਪਾਸੇ ਜਾਂ ਮਾਲਵੇ ਵਾਲੇ ਪਾਸੇ ਅਜੇ ਭਾਰਤੀ ਜਨਤਾ ਪਾਰਟੀ ਦੀ ਪੁੱਛ ਪ੍ਰਤੀਤ ਹੈ ਨਹੀਂ। ਉਹਨਾਂ ਦੇ ਕੋਲੇ ਉੱਥੇ ਦੀਵਾ ਹੈਗਾ, ਬੱਤੀ ਹੈਗੀ ਆ, ਪਰ ਦੀਵੇ ਤੇ ਬੱਤੀ ਦੇ ਨਾਲ ਤੇਲ ਚਾਹੀਦਾ ਹੁੰਦਾ, ਤੇਲ ਅਜੇ ਹੈ ਨਹੀਂ। ਸੋ ਕੁੱਲ ਮਿਲਾ ਕੇ ਹੁਣ ਇਸ ਸਥਿਤੀ ਦੇ ਵਿੱਚ ਗੱਲ ਕਿੱਧਰ ਨੂੰ ਜਾਵੇ? ਆਮ ਆਦਮੀ ਪਾਰਟੀ ਰਹਿ ਗਈ। ਤੁਸੀਂ ਭਗਵੰਤ ਮਾਨ ਸਾਹਿਬ ਦਾ ਨਾਂ ਲਿਆ, ਦੇਖੋ ਆਮ ਆਦਮੀ ਪਾਰਟੀ ਸਰਗਰਮ ਹੈ। ਆਮ ਆਦਮੀ ਪਾਰਟੀ ਇਸ ਵੇਲੇ ਕਹਿ ਰਹੀ ਆ ਕਿ ਅਗਲੀ ਸਰਕਾਰ ਸਾਡੀ ਹੈ, ਪਰ ਦੁਆਬੇ 'ਚ ਤੇ ਮਾਝੇ 'ਚ ਆਮ ਆਦਮੀ ਪਾਰਟੀ ਕਮਜ਼ੋਰ ਹੈ। ਪੌਣੇ 2 ਸਾਲ ਰਹਿੰਦੇ ਆ। ਜੇ ਅਰਵਿੰਦ ਕੇਜਰੀਵਾਲ 8 ਮਹੀਨਿਆਂ 'ਚ ਦੁਬਾਰਾ ਦਿੱਲੀ 'ਚ ਪੈਰਾਂ ਸਿਰ ਆ ਸਕਦਾ, ਆਮ ਆਦਮੀ ਪਾਰਟੀ ਕੋਲ ਚਾਂਸ ਹੈਗਾ, ਪਰ ਚਾਂਸ ਮਿਹਨਤ ਮੰਗਦਾ ਹੈ, ਚਾਂਸ ਇਮਾਨਦਾਰੀ ਮੰਗਦਾ ਹੈ ਤੇ ਚਾਂਸ ਪਾਰਦਰਸ਼ਤਾ ਮੰਗਦਾ ਹੈ। ਦਰਅਸਲ ਚਾਂਸ ਨਾ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰੀਏ, ਨਾ ਕਾਂਗਰਸ ਦੀ ਕਰੀਏ, ਨਾ ਅਕਾਲੀ ਭਾਜਪਾ ਦੀ ਕਰੀਏ, ਨਾ ਕਾਮਰੇਡਾਂ ਦੀ ਕਰੀਏ, ਨਾ ਬਹੁਜਨ ਸਮਾਜ ਪਾਰਟੀ ਦੀ ਕਰੀਏ, ਨਾ ਜਿਹੜੇ ਹੋਰ 2-4 ਨੇ, ਚਾਂਸ ਪੰਜਾਬ ਦੇ ਲੋਕਾਂ ਕੋਲ ਹੈਗਾ ਜੀ। ਕਿਉਂਕਿ ਅੱਜ ਤੱਕ ਅਸੀਂ ਅਕਾਲੀ ਵੀ ਦੇਖਿਆ, ਨਾਲ ਉਹਨਾਂ ਦੇ ਭਾਜਪਾਈਏ ਵੀ ਦੇਖਿਆ, ਅਸੀਂ ਪਿਛਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਵੀ ਦੇਖ ਲੀਆਂ, ਇਹਦੇ ਨਾਲ ਅਸੀਂ ਕਾਂਗਰਸ ਦੀਆਂ ਸਰਕਾਰਾਂ ਵੀ ਬਹੁਤ ਵਾਰ ਬਣਾ ਕੇ ਦੇਖ ਲੀਆਂ। ਜੇ ਤਾਂ ਅਸੀਂ ਹਾਲ ਦੀ ਘੜੀ ਵੀ ਉਹ ਰਵਾਇਤ ਤੋੜਨੀ ਨਹੀਂ ਚਾਹੁੰਦੇ, ਕਿਉਂਕਿ ਫੈਸਲਾ ਆਖਰਕਾਰ ਪੰਜਾਬ ਦੇ ਲੋਕਾਂ ਨੇ ਕਰਨਾ, ਕਿਉਂਕਿ ਲੋਕਤੰਤਰੀ ਕਦਰਾਂ ਕੀਮਤਾਂ ਦੇ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਨੇ। ਫੈਸਲਾ ਤੁਹਾਡਾ, ਵੋਟਾਂ ਤੁਹਾਡੀਆਂ ਨੇ, ਪੰਜਾਬ ਵੀ ਤੁਹਾਡਾ, ਸਰਕਾਰ ਵੀ ਤੁਹਾਡੀ ਹੋਏਗੀ 5 ਸਾਲਾਂ ਦੇ ਵਾਸਤੇ। ਫੈਸਲੇ ਵੀ ਸਰਕਾਰ ਨੇ ਤੁਹਾਡੀ ਭਲਾਈ ਦੇ ਵਾਸਤੇ ਕਰਨੇ ਨੇ ਜਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਕਰਨੇ ਨੇ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਲ ਦੇਖ ਲਏ ਨੇ, ਬਹੁਤ ਸਰਕਾਰਾਂ ਚੁਣ ਕੇ ਵੇਖ ਲਈਆਂ ਨੇ, ਸਾਨੂੰ ਤਜਰਬਾ ਕਰਨ 'ਚ ਕੋਈ ਹਰਜ਼ ਨਹੀਂ। ਮੈਂ ਕਾਮਰੇਡਾਂ ਦੇ ਲੀਡਰ ਦੇ ਨਾਲ, ਜਿਹੜੇ ਪੰਜਾਬ ਕਾਮਰੇਡ ਦੇ ਲੀਡਰ ਨੇ, ਕਮਿਊਨਿਸਟਾਂ ਦੇ ਲੀਡਰ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਕਿਹਾ ਇੱਕ ਵੇਲਾ ਹੁੰਦਾ ਸੀ ਪੱਛਮੀ ਬੰਗਾਲ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ ਬੜੀ ਪ੍ਰਚੰਡ ਸੀ। ਕੀ ਕਾਰਨ ਹੈ ਕਿ ਇਸ ਵਕਤ ਤੁਸੀਂ ਕੋਈ ਨਾ ਤਾਂ ਸਰਗਰਮੀ ਦਿਖਾਉਂਦੇ ਹੋ, ਨਾ ਤੁਹਾਡਾ ਕੋਈ ਵਿਧਾਇਕ ਚੁਣਿਆ ਜਾਂਦਾ, ਨਾ ਤੁਹਾਡਾ ਕੋਈ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ। ਬਾੜ ਸਾਹਿਬ ਜਿਹੜੀ ਉਹਨਾਂ ਨੇ ਗੱਲ ਕੀਤੀ, ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਸੀ। ਉਹ ਕਹਿੰਦੇ ਚੋਣ ਇੰਨੀ ਕੁ ਮਹਿੰਗੀ ਹੋ ਚੁੱਕੀ ਹੈ, ਸਾਡੇ ਕੋਲ 2 ਕਰੋੜ, ਸਾਡੇ ਕੋਲ 4 ਕਰੋੜ, ਸਾਡੇ ਕੋਲ 10 ਕਰੋੜ ਚੋਣ ਤੇ ਲਾਉਣ ਵਾਸਤੇ ਹੁੰਦਾ ਨਹੀਂ। ਅਸੀਂ ਤਾਂ ਜੇਕਰ 2 ਜਾਂ 4 ਕਾਰਾਂ ਰੈਂਟ ਤੇ ਕਰਨੀਆਂ ਪੈ ਜਾਣ, ਕਿਰਾਏ ਤੇ ਕਰਨੀਆਂ ਪੈ ਜਾਣ, ਅਸੀਂ ਤਾਂ ਸੋਚਣ ਵਾਸਤੇ ਮਜਬੂਰ ਹੁੰਨੇ ਆ ਕਿ ਭਾਈ ਉਹ ਇੱਕ ਵਿਧਾਇਕ ਜਾਂ ਇੱਕ ਜਿਹੜਾ ਬੰਦਾ ਚੋਣ ਲੜ ਰਿਹਾ ਹੁੰਦਾ, ਉਹ ਕਹਿੰਦਾ 20-20, 50-50 ਕਾਰਾਂ ਲਈ ਜਾਂਦਾ ਹੁੰਦਾ। ਅਸੀਂ ਤਾਂ ਪੂਰੇ ਪੰਜਾਬ 'ਚ 50 ਕਾਰਾਂ ਰੈਂਟ ਨਹੀਂ ਕਰ ਸਕਦੇ ਜੀ। ਜੇ ਤਾਂ ਚੋਣਾਂ ਮਹਿੰਗੀਆਂ ਕਰਕੇ ਜਿੱਤਣਾ ਚਾਹੁੰਦੇ ਨੇ ਲੋਕ, ਕਿਉਂਕਿ ਲੋਕ ਹਾਰਦੇ ਆ ਹੁਣ। ਕਿਉਂਕਿ ਆਪਾਂ ਜੇ ਦੇਖੀਏ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ, ਭਾਵੇਂ ਆਪਾਂ ਢੀਂਡਸਾ ਸਾਹਿਬ ਦੀ ਗੱਲ ਕਰੀਏ, ਭਾਵੇਂ ਕਿਸੇ ਹੋਰ ਪਾਰਟੀ ਲੀਡਰ ਦੀ ਗੱਲ ਕਰ ਲਈਏ, ਅਸੀਂ ਰਾਜਾਸ਼ਾਹੀ ਤੋਂ ਤਾਂ ਆਪਣੇ ਆਪ ਨੂੰ ਮੁਕਤ ਕਰਾਇਆ ਸੀ। ਅੱਜ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਘੱਟ ਕਹਿੰਦੇ ਆ, ਰਾਜਾ ਕਹਿੰਦੇ। ਮੈਨੂੰ ਇਹ ਦੱਸੋ ਵੀ ਉਹਦੇ ਕੋਲ ਰਾਜਾ ਕਹਿਣ ਵਾਲਾ ਕਿਹੜਾ ਹੱਕ ਹੈ ਜੀ? ਉਹ ਰਾਜਾ ਨਹੀਂ, ਉਹ ਪੰਜਾਬ ਦੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ। ਤੁਸੀਂ ਕੈਪਟਨ ਕਹਿ ਸਕਦੇ ਹੋ, ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਰਾਜਾ ਤਾਂ ਫਿਰ ਇਹ ਹੋ ਗਿਆ ਭਾਈ ਜਿੰਨੀ ਦੇਰ ਉਹਦੀ ਉਮਰ ਹੈ ਉਹ ਰਹੂ, ਉਹਦੇ ਤੋਂ ਬਾਅਦ ਉਹਦਾ ਮੁੰਡਾ ਆਜੂ ਜੀ। ਪਰ ਅਸੀਂ ਇਸ ਕੁਨਬਾ ਪ੍ਰਸਤੀ ਨੂੰ ਇਸ ਤਰੀਕੇ ਨਾਲ ਪਾ ਲਿਆ, ਇਸ ਤਰੀਕੇ ਨਾਲ ਅਸੀਂ ਉਹਨੂੰ ਪੱਠੇ ਪਾ ਲਏ। ਸਾਨੂੰ ਲੱਗਦਾ ਕਿ ਨਹੀਂ, ਜਿਹੜੇ ਘਰ ਦੇ ਵਿੱਚ ਇੱਕ ਵਾਰੀ ਵਿਧਾਇਕੀ ਚਲੇ ਗਈ,
ਜਿਹੜੇ ਘਰ ਵਿੱਚ ਇੱਕ ਵਾਰੀ ਸਰਪੰਚੀ ਚਲੀ ਗਈ, ਜਿਹੜੇ ਘਰ ਦੇ ਵਿੱਚ ਇੱਕ ਵਾਰੀ ਕੋਈ ਲੀਡਰ ਬਣ ਗਿਆ, ਉਸੇ ਘਰ ਦੇ ਵਿੱਚ ਲੀਡਰ ਜੰਮਣੇ ਨੇ। ਆਮ ਲੋਕਾਂ ਨੂੰ ਮੌਕੇ ਨਹੀਂ ਮਿਲਣੇ। ਜੇ ਚੋਣਾਂ ਸਸਤੀਆਂ ਹੋ ਜਾਣ, ਲੋਕ ਆਪਣੇ ਵੋਟ ਦਾ ਹੱਕ ਜਾਂ ਉਹ ਹੈ ਕੀ ਅਹਿਮੀਅਤ ਰੱਖਦਾ, ਜਿੰਨੀ ਦੇਰ ਉਹ ਮਹਿਸੂਸ ਨਹੀਂ ਕਰਨਗੇ ਉਨੀ ਦੇਰ ਤੱਕ ਕੁਨਬਾ ਪ੍ਰਸਤੀ ਵੀ ਚੱਲਦੀ ਰਹੂ, ਲੋਕਾਂ ਦੀ ਲੁੱਟ ਖਸੁੱਟ ਵੀ ਹੁੰਦੀ ਰਹੂ ਤੇ ਲੀਡਰ ਵਾਰ-ਵਾਰ ਉਹੀ ਤੇ ਉਸੇ ਪਰਿਵਾਰ ਦੇ ਵਿੱਚੋਂ ਚੁਣ ਕੇ ਆਉਂਦੇ ਰਹਿਣਗੇ। ਪਰ ਅਸੀਂ ਬਹੁਤ ਵਾਰੀ ਜ਼ੋਖਮ ਉਠਾ ਕੇ ਦੇਖ ਲਿਆ, ਲੋਕਾਂ ਨੂੰ ਬਦਲ ਦੀ ਤਾਂ ਸੱਚੀਓ ਜ਼ਰੂਰਤ ਹੈ। ਇੱਕ ਮੈਂ ਗੱਲ ਇੱਥੇ ਹੋਰ ਕਰਨੀ ਚਾਹੁੰਦਾ, ਜਦੋਂ ਆਪਾਂ ਦੇਖਦੇ ਹਾਂ ਕਹਿੰਦੇ ਸੀ ਕਾਂਗਰਸ ਪਾਰਟੀ ਜਿਹਨੇ 1984 ਦੇ ਵਿੱਚ ਸਾਨੂੰ ਬਹੁਤ ਡੂੰਘੇ ਜ਼ਖਮ ਦਿੱਤੇ ਨੇ, ਦਿੱਲੀ ਨੂੰ ਭਲਾ ਕੌਣ ਭੁੱਲ ਸਕਦਾ, ਅੱਜ ਵੀ ਵਿਡੋ ਕਲੋਨੀ ਹੈ। ਉਹਦੇ ਤੋਂ ਬਾਅਦ ਦਿੱਲੀ ਦੇ ਵਿੱਚ ਕਿੰਨੀ ਵਾਰੀ ਕਾਂਗਰਸ ਦੀਆਂ ਸਰਕਾਰਾਂ ਬਣ ਗਈਆਂ, ਸਾਡਾ ਅਕਾਲ ਤਖਤ ਸਾਹਿਬ ਢਾਹ ਦਿੱਤਾ, ਸਾਡੇ ਅਲੇ ਵੀ ਉਹ ਜਿਹੜੇ ਜ਼ਖਮ ਅੱਲੇ ਹੈ। ਸਭ ਤੋਂ ਵੱਧ ਜੇਕਰ 1984 ਤੋਂ ਬਾਅਦ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ, ਲਗਭਗ ਹੋਇਆ ਤਾਂ ਪੂਰੇ ਪੰਜਾਬ 'ਚ ਹੈ, ਪਰ ਉਸ ਵਕਤ ਆਪਾਂ ਜੇ ਗੱਲ ਕਰੀਏ ਸਭ ਤੋਂ ਵੱਧ ਘਾਣ ਮਾਝੇ ਇਲਾਕੇ 'ਚ ਹੋਇਆ। ਇਸ ਵਕਤ ਮਾਝੇ ਦੇ ਉੱਤੇ ਤੁਸੀਂ ਆਪ ਨਜ਼ਰ ਮਾਰ ਕੇ ਦੇਖਿਓ ਕਿ ਇਸ ਵਕਤ ਕਾਂਗਰਸ ਦੇ ਵਿਧਾਇਕ ਉਸ ਇਲਾਕੇ ਵਿੱਚੋਂ, ਉਸ ਖਿੱਤੇ ਵਿੱਚੋਂ ਅਸੀਂ ਕਿੰਨੇ ਚੁਣ ਕੇ ਭੇਜੇ ਨੇ। ਭਾਵੇਂ ਇਹ ਜਿਹੜੇ ਚੁਣੇ ਹੋਣਗੇ ਇਹਨਾਂ ਦਾ ਕਸੂਰ ਕੋਈ ਨਹੀਂ, ਪਰ ਉਸ ਵਕਤ ਜਿਹੜੀ ਹਕੂਮਤ ਸੀ, ਗੱਲ ਤਾਂ ਉਹਦੀ ਕਰਨੀ ਪਊ ਨਾ ਜੀ, ਕਿ ਜਿਹਨੇ ਜ਼ਖਮ ਦਿੱਤੇ ਨੇ, ਜਿਹਨੇ ਸਾਡੇ ਜ਼ਖਮ ਹਾਲੇ ਵੀ ਰਿਸ਼ਤੇ ਛੱਡੇ ਹੋਏ ਨੇ, ਹਾਲੇ ਤੱਕ ਬਹੁਤੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। 1984 ਦੇ ਇਨਸਾਫ ਦੀ ਗੱਲ ਹਮੇਸ਼ਾ ਤੁਰਦੀ ਹੈ। ਜਿਹੜੀ ਪਾਰਟੀ ਦੀ ਸਰਕਾਰ ਸੀ ਜਿਹਨੇ ਸਾਨੂੰ ਜ਼ਖਮ ਵੀ ਦਿੱਤੇ, ਉਹਦੇ ਤੋਂ ਬਾਅਦ ਕਈ ਵਾਰੀ ਸਰਕਾਰਾਂ ਵੀ ਬਣੀਆਂ, ਉਹਦੇ ਤੋਂ ਬਾਅਦ ਬਦਲਵੀਆਂ ਪਾਰਟੀਆਂ ਦੀਆਂ ਸਰਕਾਰਾਂ ਵੀ ਬਣ ਗਈਆਂ। ਜੇਕਰ ਸਾਨੂੰ ਸਾਡੇ ਬੀਤੇ ਦਾ ਇਨਸਾਫ ਉਹ ਦੇਣ ਵਿੱਚ ਅਸਫਲ ਰਹੀਆਂ ਨੇ, ਅਸੀਂ ਫਿਰ ਭਾਲਦੇ ਕੀ ਹਾਂ? ਦੇਖੋ ਬੈਨੀਪਾਲ ਸਾਹਿਬ, ਮੇਰੀ ਇੱਕ ਮੋਟੀ ਜੀ ਸਮਝ ਹੈ, ਬਰੀਕ ਬੁੱਧੀ ਤਾਂ ਹੈ ਨਹੀਂ ਜੀ। ਮੋਟੀ ਜੀ ਸਮਝ ਹੈ ਕਿ ਕੱਲਾ ਵਿਰੋਧ ਕਰਨ ਨਾਲ ਕੱਖ ਨਹੀਂ ਪੱਲੇ ਪੈਂਦਾ ਜੀ। ਫੌਰੀ ਤੌਰ ਦੇ ਉੱਤੇ ਚਾਹੀਦਾ ਕੀ ਸੀ, ਜਦੋਂ ਕੋਈ ਲੀਡਰ ਆ ਕੇ ਕਹਿੰਦਾ ਨਾ ਕਿ ਅਸੀਂ ਆਹ ਕਰ ਦੇਣਾ, ਅਸੀਂ ਉਹ ਕਰ ਦੇਣਾ, ਇਸ ਬੰਦੇ ਨੇ ਪੰਥ ਦਾ ਘਾਣ ਕੀਤਾ, ਉਹਨੇ ਕੀਤਾ। ਰੌਲਾ ਇਸ ਗੱਲ ਦਾ ਨਹੀਂ ਕਿ 10 ਲੱਖ ਬੰਦਾ ਰੈਲੀ ਦੇ ਵਿੱਚ ਬੈਠਾ ਜੀ, ਉਹਨੂੰ ਅਸੀਂ ਕਹਿ ਦਿੱਤਾ ਤੇ ਉਹਨੇ ਮੰਨ ਲਈ। ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਬੱਚਾ ਜਾਗਰੂਕ ਚਾਹੀਦਾ, ਉਹਨੂੰ ਪਤਾ ਹੋਵੇ ਕਿ 1984 ਤੋਂ ਪਹਿਲਾਂ ਸਥਿਤੀਆਂ ਕੀ ਸੀ, 1984 ਦੇ ਵਿੱਚ ਸਥਿਤੀਆਂ ਕੀ ਸੀ, ਉਹਦੇ ਤੋਂ ਬਾਅਦ ਸਥਿਤੀਆਂ ਇੱਥੇ ਤੱਕ ਕਿਉਂ ਆਈਆਂ। ਅੱਜ ਜੇ ਆਪਾਂ ਇਹ ਗੱਲ ਕਹੀਏ ਕਿ ਫਲਾਨੀ ਪਾਰਟੀ ਗਲਤ ਹੈ, ਫਲਾਨੀ ਪਾਰਟੀ ਸਹੀ, 84 ਤੋਂ ਲੈ ਕੇ 2020 ਤੱਕ ਕਿੰਨੇ ਅਕਾਲੀ ਦਲ ਦੇ ਲੀਡਰ ਕਾਂਗਰਸ 'ਚ ਗਏ ਆ, ਕਿੰਨੇ ਕਾਂਗਰਸ ਪਾਰਟੀ ਦੇ ਲੀਡਰ ਅਕਾਲੀ ਦਲ ਦੇ ਵਿੱਚ ਆਏ ਆ, ਕਿੰਨਿਆਂ ਨੇ ਫੇਰ ਪਲਟੀਆਂ ਮਾਰੀਆਂ, ਕਿੰਨਿਆਂ ਨੇ ਵੱਖਰੀਆਂ ਪਾਰਟੀਆਂ ਬਣਾਈਆਂ ਤੇ ਕਿੰਨੇ ਫੇਰ ਦੁਬਾਰਾ ਉਹਨਾਂ ਪਾਰਟੀਆਂ ਦੇ ਵਿੱਚ ਗਏ ਆ। ਕਿਉਂਕਿ ਕਿਸੇ ਪਾਰਟੀ ਨੇ ਕਿਸੇ ਚੀਜ਼ ਦਾ ਕੁਝ ਸਵਾਰਨਾ ਨਹੀਂ। ਪਾਰਟੀ ਕੀ ਆ? ਇੱਕ ਨਾਂ ਆ। ਪਾਰਟੀ ਨੂੰ ਕੌਣ ਚਲਾਉਂਦੇ ਆ? ਲੀਡਰ ਕੌਣ ਹੁੰਦੇ ਆ? ਬੰਦੇ ਦੇ ਕੋਲੇ ਹੁੰਦਾ ਦਿਮਾਗ, ਉਹਨੇ ਦਿਮਾਗ ਚਲਾਉਣਾ। ਹੁਣ ਅਸੀਂ ਲੀਡਰ ਦਿਮਾਗ ਵਾਲਾ ਚੁਣਦੇ ਆ, ਉਹ ਦਿਮਾਗ ਕਿੰਨਾ ਕੁ ਚਲਾਉਂਦਾ, ਆਪਣੇ ਲਈ ਚਲਾਉਂਦਾ ਕਿ ਤੁਹਾਡੇ ਲਈ ਚਲਾਉਂਦਾ। ਹੁਣ ਜੇ ਆਮ ਤੌਰ ਦੇ ਉੱਤੇ ਹੁੰਦਾ, ਕਈ ਵਾਰੀ ਪਰਿਵਾਰਾਂ ਦੇ ਵਿੱਚ ਹੀ ਤੁਸੀਂ ਦੇਖ ਲਓ, ਫਲਾਨੇ ਬੰਦਿਆਂ ਨਾਲ ਸਾਡੀ ਦੁਸ਼ਮਣੀ ਹੈ, ਨਿਆਣੇ ਨਿੱਕੇ ਕਹਿੰਦੇ ਹੁੰਦੇ, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਫਲਾਨੇ ਬੰਦੇ ਨਾਲ ਸਾਡੀ ਦੁਸ਼ਮਣੀ ਕਿਉਂ ਆ। ਜੇ ਤਾਂ ਉਹਨੂੰ ਪਤਾ ਹੋਵੇ ਦੁਸ਼ਮਣੀ ਆ, ਕਈ ਵਾਰੀ ਹੁੰਦਾ ਕਿ ਬੀਬੀ ਜੀ ਕਹਿੰਦੇ ਹੁੰਦੇ ਸੀ ਕਿ ਐਂ ਕਰਨਾ, ਵੀਰਵਾਰ ਨੂੰ ਦੀਵਾ ਬਾਲਣਾ, ਐਤਵਾਰ ਨੂੰ ਦੀਵਾ ਬਾਲਣਾ, ਕਿਉਂ ਬਾਲਣਾ ਨਹੀਂ ਪਤਾ ਹੁੰਦਾ, ਕਿਉਂਕਿ ਅਸੀਂ ਕੇਵਲ ਤੇ ਕੇਵਲ ਸੁਣਦੇ ਆ, ਸੁਣ ਕੇ ਅਗਲੇ ਪਾਸੇ ਨੂੰ ਤੁਰਦੇ ਆ। ਜੇ ਕੋਈ ਬਹੁਤ ਵੱਡੀ ਘਟਨਾ ਘਟੀ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਘਟਨਾਵਾਂ ਬਹੁਤ ਪਾਸੇ ਘਟਦੀਆਂ। ਜੰਮੂ ਕਸ਼ਮੀਰ ਦਾ ਮਸਲਾ ਹੈ, ਸ਼੍ਰੀਲੰਕਾ ਦੇ ਵਿੱਚ ਸਨਹਾਲੀ ਤੇ ਤਾਮਿਲਾਂ ਦਾ ਮਸਲਾ ਹੈ, ਉਧਰਲੇ ਪਾਸੇ ਕਈ ਮੁਲਕਾਂ ਦੇ ਵਿੱਚ ਸ਼ੀਆ ਤੇ ਸੁੰਨੀਆਂ ਦਾ ਮਸਲਾ ਹੈ। ਪਰ ਕੇਵਲ ਤੇ ਕੇਵਲ ਵਿਜ਼ਨ ਮੇਰੀ ਗੱਲ ਸੁਣ ਕੇ, ਬੈਨੀਪਾਲ ਸਾਹਿਬ ਦੀ ਗੱਲ ਸੁਣ ਕੇ, ਕਿਸੇ ਧਾਰਮਿਕ ਆਗੂ ਦੀ ਗੱਲ ਸੁਣ ਕੇ, ਕਿਸੇ ਰਾਜਨੀਤਿਕ ਲੀਡਰ ਦੀ ਗੱਲ ਸੁਣ ਕੇ ਨਾ ਬਣਾਇਓ। ਜਦੋਂ ਤੱਕ ਸੰਸਾਰ ਦਾ ਹਰ ਇੱਕ ਬੱਚਾ ਚੰਗੇ ਤਰੀਕੇ ਠੀਕ ਇਤਿਹਾਸ ਨਹੀਂ ਪੜ੍ਹਦਾ, ਉਦੋਂ ਸਥਿਤੀਆਂ ਕੀ ਸੀ ਉਹਨਾਂ ਨੂੰ ਨਹੀਂ ਜਾਣਦਾ। ਸਾਰਿਆਂ ਨੂੰ ਪਤਾ ਹੈ, ਅਸੀਂ ਲਿਖਦੇ ਰਹੇ ਪੇਪਰਾਂ 'ਚ ਕਿ 2 ਵਾਰ ਵਿਸ਼ਵ ਯੁੱਧ ਲੱਗਾ, ਵਿਸ਼ਵ ਯੁੱਧ ਦੇ ਵਿੱਚ ਇੰਨੇ ਦੇਸ਼ ਇੱਧਰ ਸੀ, ਇੰਨੇ ਦੇਸ਼ ਇੱਧਰ ਸੀ, ਪਰ ਵਿਸ਼ਵ ਯੁੱਧ ਕਾਹਦੇ ਲਈ ਲੱਗਾ? ਇਹ ਕਿਤੇ ਤੀਰ ਕਮਾਨਾਂ ਵਾਲੀ ਖੇਡ ਥੋੜੀ ਸੀ ਕਿ ਵਿਸ਼ਵ ਯੁੱਧ ਲੱਗ ਗਿਆ। ਉਹਦੇ ਪਿੱਛੇ ਕੀ ਸਥਿਤੀਆਂ ਸੀ, ਕਿਹੜੇ ਲੀਡਰ ਨੇ ਕਿੱਥੇ ਗਲਤੀ ਕੀਤੀ। ਬੜੀ ਵਾਰੀ ਚਰਚਾ ਚੱਲਦੀ ਹੈ ਜੀ 1947 ਵੇਲੇ ਪਾਕਿਸਤਾਨ ਬਣ ਗਿਆ, ਭਾਰਤ ਬਣ ਗਿਆ, ਪੰਜਾਬ ਫਲਾਨੀ ਥਾਂ ਜਾ ਸਕਦਾ ਸੀ ਤਾਂ ਗਿਆ ਕਿਉਂ ਨਹੀਂ? ਗਲਤੀ ਕਿਹਦੀ ਸੀ? ਉਸ ਵੇਲੇ ਸਥਿਤੀਆਂ ਕੀ ਸੀ? ਕਿਉਂਕਿ ਹਰ ਵਕਤ ਦੀਆਂ, ਹਰ ਸਥਿਤੀ ਦੀਆਂ ਵੱਖਰੀਆਂ ਮਜਬੂਰੀਆਂ ਹੁੰਦੀਆਂ, ਵੱਖਰੀਆਂ ਸੀਮਾਵਾਂ ਹੁੰਦੀਆਂ। ਲੀਡਰਸ਼ਿਪ ਉਸ ਵੇਲੇ ਕੀ ਕਰਦੀ ਹੈ ਕਿ ਨਹੀਂ, ਇਧਰਲੇ ਪਾਸੇ ਜਾਣਾ ਬਹੁਤ ਜ਼ਰੂਰੀ ਹੈ। ਹੁਣ ਮੈਂ ਇੱਥੇ ਇੱਕ ਸਵਾਲ ਹੋਰ ਤੁਹਾਡੇ ਨਾਲ ਸਾਂਝਾ ਕਰਦਾ, ਉੱਤਰ ਤੁਸੀਂ ਵੀ ਦੇਣਾ, ਅਸੀਂ ਵੀ ਯਤਨ ਕਰਾਂਗੇ। ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਭਗਵੰਤ ਮਾਨ, ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, 5 7 ਲੀਡਰ ਹੋਰ, ਇਹ 12 13 ਲੀਡਰ ਨੇ ਜਿਨ੍ਹਾਂ ਦਾ ਬਾਰ-ਬਾਰ ਜ਼ਿਕਰ 2022 ਤੱਕ ਹੋਈ ਜਾਣਾ ਕਿ ਅਗਲਾ ਮੁੱਖ ਮੰਤਰੀ ਕੌਣ ਹੋਏਗਾ। ਕਿਸੇ ਨੂੰ 2% ਲੋਕ ਪਸੰਦ ਕਰਨਗੇ, ਕਿਸੇ ਨੂੰ 35, ਕਿਸੇ ਨੂੰ 40, ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਬਣ ਜੂ। ਪਰ ਕੀ ਪੰਜਾਬ ਦੇ ਵਿੱਚ ਕਿਸੇ ਹੋਰ ਬੰਦੇ ਦਾ ਸਕੂਪ ਹੈਗਾ?
ਕੀ ਨਵਾਂ ਬੰਦਾ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਪੌੜੀ ਚੜ੍ਹ ਕੇ ਉੱਪਰਲੇ ਪਾਸੇ ਨੂੰ ਆ ਸਕਦਾ ਹੈ? ਜੇ ਆਪਾਂ ਕਹੀਏ ਕਿ ਨਾ ਜੀ ਪੰਜਾਬ ਦੇ ਵਿੱਚ ਸਾਰੇ ਲੋਕ ਟੱਬਰਵਾਦ ਨੂੰ ਵੋਟਾਂ ਪਾਉਂਦੇ ਆ, ਬਹੁਤ ਕੰਮ ਚੱਲਦਾ। ਤੁਸੀਂ ਦੇਖ ਲਓ ਹਰ ਇੱਕ ਸਿਆਸੀ ਪਾਰਟੀ ਦੇ ਵਿੱਚ ਟੱਬਰਾਂ ਦੀ ਭਰਮਾਰ ਹੈ, ਨਿੱਕੇ ਨਿਆਣੇ, ਭਤੀਜੀਆਂ ਭਤੀਜੇ, ਭਾਣਜੇ ਭਾਣਜੀਆਂ, ਸਾਰੇ ਬੰਦੇ ਅਗਲੇ ਪਾਸੇ ਨੂੰ ਆ ਗਏ। ਪਰ ਸਾਡੇ ਕੋਲੇ ਉਦਾਹਰਨਾਂ ਵੀ ਹੈਗੀਆਂ। ਪੰਜਾਬ ਦੇ ਲੋਕਾਂ ਨੇ ਬਹੁਤ ਵਾਰੀ ਵੱਖਰੇ ਤਰ੍ਹਾਂ ਦਾ ਕੰਮ ਵੀ ਕੀਤਾ। ਜੇ ਕਹੀਏ ਕਿ ਸਾਰੇ ਪੰਜਾਬ ਦੇ ਲੋਕ ਸ਼ਰਾਬ ਪੀ ਕੇ ਵੋਟਾਂ ਪਾਉਂਦੇ, ਨਹੀਂ। ਜੇ ਕਹੀਏ ਸਾਰੇ ਪੰਜਾਬ ਦੇ ਲੋਕ ਬੈਨੀਪਾਲ ਸਾਹਿਬ ਪੈਸੇ ਲੈ ਕੇ ਵੋਟਾਂ ਪਾਉਂਦੇ, ਨਹੀਂ। ਜੇ ਆਪਾਂ ਕਹੀਏ ਕਿ ਸਾਰੇ ਕਿਸੇ ਦੇ ਪਿੱਛੇ ਲੱਗ ਕੇ ਵੋਟਾਂ ਪਾਉਂਦੇ, ਨਹੀਂ। ਤੁਸੀਂ ਕਾਮਰੇਡਾਂ ਦੀ ਗੱਲ ਕੀਤੀ, ਸਤਪਾਲ ਡਾਂਗ ਤੇ ਬੀਬੀ ਬਿਮਲਾ ਡਾਂਗ, ਉਹ ਪੰਜਾਬ ਦੇ ਐਸੇ ਲੀਡਰ ਹੋਏ ਆ ਜਿਨ੍ਹਾਂ ਨੇ ਆਪੇ ਹੀ ਛੱਡਿਆ ਸੀ ਕਿ ਛੱਡੋ ਪਰ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਬੀਬੀ ਲక్ష్ਮੀ ਕਾਂਤਾ ਚਾਵਲਾ ਦੀਆਂ ਪ੍ਰਸਥਿਤੀਆਂ ਕੀ ਸੀ। ਉਹਨਾਂ ਨੇ ਐਮਐਲਏ ਹੁੰਦਿਆਂ, ਮੰਤਰੀ ਹੁੰਦਿਆਂ ਕਹਿਤਾ ਸੀ ਮੈਂ ਅਗਲੀ ਚੋਣ ਨਹੀਂ ਲੜਨੀ। ਹੋਰ ਬੀਬੀ ਬੰਦੇ ਨੇ, ਉਹਨਾਂ ਨੇ ਵੀ ਕਿਹਾ ਸੀ। ਜਾਣੀ ਕਿ ਪੰਜਾਬ ਦੇ ਕੋਲੇ, ਮੈਂ ਨਹੀਂ ਕਹਿੰਦਾ ਕਿ ਸਾਰੇ ਲੀਡਰ ਦੁੱਧ ਦੋਤੇ ਨੇ, ਕਿਹਾ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਵੀ ਕਿਹਾ। ਦੇਖੋ ਇੱਥੇ ਸਾਡੇ ਕੋਲੇ ਕੀ ਆ, ਕੈਪਟਨ ਸਾਹਿਬ ਐਮਐਲਏ ਸੀ, ਐਮਪੀ ਦੀ ਇਲੈਕਸ਼ਨ ਲੜ ਲਈ। ਕੀ ਜੇ ਮੈਨੂੰ ਪਾਰਟੀ ਨੇ ਹੁਕਮ ਦਿੱਤਾ? ਪੰਜਾਬ ਦੇ ਲੋਕਾਂ ਦਾ ਹੁਕਮ ਕੀ ਹੈ? ਅੰਮ੍ਰਿਤਸਰ ਦੇ ਲੋਕਾਂ ਦਾ ਕੀ ਕਸੂਰ ਸੀ ਕਿ ਆਪਾਂ ਲੋਕ ਸਭਾ ਦੇ ਵਿੱਚ ਗਏ ਹੀ ਨਹੀਂ? ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਲਾਲਾਬਾਦ ਦੇ ਲੋਕਾਂ ਨੇ ਚੁਣਿਆ, ਹੁਣ ਉਹ ਜਲਾਲਾਬਾਦ ਦੇ ਲੋਕਾਂ ਨੂੰ ਅੱਧ ਵਿਚਾਲੇ ਛੱਡ ਕੇ ਉਧਰ ਚਲੇ ਗਏ। ਤੁਸੀਂ ਭਗਵੰਤ ਮਾਨ ਸਾਹਿਬ ਦਾ ਜ਼ਿਕਰ ਕੀਤਾ, ਭਗਵੰਤ ਮਾਨ ਸਾਹਿਬ ਐਮਪੀ ਹੁੰਦਿਆਂ ਜਲਾਲਾਬਾਦ ਤੋਂ ਚੋਣ ਲੜਨ ਚਲੇ ਗਏ ਸੀ। ਰਵਨੀਤ ਬਿੱਟੂ ਐਮਪੀ ਹੁੰਦਿਆਂ ਜਲਾਲਾਬਾਦ ਤੋਂ ਚੋਣ ਲੜਨ ਚਲੇ ਗਏ। ਔਰ ਜਰਨੈਲ ਸਿੰਘ ਹੋਰੀ ਦਿੱਲੀ ਦੇ ਲੋਕਾਂ ਦਾ ਫਤਵਾ ਛੱਡ ਕੇ ਪਾਰਟੀ ਦਾ ਹੁਕਮ ਸਿਰ ਮੱਥੇ ਰੱਖਿਆ, ਲੋਕਾਂ ਦਾ ਹੁਕਮ ਸਿਰ ਮੱਥੇ ਰੱਖਿਆ ਹੀ ਨਹੀਂ, ਲੰਬੀ ਆ ਗਿਆ, ਮੁੜ ਕੇ ਲੱਭਾ ਕੱਖ ਨਹੀਂ। 20 ਬੰਦੇ ਹੋਰ ਨੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਖੁਦ ਕਿਲਾ ਰਾਏਪੁਰ ਤੋਂ ਇਲੈਕਸ਼ਨ ਲੜ ਗਿਆ ਸੀ। ਇੱਥੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਬੀਬੀ ਸੋਨੀਆ ਗਾਂਧੀ, ਜਾਣੀ ਕਿ ਕਿੰਨੇ ਲੀਡਰ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਸਕਦੇ ਹੋ, ਜਿਹੜੇ ਲੋਕ ਹਿੱਤਾਂ ਦੀ ਥਾਂ ਸਿਆਸੀ ਤੌਰ ਦੇ ਉੱਤੇ ਵੇਖਦੇ ਆ ਕਿ ਕੀ ਹੋਵੇਗਾ ਤੇ ਕੀ ਨਹੀਂ ਹੋਏਗਾ। ਪਰ ਹੁਣ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਅਜੇ 1.5-2 ਸਾਲਾਂ ਦੇ ਵਿੱਚ ਰੰਗ ਬੜੇ ਬਦਲਨੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਪਤਾ ਨਹੀਂ, ਉਹਨਾਂ ਨੇ ਕਿਹੜੀ ਪਾਰਟੀ 'ਚ ਜਾਣਾ, ਕਿਹੜੀ 'ਚ ਨਹੀਂ ਜਾਣਾ। ਕਾਂਗਰਸ 'ਚ ਵੀ ਰਹਿ ਸਕਦੇ ਆ, ਨਵਾਂ ਧੜਾ ਵੀ ਬਣਾ ਸਕਦੇ ਆ, ਕੁਝ ਵੀ ਹੋ ਸਕਦਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪੱਤਿਆਂ ਦਾ ਅਜੇ ਪਤਾ ਲੱਗਣਾ ਹੈ। ਡਾਕਟਰ ਧਰਮਵੀਰ ਗਾਂਧੀ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ। ਡਾਕਟਰ ਧਰਮਵੀਰ ਗਾਂਧੀ ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ। ਪਿਰਮਲ ਸਿੰਘ ਖਾਲਸੇ ਨੂੰ ਮੌਕਾ ਦਿੱਤਾ, ਕੋਈ ਸਿਆਸੀ ਪਿਛੋਕੜ ਨਹੀਂ ਸੀ। ਵੱਖਰੀ ਗੱਲ ਹੈ ਉਹ ਬਾਅਦ ਵਿੱਚ ਬੰਦੇ ਕਿੱਧਰਲੇ ਪਾਸੇ ਨੂੰ ਗਏ। ਇਹਦੇ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੇ ਜਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਮੌਕਾ ਦਿੱਤਾ ਸੀ, ਉਦੋਂ ਸਿੱਖ ਵੀ ਸੀ ਪੰਜਾਬ 'ਚ, ਗੈਰ ਸਿੱਖ ਵੀ ਸੀ। ਜਾਣੀ ਕਿ ਇੱਥੇ ਤਬਦੀਲੀ ਦਾ ਮੌਕਾ ਹਮੇਸ਼ਾ ਰਹਿੰਦਾ, ਪਰ ਉਸ ਤਬਦੀਲੀ ਨੂੰ ਕਿੱਧਰ ਲੈ ਕੇ ਜਾਂਦੇ ਆ। ਹੁਣ ਮੈਂ ਤੁਹਾਨੂੰ ਦੱਸਦਾ, ਮੁਕੇਰੀਆਂ ਵਿਧਾਨ ਸਭਾ ਹਲਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ। ਉੱਥੋਂ ਇੱਕ ਲੀਡਰ ਜਿੱਤਦੇ ਹੁੰਦੇ ਸੀ, ਕੇਵਲ ਕ੍ਰਿਸ਼ਨ, ਪੰਜਾਬ ਦੇ ਫਾਈਨਾਂਸ ਮਿਨਿਸਟਰ ਵੀ ਬਣੇ ਸੀ, ਵਿੱਤ ਮੰਤਰੀ। ਕੇਵਲ ਕ੍ਰਿਸ਼ਨ ਹੋਰਾਂ ਤੋਂ ਬਾਅਦ ਉਹਨਾਂ ਦੇ ਬੇਟੇ ਰਜਨੀਸ਼ ਬੱਬੀ ਨੂੰ ਇੱਕ ਵਾਰੀ ਕਾਂਗਰਸ ਨੇ ਟਿਕਟ ਨਾ ਦਿੱਤੀ। ਉਹ ਬੰਦਾ ਆਜ਼ਾਦ ਤੌਰ ਤੇ ਲੜਿਆ ਤੇ ਜਿੱਤਿਆ। ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਕਿੰਨੇ ਕੋ ਖਰੇ ਉਤਰੇ, ਕਿੰਨੇ ਨਹੀਂ ਖਰੇ ਉਤਰੇ, ਪਰ ਉਹ ਬੰਦਾ ਆਜ਼ਾਦ ਜਿੱਤ ਗਿਆ। ਮੁਕੇਰੀਆਂ ਤੋਂ ਅੱਗੇ ਆਉਂਦਾ ਦਸੂਹਾ ਤੇ ਦਸੂਹੇ ਦੇ ਨਾਲ ਪੈਂਦਾ ਟਾਂਡਾ। ਟਾਂਡਿਓ ਸੰਗਤ ਸਿੰਘ ਗਿਲਜੀਆਂ ਨੂੰ ਅਕਾਲੀ ਦਲ ਤੋਂ ਖਿਲਾਫ ਕਾਂਗਰਸ ਨੇ ਟਿਕਟ ਹੀ ਨਾ ਦਿੱਤੀ। ਉਹ ਬੰਦਾ ਆਜ਼ਾਦ ਲੜਿਆ, ਆਜ਼ਾਦ ਜਿੱਤ ਗਿਆ। ਇਹਦੇ ਤੋਂ ਇਲਾਵਾ ਵੀ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ ਜਿੱਥੇ ਪੰਜਾਬ ਦੇ ਲੋਕ ਪਾਰਟੀ ਨੂੰ ਛੱਡ ਕੇ, ਸਿਆਸੀ ਤੌਰ ਤੇ ਪਰਿਵਾਰਾਂ ਨੂੰ ਛੱਡ ਕੇ ਅੱਗੇ ਲੈ ਕੇ ਜਾਂਦੇ ਆ। ਪਰ ਐਤਕੀ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਰਵਾਇਤੀ ਪਾਰਟੀ ਨੂੰ ਵੋਟ ਪਾਓ ਜਾਂ ਨਵੇਂ ਨੂੰ ਪਾਓ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਪਰ ਉਹਨੂੰ ਵੋਟ ਪਾਇਓ ਜਿਹੜਾ ਬੰਦਾ ਰੈਲੀ ਦੀ ਥਾਂ, ਜਿਹੜਾ ਬੰਦਾ ਰੋਡ ਸ਼ੋਅ ਦੀ ਥਾਂ, ਜਿਹੜਾ ਬੰਦਾ ਖਰਚੀਲੀ ਚੋਣ ਦੀ ਥਾਂ, ਜਿਹੜਾ ਬੰਦਾ ਕਿਸੇ ਨੂੰ ਪਰਚੇ 'ਚ ਫਸਾਉਣ ਜਾਂ ਤੁਹਾਡੇ ਉੱਤੋਂ ਪਰਚਾ ਕਟਵਾਉਣ ਦੀ ਗੱਲ ਕਰਕੇ ਵੋਟਾਂ ਮੰਗੂ, ਸਿੱਧੇ ਤੌਰ ਦੇ ਉੱਤੇ ਆਖਿਓ ਕਿ ਭਾਈ ਤਨਖਾਹ ਲਈ ਨਾ, ਤਨਖਾਹ ਨਾ ਲੈ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਕੇ ਤੂੰ ਹੱਲ ਕਿਵੇਂ ਕਰੇਂਗਾ। ਬਾਟ ਸਾਹਿਬ, ਮੈਨੂੰ ਲੱਗਦਾ ਪੰਜਾਬ ਦੇ ਲੋਕ, ਪੰਜਾਬ ਦੇ ਵੋਟਰ ਕਾਫੀ ਸੂਝ ਰੱਖਦੇ ਆ ਜੀ, ਪੜ੍ਹੇ ਲਿਖੇ ਲੋਕ ਨੇ, ਐਸੀ ਗੱਲ ਨਹੀਂ। ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਕਿਉਂਕਿ ਫੈਸਲਾ ਲੋਕਾਂ ਦੇ ਕਰਨਾ ਹੈ ਜੀ, ਪਰ ਮੈਂ ਇਸ ਕਰਕੇ ਉਚੇਚੇ ਤੌਰ ਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਨ ਲੱਗਿਆ ਜਦੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਸੰਸਦੀ ਚੋਣ ਲੜੀ। ਪੂਰੇ ਭਾਰਤ ਦੇ ਵਿੱਚੋਂ ਉਹਨਾਂ ਨੂੰ ਕਿਤੋਂ ਕੋਈ ਖਾਤਾ ਨਹੀਂ ਖੁੱਲ ਸਕਿਆ, ਬਜਾਏ ਸਿਰਫ ਤੇ ਸਿਰਫ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚੋਂ 4 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਜਿੱਤ ਕੇ ਭਾਰਤ ਦੀ ਪਾਰਲੀਮੈਂਟ ਵਿੱਚ ਪਹੁੰਚੇ। ਹੁਣ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ, ਕਿਹੋ ਜੀ ਨਹੀਂ ਰਹੀ, ਉਹਦਾ ਨਤੀਜਾ ਪੰਜਾਬ ਦੇ ਲੋਕਾਂ ਨੇ ਪਿਛਲੀ ਸੰਸਦੀ ਚੋਣ ਦੇ ਵਿੱਚ ਉਹਨਾਂ ਦੇ ਸਾਹਮਣੇ ਰੱਖ ਦਿੱਤਾ। ਉਹਨਾਂ ਦੇ ਵਿੱਚੋਂ ਧਰਮਵੀਰ ਗਾਂਧੀ ਸਨ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਤਿਆਗ ਪੱਤਰ ਦੇ ਦਿੱਤਾ ਸੀ। ਉਹਨਾਂ ਨਾਲ ਉਹਨਾਂ ਦੀ ਖਟਪਟ ਹੋ ਗਈ ਸੀ। ਉਹਨਾਂ ਨੇ ਆਪਣੀ ਇੱਕ ਵੱਖਰਾ ਫਰੰਟ ਬਣਾ ਕੇ ਚੋਣ ਲੜੀ, ਪਰ ਉਹ ਪਰਨੀਤ ਕੌਰ, ਜਿਨ੍ਹਾਂ ਤੋਂ ਪਿਛਲੀ ਵਾਰੀ ਉਹ ਚੋਣ ਜਿੱਤੇ ਸਨ, ਇਸ ਵਾਰ ਉਹ ਚੋਣ ਹਾਰੇ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਹਲਕਾ ਤੋਂ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਪਿਛਲੀ ਚੋਣ ਲੜੀ, ਚੋਣ ਜਿੱਤੇ। ਇਸ ਵਾਰ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਕਹਿੰਦੇ ਨਹੀਂ, ਮੈਂ ਚੋਣ ਨਹੀਂ ਲੜਨੀ। ਪ੍ਰੋਫੈਸਰ ਸਾਧੂ ਸਿੰਘ ਹੋਰੀ ਚੋਣ ਹਾਰ ਗਏ। ਜੇ ਉਹਨਾਂ 4 ਦੇ ਵਿੱਚੋਂ ਫੇਰ ਕੋਈ ਆਪਣੀ ਜਿੱਤ ਦਰਜ ਕਰ ਸਕਿਆ, ਸਿਰਫ ਤੇ ਸਿਰਫ ਉਹ ਭਗਵੰਤ ਮਾਨ ਸਨ। ਇਹਦਾ ਮਤਲਬ ਪੰਜਾਬ ਦੇ ਲੋਕ ਸੂਝ-ਬੂਝ ਰੱਖਦੇ ਹੈ
ਕਿ ਕਿਹੜਾ ਲੀਡਰ ਉਹਨਾਂ ਦੇ ਕੰਮ ਆਇਆ, ਕਿਹੜੇ ਲੀਡਰ ਨੇ ਉਹਨਾਂ ਨੂੰ ਪਿੱਠ ਦਿਖਾਈ, ਕਿਹੜੇ ਲੀਡਰ ਨੇ ਉਹਨਾਂ ਦੀ ਮੁੜ ਕੇ ਸਾਰ ਲਈ ਹੋਈ ਨਹੀਂ। ਇਸੇ ਕਰਕੇ ਜਦੋਂ ਪੰਜਾਬ ਵਿਧਾਨ ਸਭਾ ਦੀ ਅਗਲੀ ਚੋਣ ਆਉਣੀ ਹੈ, ਉਦੋਂ ਤੁਸੀਂ ਜਦੋਂ ਵੀ ਵੋਟ ਪਾਉਣੀ ਹੈ, ਤੁਸੀਂ ਇਹ ਜ਼ਰੂਰ ਵੇਖਿਓ ਕਿ ਭਾਵੇਂ ਉਹ ਕਾਂਗਰਸ ਪਾਰਟੀ ਹੈ, ਅਕਾਲੀ ਦਲ ਹੈ, ਭਾਜਪਾ ਨੇ, ਆਮ ਆਦਮੀ ਪਾਰਟੀ ਹੈ, ਕਮਿਊਨਿਸਟ ਪਾਰਟੀ ਹੈ, ਬਹੁਜਨ ਸਮਾਜ ਪਾਰਟੀ ਹੈ, ਜਾਂ ਫਿਰ ਲੋਕ ਇਨਸਾਫ ਪਾਰਟੀ ਹੈ, ਜਾਂ ਕੋਈ ਹੋਰ ਪਾਰਟੀ ਹੈ, ਜੇ ਤਾਂ ਉਹਨਾਂ ਦੇ ਮੈਂਬਰ ਜਾਂ ਉਹਨਾਂ ਦਾ ਕੋਈ ਵਿਧਾਇਕ ਜਾਂ ਉਹਨਾਂ ਦਾ ਨੁਮਾਇੰਦਾ ਤੁਹਾਡੇ ਹੱਕ ਵਿੱਚ ਹਾਂ ਦਾ ਨਾਰਾ ਬੀਤੇ ਵਿੱਚ ਮਾਰਦਾ ਰਿਹਾ, ਫਿਰ ਤਾਂ ਤੁਹਾਡੀ ਵੋਟ ਦਾ ਹੱਕਦਾਰ ਹੈ। ਭਾਵੇਂ ਉਹ ਵਿਧਾਇਕ ਬਣ ਗਿਆ ਸੀ ਜਾਂ ਸੰਸਦ ਮੈਂਬਰ ਬਣਿਆ ਸੀ, ਜੇਕਰ ਆ ਕੇ ਉਹਨੇ ਤੁਹਾਡੀ ਸਾਰ ਹੀ ਨਹੀਂ ਲਈ, ਤੁਸੀਂ ਦੁੱਖ ਵਿੱਚ, ਤੁਸੀਂ ਮੁਸੀਬਤ ਵਿੱਚ, ਤੁਹਾਨੂੰ ਆ ਕੇ ਪੁੱਛਿਆ ਹੀ ਨਹੀਂ, ਤੁਹਾਡੇ ਪਿੰਡ ਸ਼ਹਿਰ ਨੂੰ ਆ ਕੇ ਪੁੱਛਿਆ ਹੀ ਨਹੀਂ, ਫਿਰ ਉਹ ਤੁਹਾਡੀ ਵੋਟ ਦਾ ਹੱਕਦਾਰ ਨਹੀਂ। ਵੋਟ ਪਾਉਣ ਤੋਂ ਪਹਿਲਾਂ ਪਾਰਟੀ ਨਾ ਦੇਖਿਓ, ਇਹ ਦੇਖਿਓ ਕਿ ਉਸ ਨੁਮਾਇੰਦੇ ਨੂੰ ਜਿਸ ਨੂੰ ਤੁਸੀਂ ਵੋਟ ਪਾਉਣ ਵਾਸਤੇ ਮਨ ਬਣਾਇਆ ਹੋਇਆ ਜਾਂ ਬਣਾ ਰਹੇ ਹੋ, ਕਿ ਬੀਤੇ ਸਮੇਂ ਦੇ ਵਿੱਚ ਜੇਕਰ ਉਹ ਵਿਧਾਇਕ ਸੀ ਕਿ ਉਹ ਤੁਹਾਡੇ ਹੱਕ ਵਿੱਚ ਆ ਕੇ ਖੜਿਆ, ਜੇਕਰ ਉਹਨੇ ਆ ਕੇ ਤੁਹਾਡੀ ਸਾਰ ਹੀ ਨਹੀਂ ਲਈ, ਫਿਰ ਉਹ ਤੁਹਾਨੂੰ ਵੋਟ ਦਾ ਨਾ ਉਹ ਕਹਿਣ ਦਾ ਹੱਕਦਾਰ ਹੈ, ਪਰ ਸਵਾਲ ਜ਼ਰੂਰ ਕਰਿਆ ਕਰੋ ਜੀ। ਆਮ ਤੌਰ ਤੇ ਸਮੱਸਿਆ ਕੀ ਹੈ, ਸਾਨੂੰ ਕਿਸੇ ਪਾਰਟੀ ਨਾਲ ਨਹੀਂ, ਭਾਵੇਂ ਰਵਾਇਤੀ ਪਾਰਟੀ ਹੈ, ਭਾਵੇਂ ਕੋਈ ਨਵੀਂ ਪਾਰਟੀ ਹੈ, ਪਰ ਸਵਾਲ ਜਿੰਨੀ ਦੇਰ ਕਰੋਗੇ ਨਹੀਂ, ਕਿਸੇ ਨੇ ਤੁਹਾਡੀ ਸਾਰ ਨਹੀਂ ਲੈਣੀ। ਹੁਣ ਫੈਸਲਾ ਆਉਣ ਵਾਲੀ 2022 ਦੀ ਵਿਧਾਨ ਸਭਾ ਚੋਣ ਵਿੱਚ ਵੀ ਤੁਹਾਡਾ ਹੈ ਕਿ ਵਾਰ-ਵਾਰ ਚੋਣ ਲੜਨ ਵਾਲਾ ਵਿਅਕਤੀ ਫਿਰ ਤੁਸੀਂ ਜਿਤਾ ਕੇ ਭੇਜਣਾ, ਕਿਉਂਕਿ 4-4 5-5 ਵਾਰ ਉਹ ਇਸੇ ਕਰਕੇ ਵਜ਼ੀਰ ਬਣ ਜਾਂਦੇ ਨੇ ਜੀ। ਮੈਂ 5 ਵਾਰ MLA ਬਣ ਗਿਆ, ਉਹਨੂੰ ਘੱਟੋ ਘੱਟ ਇਹ ਤਾਂ ਪੁੱਛਿਓ ਕਿ 5 ਵਾਰ ਤੂੰ MLA ਬਣਿਆ, 3 ਵਾਰ ਤੂੰ ਵਜ਼ੀਰ ਬਣ ਗਿਆ, ਤੂੰ ਆਪਣੇ ਹਲਕੇ ਦਾ, ਆਪਣੇ ਘਰ ਜਾਂ ਪਰਿਵਾਰ ਤੋਂ ਇਲਾਵਾ ਸੁਧਾਰਿਆ ਕੀ ਹੈ? ਬੀਤੇ ਵੇਲੇ ਦਾ ਉਹਨੂੰ ਰਿਪੋਰਟ ਕਾਰਡ ਕੱਢ ਕੇ ਉਹਦੇ ਸਾਹਮਣੇ ਰੱਖਿਓ। ਮੇਰੇ ਖਿਆਲ ਦੇ ਵਿੱਚ ਉਹਦੀ ਜ਼ੁਬਾਨ ਨੂੰ ਉਸੇ ਵਕਤ ਜਿੰਦਰਾ ਲੱਗ ਜਾਏਗਾ, ਕਿਉਂਕਿ ਉਸ ਵਕਤ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਜਾਵਾਂਗੇ, ਝੰਡੀ ਵਾਲੀ ਕਾਰ ਮਿਲਣੀ ਹੈ। ਆਹ ਵਿਅਕਤੀ ਜਿਹੜਾ ਮੈਨੂੰ ਸਵਾਲ ਪੁੱਛ ਰਿਹਾ ਹੈ, ਇਹ ਬਹੁਤ ਮੇਰੇ ਵਾਸਤੇ ਅਹਿਮ ਹੈ। ਇਕੱਲੀ ਵੋਟ ਬਹੁਤ ਮਾਇਨੇ ਰੱਖਦੀ ਹੈ। ਬਾੜ ਸਾਹਿਬ, ਇੱਥੇ ਇੱਕ ਵਾਰੀ ਚੋਣ ਹੋਈ, ਇੱਕ ਵਿਅਕਤੀ ਸਿਰਫ 3 ਵੋਟਾਂ ਤੇ ਜਿੱਤਿਆ ਜੀ। ਹੁਣ ਉਸ ਵਿਅਕਤੀ ਨੂੰ ਮੈਂ ਕਈ ਵਾਰ ਇੰਟਰਵਿਊ ਕੀਤਾ, ਉਹ ਕਹਿੰਦਾ ਮੈਂ ਮਹਿਸੂਸ ਕਰਦਾ ਕਿ ਇੱਕ ਵੋਟ ਕਿੰਨੀ ਮਾਇਨੇ ਰੱਖਦੀ ਹੈ। ਜੋ 3 ਵਿਅਕਤੀ ਇਹ ਸੋਚਦੇ ਕਿ ਚੱਲ ਮੇਰੀ ਵੋਟ ਨਾਲ ਕੀ ਹੋਣਾ, ਆਮ ਤੌਰ ਤੇ ਹੁੰਦਾ ਇਹੀ ਹੈ ਜੀ, ਚੱਲ ਮੈਂ ਵੋਟ ਕਾਹਦੇ ਲਈ ਪਾਉਣੀ ਹੈ, ਪੈਗੀ ਠੀਕ ਹੈ, ਨਹੀਂ ਪੈਗੀ ਨਾ। ਇੱਕ ਤਾਂ ਵੋਟ ਪਾਈਏ ਜ਼ਰੂਰ, ਦੂਜੀ ਵੋਟ ਪਾਉਣੀ ਸਿੱਖੀਏ ਜ਼ਰੂਰ, ਤੀਜੀ ਜਿਹੜਾ ਬੰਦਾ ਪਹਿਲਾਂ ਵਿਧਾਇਕ ਸੀ ਜਾਂ ਸੰਸਦ ਮੈਂਬਰ ਸੀ, ਉਹਦਾ ਰਿਪੋਰਟ ਕਾਰਡ ਕੱਢ ਕੇ ਉਹਦੇ ਸਾਹਮਣੇ ਰੱਖਣਾ ਜ਼ਰੂਰ ਸਿੱਖੀਏ। ਬਿਲਕੁਲ ਬੈਨੀਪਾਲ ਸਾਹਿਬ, ਬੜੀਆਂ ਅਜੀਬੋ-ਗਰੀਬ ਜਿਹੀਆਂ ਸਥਿਤੀਆਂ ਕਈ ਵਾਰੀ ਬਣ ਜਾਂਦੀਆਂ ਜੀ। ਦੇਖੋ, ਇੱਕ ਨਾ ਕੈਲਕੂਲੇਸ਼ਨ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਕਰਿਆ ਕਰੋ। ਆਮ ਤੌਰ ਤੇ ਹੁੰਦਾ ਕੀ ਹੈ ਜੀ, MLA ਸਾਡੇ ਪਿੰਡ ਨਹੀਂ ਵੜਿਆ, ਬਿਲਕੁਲ ਠੀਕ ਹੈ। ਜੇ ਉਹ ਵੋਟਾਂ ਲੈਣ ਲਈ 5 ਦਿਨਾਂ 'ਚ 3 ਵਾਰੀ ਆ ਸਕਦਾ, ਬਾਅਦ ਵਿੱਚ ਕਿਉਂ ਨਹੀਂ ਆ ਸਕਦਾ? 5 ਸਾਲਾਂ 'ਚ 3 ਵਾਰੀ ਵੀ ਨਹੀਂ ਆਇਆ। 5 ਸਾਲਾਂ 'ਚ 3 ਵਾਰੀ ਵੀ ਨਹੀਂ ਆਇਆ, ਬਿਲਕੁਲ ਠੀਕ ਹੈ। ਉਹਨੇ ਸਾਨੂੰ ਗ੍ਰਾਂਟ ਨਹੀਂ ਦਿੱਤੀ, ਬਿਲਕੁਲ ਠੀਕ ਹੈ। ਜਦੋਂ ਆਪਾਂ ਮੇਲੇ ਜਾਂਦੇ ਆ ਨਾ ਪਾਪੇ ਨਾਲ ਜਾਂ ਬੀਬੀ ਨਾਲ, ਆਪਾਂ ਕਦੇ ਵੀ ਨਹੀਂ ਕਹਿੰਦੇ ਕਿ ਸਾਨੂੰ ਮੇਲੇ ਦੇ ਵਿੱਚ ਜਿੰਨੇ ਖਿਡੌਣੇ ਆ ਸਾਰੇ ਖਰੀਦ ਕੇ ਦਿਓ, ਕਿਉਂਕਿ ਸਾਨੂੰ ਆਪਣੇ ਘਰ ਦੇ ਹਾਲਾਤ ਪਤਾ ਹੁੰਦੇ ਆ। ਜੇ ਸਾਨੂੰ ਪਤਾ ਹੈ ਕਿ ਸਾਡੇ ਘਰਦਿਆਂ ਦੇ ਕੋਲੇ ਸੈਕੰਡ ਹੈਂਡ ਸਕੂਟਰ ਖਰੀਦ ਕੇ ਦੇਣ ਦੇ ਪੈਸੇ ਹੈ, ਅਸੀਂ ਕਦੇ ਵੀ ਸਫਾਰੀ ਨਹੀਂ ਮੰਗਦੇ, ਅਸੀਂ ਕਦੇ ਵੀ ਜੀਪ ਨਹੀਂ ਮੰਗਦੇ, ਅਸੀਂ ਕਦੇ ਬੁਲਟ ਮੋਟਰਸਾਈਕਲ ਨਹੀਂ ਮੰਗਦੇ। ਅਸੀਂ ਕਰਦੇ ਕੀ ਆ ਕਿ ਜਿੰਨੀ ਸਾਡੇ ਪਰਿਵਾਰ ਦੀ ਹੈਸੀਅਤ ਆ, ਮਾੜਾ ਮੋਟਾ ਤੋਂ ਉੱਪਰ ਥੱਲੇ ਹੋ ਜਾਂਦੇ ਆ, ਪਰ ਇਹਦੇ ਤੋਂ ਵੱਧ ਉੱਪਰ ਥੱਲੇ ਕਦੇ ਨਹੀਂ ਹੁੰਦੇ। ਹੁਣ ਲੀਡਰਾਂ ਦੀ ਵੀ ਤੁਸੀਂ ਹੈਸੀਅਤ ਵੇਖਿਆ ਕਰੋ। ਹੋ ਸਕਦਾ ਹੈ ਕਿ ਲੀਡਰ ਵਿਰੋਧੀ ਧਿਰ ਦਾ, ਅੱਜ ਜੇ ਕੋਈ ਬੰਦਾ ਭਗਵੰਤ ਮਾਨ ਨੂੰ ਆਖੇ, ਅੱਜ ਜੇ ਕੋਈ ਬੰਦਾ ਸੁਖਪਾਲ ਸਿੰਘ ਖਹਿਰਾ ਨੂੰ ਆਖੇ, ਅੱਜ ਜੇ ਕੋਈ ਬੰਦਾ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਆਖੇ ਜੀ ਤੁਸੀਂ ਪੰਜਾਬ ਦੀ ਆ ਸੜਕ ਨਹੀਂ ਬਣਾਈ, ਪੰਜਾਬ 'ਚ ਮੰਡੀ ਬੋਰਡ 'ਚ ਫਲਾਨਾ ਕੰਮ ਨਹੀਂ ਕਰਾਇਆ, ਕਿਉਂਕਿ ਕੁਝ ਕੰਮ ਸੂਬਾ ਸਰਕਾਰਾਂ ਨੇ ਕਰਨੇ ਹੁੰਦੇ ਆ ਤੇ ਕੁਝ ਕੰਮ ਕੇਂਦਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ। ਹਾਂ, ਜਿਹੜਾ ਉਹਦਾ ਆਪਣਾ ਅਧਿਕਾਰ ਖੇਤਰ ਹੈ, ਜੇ ਤਾਂ MP ਨੇ ਜਿੰਨੇ ਕਰੋੜ ਰੁਪਈਆ ਉਹਨੂੰ ਫੰਡ ਦੇ ਵਿੱਚੋਂ ਮਿਲਦਾ, ਜੇ ਤਾਂ MP ਨੇ ਉਹ ਸਾਰੇ ਫੰਡ ਵੰਡੇ ਆ ਤੇ ਉਹ MP ਠੀਕ ਹੈ। ਜੇ ਉਸ MP ਨੇ ਉਹ ਸਾਰੇ ਫੰਡ ਐਨ ਵਿਉਂਤਬੱਧ ਢੰਗ ਦੇ ਨਾਲ ਸਾਰੇ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਵੰਡੇ ਆ ਤਾਂ ਉਹ ਠੀਕ ਹੈ। ਜੇ ਉਸ MP ਨੇ, ਜੇ ਉਹ ਹਲਕੇ ਦੇ ਲੋਕਾਂ ਦੇ ਨਾਲ ਕਦੇ ਧੱਕਾ ਹੋਇਆ ਤੇ ਆ ਕੇ ਉਹ ਧਰਨੇ ਪ੍ਰਦਰਸ਼ਨ 'ਚ ਬੈਠਾ ਤਾਂ MP ਠੀਕ ਹੈ। ਜੇ ਉਸ MP ਦੀਆਂ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ 85% ਦੀ ਹਾਜ਼ਰੀਆਂ ਹੈਗੀਆਂ, ਮੈਂ 100 ਨਹੀਂ ਕਹਿੰਦਾ, ਜੇ 85% ਵੀ ਹਾਜ਼ਰੀਆਂ ਹੈਗੀਆਂ ਤਾਂ ਠੀਕ ਨੇ। ਜੇ ਉਸ MP ਨੇ ਬਾਰ-ਬਾਰ ਜਾ ਕੇ ਪ੍ਰਸ਼ਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਠੀਕ ਹੈ। ਜੇ ਉਸ MP ਨੇ ਇਹ ਕਿਹਾ ਕਿ ਮੇਰੇ ਕੋਲੇ ਕਰੋੜਾਂ ਰੁਪਈਏ ਦੀ ਪ੍ਰਾਪਰਟੀ ਹੈਗੀ ਹੈ, ਮੇਰੇ ਕੋਲੇ ਪਹਿਲਾਂ ਕਾਰਾਂ ਹੈਗੀਆਂ ਸੀ, ਮੈਂ ਸਰਕਾਰੀ ਕਾਰ ਨਹੀਂ ਲੈਣੀ, ਤਾਂ ਉਹ ਠੀਕ ਹੈ। ਜੇ ਉਹ MP ਕਹਿੰਦਾ ਕਿ ਮੇਰੇ ਘਰੇ 4 ਕਾਰਾਂ ਖੜੀਆਂ, 4 ਡਰਾਈਵਰ ਖੜੇ ਆ ਤੇ ਮੈਂ ਸਰਕਾਰੀ ਡਰਾਈਵਰ ਦੀ ਤਨਖਾਹ ਪੱਲਿਓਂ ਦੇਣੀ, ਤਾਂ MP ਠੀਕ ਹੈ। ਪਰ ਜੇ ਉਹ ਕਹਿੰਦਾ ਮੈਂ ਤਾਂ ਵਿਰੋਧੀ ਧਿਰ 'ਚ ਸੀ ਜੀ, ਮੈਂ ਕੀ ਕਰਾਂ ਜੀ, ਮੈਂ ਤਾਂ ਕੱਖ ਨਹੀਂ ਕੀਤਾ ਜੀ, ਲੋਕ ਸਭਾ 'ਚੋਂ ਬੜੇ ਨਾ,
ਵਿਧਾਨ ਸਭਾ ਦੇ ਵਿੱਚ ਉਹ ਵੜੇ ਨਾ, ਸਰਕਾਰੀ ਤਨਖਾਹ ਪੂਰੀ ਲਵੇ, ਹਲਕੇ ਦੇ ਲੋਕਾਂ ਨੂੰ ਕਹੇ ਕਿ ਭਾਈ ਮੈਂ ਦੱਸੋ ਕੀ ਕਰਾਂ, ਥਾਣੇਦਾਰ ਤਾਂ ਮੇਰੀ ਸੁਣਦਾ ਨਹੀਂ, ਫਿਰ ਉਹ ਠੀਕ ਨਹੀਂ ਹੈਗਾ। ਸਭ ਤੋਂ ਵੱਡੀ ਗੱਲ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਭਾਈ ਬਚਾਉਣਾ ਹੈ ਤਾਂ ਆਸ ਓਨੀ ਕੁ ਰੱਖਿਓ ਜਿੰਨਾ ਕਿ ਸਾਡੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਹੈਸੀਅਤ ਹੈ। ਦੂਸਰੀ ਗੱਲ, ਐਤਕੀ ਜੇ ਰੈਲੀ 'ਚ ਜਾਓਗੇ, ਰੈਲੀ ਦਾ ਪ੍ਰਬੰਧ ਕਰਨਾ ਲੀਡਰ ਨੇ ਬੱਸਾਂ ਤੁਹਾਡੇ ਪਿੰਡਾਂ 'ਚ ਭੇਜਣੀਆਂ। ਉਹ ਬੱਸਾਂ ਲੀਡਰ ਦੀਆਂ ਆਪਣੀਆਂ ਨਹੀਂ ਹੋਣੀਆਂ, ਉਹਨੇ ਕਿਸੇ ਟਰਾਂਸਪੋਰਟਰ ਤੋਂ ਲੈਣੀਆਂ। ਟਰਾਂਸਪੋਰਟਰ ਨੇ ਮੁੜ ਕੇ ਲੀਡਰ ਤੋਂ ਕੰਮ ਲੈਣਾ, ਫਿਰ ਪਰਮਿਟ ਟਰਾਂਸਪੋਰਟਰ ਨੂੰ ਮਿਲਣਾ ਹੈ, ਫਿਰ ਪਰਮਿਟ ਤੁਹਾਡੇ ਪੁੱਤ ਨੂੰ, ਤੁਹਾਡੇ ਭਤੀਜੇ ਨੂੰ, ਤੁਹਾਡੇ ਭਾਣਜੇ ਨੂੰ, ਤੁਹਾਡੇ ਪਿੰਡ ਦੇ ਆਮ ਬੰਦੇ ਨੂੰ ਨਹੀਂ ਮਿਲਣਾ। ਫਿਰ ਮਿੰਨੀ ਬੱਸ ਦਾ ਪਰਮਿਟ ਨਾ ਉਡੀਕਿਓ। ਜੇ ਤੁਸੀਂ ਚਾਹੋਗੇ ਕਿ ਭਾਈ ਲੀਡਰ ਤੁਹਾਡੇ ਘਰ ਦੇ ਵਿੱਚ ਵੀ ਆਵੇ, ਮਾੜੀ ਮੋਟੀ ਬੋਤਲ ਵੀ ਫੜਾਵੇ, ਤੁਹਾਡੇ ਪਿੰਡ ਦੇ ਵਿੱਚ 20 ਫਲੈਕਸਾਂ ਤੇ 200 ਪੋਸਟਰ ਵੀ ਲਾਵੇ, ਉਹ 200 ਪੋਸਟਰ ਪੈਸਿਆਂ ਦਾ ਲੱਗਣਾ। ਪੈਸੇ ਉਹਨੇ ਫਿਰ ਕਿਸੇ ਵੱਡੇ ਬੰਦੇ ਤੋਂ ਲੈਣੇ ਆ। ਉਹ 1 ਨੰਬਰ ਦਾ ਕੰਮ ਕਰਦਾ ਵੀ ਹੋ ਸਕਦਾ, 2 ਨੰਬਰ ਦਾ ਕੰਮ ਕਰਦਾ ਵੀ ਹੋ ਸਕਦਾ। ਤੁਸੀਂ ਲੀਡਰ ਦੇ ਗੁਣ ਤੇ ਵੋਟ ਪਾਇਓ, ਤੁਸੀਂ ਲੀਡਰ ਦੇ ਪੋਸਟਰ ਨੂੰ ਵੋਟ ਪਾਉਣੀ ਹੈ, ਤੁਸੀਂ ਲੀਡਰ ਦੇ ਫਲੈਕਸ ਨੂੰ ਵੋਟ ਪਾਉਣੀ ਹੈ, ਤੁਸੀਂ ਲੀਡਰ ਦੀ ਰੈਲੀ ਨੂੰ ਵੋਟ ਪਾਉਣੀ ਹੈ, ਤੁਸੀਂ ਲੀਡਰ ਦੇ ਰੋਡ ਸ਼ੋਅ ਨੂੰ ਵੋਟ ਪਾਉਣੀ ਹੈ। ਨਹੀਂ, ਜੇ ਖਰਚਾ ਕਰੂਗਾ ਲੀਡਰ ਤਾਂ ਉਹਨੇ ਪੂਰਾ ਕਰਨਾ, ਤੁਹਾਡੇ ਹੱਡਾਂ 'ਚੋਂ ਕੱਢਣਾ। ਇਸ ਕਰਕੇ 2022 ਦੀ ਪੰਜਾਬ ਵਿਧਾਨ ਸਭਾ ਚੋਣ ਸਾਦੀ ਲੜਿਓ, ਸਾਦੀ ਲੜਾਇਓ, ਸਾਦੇ ਢੰਗ ਦੇ ਨਾਲ ਵੋਟਾਂ ਪਾਇਓ। ਨਹੀਂ ਤਾਂ ਤੁਸੀਂ ਆਪਣੇ ਪੀਡੀਐਡ ਸੋਟਾ ਫੇਰ ਕੇ ਵੇਖੋ। ਤੁਸੀਂ ਅੱਜ ਜੇ ਚਾਹੋ ਸਰਪੰਚੀ ਵੀ ਲੜ ਸਕਦੇ ਹੋ, ਨਹੀਂ ਲੜ ਸਕਦਾ। ਆਮ ਬੰਦੇ ਦੇ ਵੱਸ 'ਚ ਕਿੱਥੇ ਹੈ? ਆਮ ਬੰਦਾ ਕਿੱਥੇ ਪੇਟੀਆਂ ਦੀਆਂ ਪੇਟੀਆਂ ਪਲਾ ਦੂ? ਆਮ ਬੰਦਾ ਕਿੱਥੋਂ ਕਾਰ ਦੇ ਵਿੱਚ ਤੇਲ ਪਵਾ ਕੇ ਪੱਲਿਓਂ ਚਲੇ ਜਾਊ? ਸਾਡੇ ਕੋਲੇ ਇੱਕ ਬੜੀ ਅਜੀਬ ਗੱਲ ਹੁੰਦੀ ਹੈ, ਅਸੀਂ ਸਰਪੰਚ ਨੂੰ ਕਹੀਏ ਕਿ ਭਾਈ ਥਾਣੇ ਜਾਣਾ ਹੈ, ਅਸੀਂ ਲੰਬੜਦਾਰ ਨੂੰ ਕਹੀਏ ਕਿ ਭਾਈ ਤਹਿਸੀਲੇ ਜਾਣਾ ਹੈ, ਆਪਾਂ ਦਸਖਤ ਤੁਹਾਡੇ ਲੈਣੇ ਆ, ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਆਪਣੀ ਕਾਰ 'ਚ ਲੈ ਕੇ ਜਾਵੇ, ਅਸੀਂ ਉਮੀਦ ਕਰਦੇ ਹਾਂ। ਹਾਂ, ਕਈ ਪਾਸੇ ਦੂਜਾ ਕੰਮ ਵੀ ਚੱਲਦਾ ਹੈ, ਜੇ ਉਹ ਆਪਣੇ ਪੱਲਿਓਂ ਤੇਲ ਪਵਾ ਕੇ ਆਪਣੀ ਦਿਹਾੜੀ ਭੰਨ ਕੇ ਤੁਹਾਡੇ ਨਾਲ ਜਾਊਗਾ ਤਾਂ ਫੇਰ ਭਾਈ ਘਾਟਾ ਤਾਂ ਅਗਲਾ ਕਿਸੇ ਨਾ ਕਿਸੇ ਪਾਸਿਓਂ ਪੂਰਾ ਕਰਨ ਦੀ ਕੋਸ਼ਿਸ਼ ਕਰੂ। ਸਾਰੇ ਨਹੀਂ ਕਰਦੇ, ਪਰ ਅਸੀਂ ਉਹਨਾਂ ਦੇ ਉੱਤੇ ਬੋਝ ਕਿੰਨਾ ਕੁ ਬਣਦੇ ਆ, ਉਹਨਾਂ ਨੂੰ ਇਮਾਨਦਾਰ ਕਿੰਨਾ ਕੁ ਰੱਖਣ ਦੀ ਚੇਸ਼ਟਾ ਕਰਦੇ ਆ। ਬੈਨੀਪਾਲ ਸਾਹਿਬ ਜੀ, ਮਾੜੀ ਮੋਟੀ ਚਰਚਾ ਤਾਂ ਚਾਹੀਦੀ ਹੈ। ਬਾਟ ਸਾਹਿਬ, ਗੱਲ ਇਹ ਹੈ ਕਿ ਸਾਡੀਆਂ ਅਸਲ ਪ੍ਰਾਇੋਰਟੀਜ਼ ਕੀ ਨੇ ਜੀ। ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਕੁਨਬਾ ਪ੍ਰਸਤੀ ਕਾਇਮ ਰਹੇ, ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਦੇ 5 ਵਾਰ ਰਹੇ ਨੇ, ਸੁਖਬੀਰ ਬਾਦਲ ਜਿੱਤੀ ਜਾ ਰਹੇ ਨੇ, ਉਹ ਤੋਂ ਅੱਗੇ ਉਹਨਾਂ ਦਾ ਹੁਣ ਪੁੱਤ ਆ ਜਾਊਗਾ, ਫਿਰ ਉਹਨਾਂ ਦਾ ਪੋਤਾ ਆ ਜਾਊਗਾ, ਇਸੇ ਤਰ੍ਹਾਂ ਬਾਕੀ ਨੇ। ਜੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਚੋਣ ਲੜੀ, ਆਪਣੇ ਮੁੰਡੇ ਨੂੰ ਲੜਾ ਲਈ, ਜਿੱਤਿਆ ਹਾਰਿਆ ਉਹ ਗੱਲਾਂ ਬਾਅਦ ਦੀਆਂ ਨੇ। ਆਪਣੀ ਘਰ ਵਾਲੀ ਨੂੰ ਮੈਂਬਰ ਪਾਰਲੀਮੈਂਟ ਬਣਾ ਲਿਆ। ਪਹਿਲਾਂ ਤਾਂ ਗੱਲ ਇਹੀ ਚੱਲੀ ਸੀ ਨਾ ਕਿ ਇੱਕ ਪਾਰਟੀ ਇੱਕ ਟਿਕਟ, ਜਦੋਂ ਘਰ ਨੂੰ ਪੈਂਦੀ ਹੈ ਫਿਰ ਉਹ ਸਾਰੇ ਜਿਹੜੇ ਨਿਯਮ ਹੁੰਦੇ ਨੇ, ਕਾਨੂੰਨ ਹੁੰਦੇ ਨੇ, ਛਿੱਕੇ ਟੰਗੇ ਜਾਂਦੇ ਨੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕੱਲ੍ਹ ਨੂੰ ਇਸ ਪੰਜਾਬ ਦੇ ਸੁਧਾਰ ਦੇ ਵਾਸਤੇ ਤੁਹਾਡਾ ਆਮ ਪਰਿਵਾਰ ਦਾ ਪੁੱਤ ਧੀ ਵੀ ਕੋਈ MLA ਬਣ ਸਕੇ, ਜਿਹਦੇ ਦਿਲ ਵਿੱਚ ਦਰਦ ਹੈ ਕਿ ਅਸੀਂ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹਾਂ, ਪੰਜਾਬ ਨੂੰ ਸੁਧਾਰਨਾ ਚਾਹੁੰਦੇ ਹਾਂ, ਪੰਜਾਬ ਦਾ ਮੂੰਹ ਮਹਾਂਦਰਾ ਜਿਹੋ ਜਿਹਾ ਹੁੰਦਾ ਸੀ ਮੁੜ ਕੇ ਅਸੀਂ ਉਸੇ ਤਰ੍ਹਾਂ ਦਾ ਕਰਨਾ ਚਾਹੁੰਦੇ ਹਾਂ, ਪੰਜਾਬ ਦੀ ਅਸੀਂ ਜਵਾਨੀ ਬਚਾਉਣਾ ਚਾਹੁੰਦੇ ਹਾਂ, ਪੰਜਾਬ ਦੀ ਕਿਸਾਨੀ ਅਸੀਂ ਬਚਾਉਣਾ ਚਾਹੁੰਦੇ ਹਾਂ, ਪੰਜਾਬ ਦੇ ਵਪਾਰੀ ਵਰਗ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ, ਪੰਜਾਬ ਦੀ ਜਵਾਨੀ ਨੂੰ ਪੰਜਾਬ ਵਿੱਚ ਰੱਖ ਕੇ ਪੜ੍ਹਾਉਣਾ ਚਾਹੁੰਦੇ ਹਾਂ, ਪੰਜਾਬ ਦੀ ਜਵਾਨੀ ਨੂੰ ਬੇਰੁਜ਼ਗਾਰ ਨਹੀਂ ਦੇਖਣਾ ਚਾਹੁੰਦੇ, ਅਸੀਂ ਘਰ ਘਰ ਰੁਜ਼ਗਾਰ ਦੇਣਾ ਚਾਹੁੰਦੇ ਹਾਂ, ਪੰਜਾਬ ਆਪਣੇ ਪੈਰਾਂ ਸਿਰਾਂ ਤੇ ਖੜਾ ਕਰਨਾ ਚਾਹੁੰਦੇ ਹਾਂ। ਫਿਰ ਤੁਹਾਨੂੰ ਤੁਹਾਡੇ ਪੁੱਤ ਧੀ ਇਸ ਲੈਵਲ ਤੇ ਲਿਜਾਣੇ ਪੈਣਗੇ, ਚੋਣਾਂ ਸਸਤੀਆਂ ਕਰਨੀਆਂ ਪੈਣਗੀਆਂ, ਆਮ ਲੋਕਾਂ ਨੂੰ ਇਹਨਾਂ ਚੋਣਾਂ ਦਾ ਵੱਧ ਤੋਂ ਵੱਧ ਹਿੱਸਾ ਬਣਨਾ ਪਵੇਗਾ। ਸੋ ਜੇ ਕੁਨਬਾ ਪ੍ਰਸਤੀ ਤੋਂ ਤੁਹਾਨੂੰ ਨਿਜਾਤ ਮਿਲ ਗਈ, ਸਮਝ ਲਓ ਜਿਹੋ ਜਿਹਾ ਪੰਜਾਬ ਸਾਡੇ ਪੁਰਖਿਆਂ ਵੇਲੇ ਹੁੰਦਾ ਸੀ, ਉਸੇ ਤਰ੍ਹਾਂ ਦਾ ਪੰਜਾਬ, ਉਹ ਧਰਤੀ, ਉਹ ਜ਼ਮੀਨ ਉਸੇ ਥਾਂ ਤੇ ਖੜੀ ਹੈ, ਉਹ ਸਾਰਾ ਕੁਝ ਉਸੇ ਤਰੀਕੇ ਦਾ ਹੋ ਸਕਦਾ ਹੈ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਆਪਣੇ ਪੈਰਾਂ ਤੇ ਆਵੇ, ਆਪਣੇ ਪੈਰਾਂ ਤੇ ਖੜ ਜਾਵੇ, ਤਾਂ ਇਹਨੂੰ ਇਹ ਸਮਝਣ ਲੱਗੋ ਕਿ ਜਿਵੇਂ ਸਾਡੇ ਘਰ ਦੀ ਚੀਜ਼ ਦਾ ਕਿਸ ਦਾ ਨੁਕਸਾਨ ਹੋ ਰਿਹਾ, ਜੇਕਰ ਪੰਜਾਬ ਦਾ ਨੁਕਸਾਨ ਕੋਈ ਲੀਡਰ ਕਰ ਰਿਹਾ, ਕਿਸੇ ਲੀਡਰ ਦੇ ਕਾਰਨ ਹੋ ਰਿਹਾ ਹੈ, ਕਿਸੇ ਸਰਕਾਰ ਦੀ ਬਦੌਲਤ ਹੋ ਰਿਹਾ ਹੈ, ਉਹਨੂੰ ਇਹ ਮਹਿਸੂਸ ਕਰੋ ਕਿ ਸਾਡਾ ਆਪਣਾ ਨੁਕਸਾਨ ਹੋ ਰਿਹਾ ਹੈ, ਅਸੀਂ ਵਾੜ ਬਣੀਏ, ਅਸੀਂ ਕੰਡਿਆਲੀ ਤਾਰ ਬਣੀਏ, ਤਾਂ ਕਿ ਸਾਡੇ ਪੰਜਾਬ ਦਾ ਕੋਈ ਕੁਝ ਵਿਗਾੜ ਨਾ ਸਕੇ। ਜਿਹੜਾ ਉੱਥੇ ਚੁਣ ਕੇ ਅਸੀਂ ਭੇਜੀਏ ਉਹ ਵੀ ਇਹੀ ਸਮਝੇ, ਇਹੀ ਮਹਿਸੂਸ ਕਰੇ ਕਿ ਮੈਨੂੰ ਲੁੱਟਣ ਵਾਸਤੇ ਨਹੀਂ, ਮੈਂ ਕੋਈ ਕਾਰੋਬਾਰ ਕਰਨ ਵਾਸਤੇ ਨਹੀਂ, ਮੈਂ ਲੋਕ ਹਿੱਤ ਵਿੱਚ ਨੀਤੀਆਂ ਬਣਾਉਣ ਵਾਸਤੇ ਆਇਆ, ਮੈਂ ਲੋਕਾਂ ਨੇ ਮੈਨੂੰ ਚੁਣ ਕੇ ਆਪਣੀ ਆਵਾਜ਼ ਬਣਾ ਕੇ ਭੇਜਿਆ, ਜੋ ਲੋਕ ਚਾਹੁੰਦੇ ਆ ਅਸੀਂ ਵਿਧਾਨ ਸਭਾ ਵਿੱਚ ਬੈਠ ਕੇ ਉਹ ਕਰੀਏ। ਬਿਲਕੁਲ ਬੈਨੀਪਾਲ ਸਾਹਿਬ, ਗੱਲ ਤੁਹਾਡੀ ਠੀਕ ਹੈ। ਬਾਕੀ ਭਾਈ ਜੇ ਕੂੰਡਾ ਕਾਂਡਾ ਮਾਂਜਦੇ ਹੋ ਤਾਂ ਕੂੰਡਾ ਕਾਂਡਾ ਮਾਂਜੋ, ਜੇ ਝਾੜੂ ਝੂੜੂ ਫੇਰਦੇ ਆ ਤਾਂ ਝਾੜੂ ਝੂੜੂ ਫੇਰੋ। ਜੇ ਕਿਸੇ ਲੀਡਰ ਦੇ ਨਾਲ ਤੁਹਾਡੇ ਸੰਬੰਧ ਨੇ, ਕਈ ਵਾਰੀ ਪਰਿਵਾਰ ਦੇ ਵਿੱਚੋਂ ਕੋਈ ਜੀ ਕਹਿੰਦਾ ਹੁੰਦਾ ਯਾਰ ਸਾਡੇ ਬੜੇ ਪੁਰਾਣੀ ਆਉਣੀ ਜਾਣੀ ਆ, ਫਲਾਨੇ ਵੇਲੇ ਜਦੋਂ ਮੁੰਡੇ ਨੇ ਮਾੜਾ ਜਿਹਾ ਕਿਸੇ ਦਾ ਸਿਰ ਪਾੜ ਦਿੱਤਾ ਸੀ, ਉਹ ਲੀਡਰ ਨੇ ਸਾਡਾ ਪਰਚਾ ਕੈਂਸਲ ਕਰਾਇਆ ਸੀ। ਜੇ ਇਦਾਂ ਦੀ ਗੱਲ ਹੈ ਤਾਂ ਇਦਾਂ ਕਰੋ। ਜੇ ਘਰ ਦੀ ਕੰਧ ਦੇ ਉੱਤੇ 5-7 ਲੀਡਰਾਂ ਦੀਆਂ ਫੋਟੋ ਲੱਗੀਆਂ ਆ
ਤਾਂ ਠੀਕ ਹੈ, ਜੇ ਬਲਾਕ ਸੰਮਤੀ ਦੀ ਟਿਕਟ ਦੀ ਝਾਕ ਹੈ ਤਾਂ ਠੀਕ ਹੈ, ਜੇ ਅਗਲੀ ਵਾਰੀ ਸਰਪੰਚੀ ਦੇ ਵਿੱਚ ਪਿੰਡ ਜਨਰਲ ਕਰਾਉਣਾ ਜਾਂ ਰਿਜ਼ਰਵ ਕਰਾਉਣਾ, ਇਹੀ ਮੁੱਦੇ ਪੰਜਾਬ ਦੇ ਪਿੰਡਾਂ 'ਚ ਚੱਲਦੇ ਹੁੰਦੇ ਆ। ਕਈ ਵਾਰੀ ਇਹ ਵੀ ਗੱਲ ਚੱਲਦੀ ਹੁੰਦੀ ਹੈ ਜੀ ਲੀਡਰ ਤਾਂ ਇੱਕ ਅੱਧਾ ਰੱਖਣਾ ਹੀ ਪੈਂਦਾ, ਮਗਰ ਉਹਦੇ ਜਾਣਾ ਹੀ ਪੈਂਦਾ, ਨਹੀਂ ਤਾਂ 100 ਕੰਮ ਕਰ ਥਾਣੇ ਕਚਹਿਰੀ 'ਚ ਪੈਂਦਾ। ਜੇ ਇਦਾਂ ਕਰਨੀਆਂ ਤਾਂ ਭਾਈ ਕਰੀ ਚਲੋ, ਅਸੀਂ ਤਾਂ ਰੌਲਾ ਪਾਉਣਾ ਹੀ, ਸਾਡਾ ਕੰਮ ਕੁਰਸੀਆਂ ਤੇ ਬਹਿ ਕੇ ਰੌਲਾ ਪਾਉਣਾ। ਬਾਕੀ ਤੁਹਾਨੂੰ ਗੱਲ ਚੰਗੀ ਲੱਗਦੀ ਹੈ, ਚੰਗੀ ਨਹੀਂ ਲੱਗਦੀ, ਠੀਕ ਹੈ। ਜੇ ਦਾਤੀ ਪੱਲੀ ਹੱਥ ਦੇ ਵਿੱਚ ਫੜੀਓ ਤਾਂ ਜਾ ਕੇ ਫਿਰ ਪੱਠੇ ਪੁੱਠੇ ਵੱਢੋ ਭਾਈ, ਆਪਾਂ ਵੀ ਪੱਠੇ ਪੁੱਠੇ ਵੱਢਣੇ ਆ, ਇੱਧਰ ਅਸੀਂ ਵੀ ਕੰਮ ਕਰ ਮਾੜੇ ਮੋਟੇ ਕਰਨੇ ਆ, ਫਿਰ ਉਧਰ ਨੂੰ ਕਰ ਲਾਂਗੇ। ਪਰ ਭਲਕ ਨੂੰ ਫਿਰ ਇਹ ਨਾ ਆਖਿਓ ਕਿ ਭਾਈ ਲੀਡਰਾਂ ਨੇ ਕੁਛ ਕੀਤਾ ਨਹੀਂ। 97 'ਚ ਚੋਣ ਆਈ, ਸਾਨੂੰ 2002 ਦੇ ਵਿੱਚ ਅਜੀਬ ਲੱਗਾ, 2002 ਦੀ ਚੋਣ ਆਈ, ਸਾਨੂੰ ਫਿਰ ਅਜੀਬ ਲੱਗਾ, ਫਿਰ 2007 ਦੀ ਚੋਣ ਆਈ, ਅਸੀਂ ਫਿਰ ਉਹਨਾਂ ਗੱਲਾਂ 'ਚ ਰਹੇ, ਫਿਰ 12 ਦੀ ਚੋਣ ਆਈ, ਫਿਰ ਰੌਲਾ ਪੈ ਗਿਆ, 17 ਦੀ ਚੋਣ ਆ ਗਈ, ਅਸੀਂ ਫਿਰ ਉਦਾਂ ਹੀ ਤੁਰ ਪਏ, ਹੁਣ 22 ਦੀ ਵੀ ਆ ਜਾਣੀ ਹੈ। ਅਸੀਂ ਤਾਂ ਭਾਈ ਹੈਗੇ ਆ ਪੱਤਰਕਾਰ, ਸਾਡਾ ਕੰਮ ਇਹ ਹੈਗਾ ਕਿ ਜਦੋਂ ਚੋਣ ਆ ਗਈ ਅਸੀਂ ਉਹ ਗੱਲਾਂ ਕਰਨੀਆਂ, ਜੋ ਸਥਿਤੀਆਂ ਹੋਈਆਂ ਤੁਹਾਡੇ ਮੂਹਰੇ ਰੱਖ ਦੇਣੀਆਂ। ਬਾਕੀ ਤੁਸੀਂ ਚਾਹੁੰਦੇ ਕੀ ਹੋ? ਜਦੋਂ ਭਾਈ ਇੱਕ ਗੱਲ ਚੇਤੇ ਰੱਖਿਓ, ਵੋਟ ਪਾਉਣ ਲੱਗੇ, ਟੂੰ ਕਰਾਉਣ ਲੱਗੇ, ਉਹ ਕੀ ਚੇਤੇ ਰੱਖਿਓ ਕਿ ਸਧਾਰਨ ਘਰ ਦਾ ਪੁੱਤ, ਸਧਾਰਨ ਘਰ ਦੀ ਧੀ, ਜਿਹਨੂੰ ਬਹੁਤ ਔਖੇ ਹੋ ਕੇ ਤੁਸੀਂ ਪੜ੍ਹਾਉਂਦੇ ਹੋ ਨਾ, ਉਹ ਜਦੋਂ ਡਿਗਰੀਆਂ ਦਾ ਥੱਬਾ ਸਿਰ ਤੇ ਲਈ ਕਿਸੇ ਦਫ਼ਤਰ ਦੇ ਵਿੱਚੋਂ ਇੰਟਰਵਿਊ ਦੇ ਕੇ ਆ ਕੇ ਕਹਿੰਦਾ ਜਾਂ ਕਹਿੰਦੀ ਹੈ ਕਿ ਅੱਜ ਗੱਲ ਫੇਰ ਨਹੀਂ ਬਣੀ। ਜਦੋਂ ਆਮ ਬੰਦਾ ਕਿਸੇ ਥਾਂ ਦੇ ਉੱਤੇ ਜਾ ਕੇ ਬੇਇੱਜ਼ਤ ਹੁੰਦਾ ਹੈ, ਉਹਨੂੰ ਲੱਗਦਾ ਕਿ ਮੇਰੀ ਹੋਂਦ ਕੋਈ ਨਹੀਂ। ਜਦੋਂ ਆਮ ਬੰਦੇ ਨੂੰ ਲੱਗਦਾ ਕਿ ਮੇਰੀ ਪੁੱਛ ਪ੍ਰਤੀਤ ਕੋਈ ਨਹੀਂ, ਜਦੋਂ ਥਾਣੇ ਕਚਹਿਰੀ ਦੇ ਵਿੱਚ ਐਂ ਲੱਗੇ ਕਿ ਪੈਸੇ ਟਕੇ ਤੋਂ ਬਿਨਾਂ ਗੱਲ ਕੋਈ ਨਹੀਂ, ਹੋਂਦ ਆਪਣੀ ਮਹਿਸੂਸ ਕਰਿਓ। ਤੁਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਹੋ, ਜਿਸ ਪੰਜਾਬ ਦੇ ਵਿੱਚ ਕੁਰਬਾਨੀਆਂ ਦਾ ਸਾਡੇ ਕੋਲੇ ਥੱਬਾ ਹੈ, ਜਿਸ ਪੰਜਾਬ ਦੇ ਵਿੱਚ ਕੁਰਬਾਨੀਆਂ ਦੀ ਸਾਡੇ ਕੋਲੇ ਪੰਡ ਹੈ, ਉਹ ਸਾਰਾ ਕੁਝ ਮਹਿਲ ਮਨਾਰੇ ਬਣਾਉਣ ਦੇ ਲਈ ਨਹੀਂ ਸੀ, ਉਹ ਡੌਲਿਆਂ ਦੇ ਉੱਤੇ ਕੋਈ ਚੀਜ਼ ਖਣਵਾਉਣ ਦੇ ਲਈ ਨਹੀਂ ਸੀ, ਉਹ ਸਾਰਾ ਕੁਝ ਕਿਸੇ ਨਾ ਕਿਸੇ ਤਰੀਕੇ ਹੋਂਦ ਦੇ ਅਹਿਸਾਸ ਲਈ ਸੀ। ਅਸੀਂ ਦੂਜਿਆਂ ਲਈ ਮਰਨ ਵਾਲੇ, ਦੂਜਿਆਂ ਲਈ ਕੁਰਬਾਨ ਹੋਣ ਵਾਲੇ, ਦੂਜਿਆਂ ਲਈ ਕੁਝ ਤਿਆਗ ਕਰਨ ਵਾਲੇ ਬੰਦੇ ਆ। ਪਰ ਅੱਜ ਜਦੋਂ ਅਸੀਂ ਆਪਣੇ ਆਪ ਦੇ ਨਾਲ ਗੁੱਥਮ ਗੁੱਥਾ ਹੁੰਨੇ ਆ, ਸਾਡੀ ਹੋਂਦ ਆਪਣੇ ਆਪ ਦੇ ਵਿੱਚ ਕੀ ਹੈ? ਮੈਂ ਮੋਟੇ ਤੌਰ ਦੇ ਉੱਤੇ ਇੱਕ ਫਾਰਮੂਲਾ ਲੈ ਕੇ ਚੱਲਦਾ ਹੁੰਨਾ। ਜਨਮ ਸਾਨੂੰ ਸਾਡੇ ਮਾਂ-ਬਾਪ ਨੇ ਦਿੱਤਾ, ਕੱਪੜਾ ਲੱਤਾ ਉਹਨਾਂ ਨੇ ਲੈ ਕੇ ਦਿੱਤਾ, ਸਕੂਲ ਕਾਲਜ ਤੱਕ ਪੜ੍ਹਾਈ ਦੀਆਂ ਫੀਸਾਂ ਉਹਨਾਂ ਨੇ ਦਿੱਤੀਆਂ, ਘਰ ਸਾਨੂੰ ਰਹਿਣ ਦੇ ਲਈ ਉਹਨਾਂ ਨੇ ਦਿੱਤਾ। ਸਾਡੀ ਜੇ ਹੋਂਦ ਬਾਪੂ ਦੇ ਪੈਸੇ ਦੇ ਕਰਕੇ ਹੈ, ਜੇ ਬਾਪੂ ਦੇ ਘਰ ਦੇ ਕਰਕੇ ਹੈ, ਬਾਪੂ ਦੁਆਰਾ ਕਰਵਾਈ ਗਈ ਪੜ੍ਹਾਈ ਦੇ ਕਰਕੇ ਹੈ, ਫਿਰ ਉਹ ਬਾਪੂ ਦੀ ਹੋਂਦ ਹੋ ਸਕਦੀ ਹੈ, ਪਰਿਵਾਰ ਦੀ ਹੋਂਦ ਹੋ ਸਕਦੀ ਹੈ, ਤੁਹਾਡੇ ਸਰਨੇਮ ਦੀ ਹੋਂਦ ਹੋ ਸਕਦੀ ਹੈ, ਤੁਹਾਡੀ ਹੋਂਦ ਨਹੀਂ। ਤੁਸੀਂ ਆਪਣੇ ਪੱਧਰ ਦੇ ਉੱਤੇ ਚਾਹੇ ਕਲਰਕ ਬਣੇ ਹੋ, ਚਾਹੇ ਚੌਂਕੀਦਾਰ ਬਣੇ ਹੋ, ਚਾਹੇ ਲੰਬੜਦਾਰ ਬਣੇ ਹੋ, ਚਾਹੇ ਵਿਧਾਇਕ ਬਣੇ ਹੋ, ਚਾਹੇ ਅਧਿਆਪਕ ਬਣੇ ਹੋ, ਵਿਗਿਆਨੀ ਬਣੇ ਹੋ, ਪ੍ਰਵਾਸੀ ਬਣੇ ਹੋ, ਉਹ ਤੁਹਾਡੇ ਸਿਰ ਦੇ ਉੱਤੇ ਹੈ। ਇਸ ਕਰਕੇ ਆਪਣੇ ਆਪ ਨੂੰ ਮਹਿਸੂਸ ਕਰੋ, ਆਪਣੀ ਪੜਚੋਲ ਕਰਨ ਦਾ ਥੋੜਾ ਜਿਹਾ ਯਤਨ ਕਰੋ। ਜੇ ਅੱਜ ਵੀ ਸਾਨੂੰ ਇਹ ਲੱਗਦਾ ਹੈ ਕਿ ਲੀਡਰ ਦੇ ਨਾਲ ਹੀ ਸਾਡੀ ਹੋਂਦ ਹੈ, ਜੇ ਲੀਡਰ ਦੇ ਨਾਲ ਦੀ ਕੁਰਸੀ ਦੇ ਉੱਤੇ ਬਹਿ ਕੇ ਸਾਡੀ ਹੋਂਦ ਹੈ, ਉਹ ਕੁਰਸੀ ਦੀ ਹੋਂਦ ਤਾਂ ਹੋ ਸਕਦੀ ਹੈ, ਉਹ ਲੀਡਰ ਦੀ ਹੋਂਦ ਤਾਂ ਹੋ ਸਕਦੀ ਹੈ, ਪਰ ਸਾਡੀ ਤੇ ਤੁਹਾਡੀ ਹੋਂਦ ਨਹੀਂ ਹੋ ਸਕਦੀ। ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣਨ ਸਾਨੂੰ ਕੋਈ ਇਤਰਾਜ਼ ਨਹੀਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਬਣਨ ਨਾ ਮੈਨੂੰ ਇਤਰਾਜ਼ ਆ, ਨਾ ਬੈਨੀਪਾਲ ਸਾਹਿਬ ਨੂੰ ਇਤਰਾਜ਼, ਨਾ ਤੁਹਾਨੂੰ ਇਤਰਾਜ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਬਣਨ, ਸੁਖਪਾਲ ਖਹਿਰਾ ਬਣਨ, ਨਵਜੋਤ ਸਿੱਧੂ ਬਣਨ, ਕੋਈ ਕਾਮਰੇਡ ਸਾਥੀ ਬਣਨ, ਕੋਈ ਬਹੁਜਨ ਸਮਾਜ ਪਾਰਟੀ ਦਾ ਬੰਦਾ ਬਣੇ, ਕੋਈ ਟਕਸਾਲੀ ਬਣੇ ਜਾਂ ਕੋਈ ਬਣੇ, ਸਾਨੂੰ ਕੋਈ ਇਤਰਾਜ਼ ਨਹੀਂ। ਸਿਮਰਜੀਤ ਸਿੰਘ ਬੈਂਸ ਦਾ ਨੰਬਰ ਲਾ ਦਿਓ, ਸਾਨੂੰ ਕਾਹਦਾ ਇਤਰਾਜ਼ ਹੈ? ਪਰ ਮਸਲਾ ਇਹ ਹੈ ਜਿਹੜਾ ਵੀ ਬਣੇ ਉਹਦੇ ਨਾਲ ਇੰਨੇ ਕੁ ਸਵਾਲ ਕਰਿਓ, ਉਹਨੂੰ ਇੰਨੀ ਕੁ ਸਾਦੀ ਚੋਣ ਲੜਾਇਓ ਕਿ ਉਹ ਤੁਹਾਡੇ ਕੰਮ ਕਰੇ। WhatsApp ਜਾਂਦੇ ਜਾਂਦੇ ਇੱਕ ਨੁਸਖੇ ਵਾਲੀ ਗੱਲ ਵੀ ਹੈ ਜੀ। ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਸਰਕਾਰਾਂ ਚੁਣ ਕੇ ਜਾਂਦੀਆਂ ਨੇ ਜੀ, ਸਰਕਾਰਾਂ ਉਹ ਕੰਮ ਨਹੀਂ ਕਰਦੀਆਂ ਜਿਹੜੀ ਆਮ ਜਨਤਾ, ਆਵਾਮ ਜਾਂ ਜਨਤਾ ਜਾਂ ਲੋਕ ਚਾਹੁੰਦੇ ਨੇ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਘੱਟ ਗਿਣਤੀਆਂ ਦਾ ਖਿਆਲ ਵੀ ਰਹੇ ਜੀ, ਸਰਕਾਰ ਉੱਥੇ ਜਾ ਕੇ ਤੁਹਾਡੇ ਹਿੱਤ ਵਿੱਚ ਫੈਸਲੇ ਵੀ ਕਰੇ, ਤਾਂ ਕਿਸੇ ਇੱਕ ਪਾਰਟੀ ਨੂੰ ਐਬਸੋਲਿਊਟ ਮੈਜੋਰਟੀ, ਵੱਡਾ ਬਹੁਮਤ ਨਾ ਦਿਆ ਕਰੋ, ਇੱਕੋ ਹੀ ਪਾਰਟੀ ਦੇ ਹੱਕ ਵਿੱਚ ਨਾ ਝੁੱਲ ਜਾਇਆ ਕਰੋ। ਕਿਉਂਕਿ ਜਦੋਂ ਘੱਟ ਗਿਣਤੀ ਸਰਕਾਰਾਂ ਹੋਣਗੀਆਂ, ਉਹਨਾਂ ਨੂੰ ਪਤਾ ਹੁੰਦਾ ਕਿ ਪਟਾਕਾ ਹੁਣ ਪਿਆ, ਪਟਾਕਾ ਹੁਣ ਪਿਆ, ਪਟਾਕਾ ਭਲਕੇ ਪਿਆ, ਪਟਾਕਾ ਪਰਸੋਂ ਪਿਆ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਸਰਕਾਰਾਂ ਲੋਕ ਹਿੱਤ ਵਿੱਚ ਫੈਸਲੇ ਕਰਨ, ਲੋਕ ਦੀਆਂ ਜਿਹੜੀਆਂ ਲੋਕਾਂ ਨੂੰ ਚੰਗੀਆਂ ਲੱਗਣ ਵਾਲੀਆਂ ਨੀਤੀਆਂ ਬਣਾਉਣ, ਤਾਂ ਘੱਟੋ ਘੱਟ ਉਹਨਾਂ ਨੂੰ ਇਸ ਗੱਲ ਦਾ ਇਲਮ ਰਹੇ ਕਿ ਸਾਡੇ ਪੈਰ ਹੇਠੋਂ ਕਿਸੇ ਵੇਲੇ ਵੀ ਪਟੜੀ ਖਿੱਚੀ ਜਾ ਸਕਦੀ ਹੈ। ਕਿਉਂਕਿ ਜਦੋਂ ਰਲਮੀਆਂ ਮਿਲਮੀਆਂ ਸਰਕਾਰਾਂ ਬਣਨਗੀਆਂ, ਹਰ ਇੱਕ ਪਾਰਟੀ ਨੂੰ ਇਹ ਹੁੰਦਾ ਕਿ ਅਸੀਂ ਉਹ ਪਰਫਾਰਮੈਂਸ ਲੋਕਾਂ ਦੇ ਸਾਹਮਣੇ ਦਈਏ। ਜੇ ਦੁਬਾਰਾ ਜ਼ਿਮਨੀ ਚੋਣ ਆਉਂਦੀ ਆ ਕੋਈ, ਜਾਂ ਦੁਬਾਰਾ ਬਾਈ ਇਲੈਕਸ਼ਨ ਆਉਂਦੀ ਆ ਕੋਈ, ਜਾਂ ਸਰਕਾਰ ਕਿਸੇ ਕਾਰਨ ਕਰਕੇ ਟੁੱਟ ਜਾਂਦੀ ਹੈ, ਤਾਂ ਘੱਟੋ ਘੱਟ ਅਸੀਂ ਲੋਕਾਂ ਵਿੱਚ ਜਾ ਕੇ ਇਹ ਹੋਕਾ ਦੇ ਦਈਏ ਕਿ ਅਸੀਂ ਤੁਹਾਡੀ ਗੱਲ ਕਰਦੇ ਸੀ, ਤੁਹਾਡੇ ਕਰਕੇ ਇਸ ਵਕਤ ਸਰਕਾਰ ਟੁੱਟੀ ਹੈ ਜਾਂ ਸਾਨੂੰ ਮਜਬੂਰੀ ਵਿੱਚ ਤੋੜਨੀ ਪਈ ਹੈ। ਇਸ ਕਰਕੇ ਫੈਸਲਾ ਲੈਂਦੇ ਸਮੇਂ, ਵੋਟ ਪਾਉਂਦੇ ਸਮੇਂ ਇਹਦੀ ਪਹਿਲੀ ਤਾਂ ਕੀਮਤ ਸਮਝੀਏ, ਦੂਸਰਾ ਸੀ ਉਹਨਾਂ ਬੰਦਿਆਂ ਨੂੰ ਚੁਣ ਕੇ ਭੇਜੀਏ
ਜਿਹੜੇ ਤੁਹਾਡੇ ਹੋਣ, ਤੁਹਾਡੇ ਹੱਕ ਵਿੱਚ ਫਤਵਾ ਦੇਣ ਵਾਲੇ ਹੋਣ, ਲੋਕ ਹਿੱਤ ਵਿੱਚ ਨੀਤੀਆਂ ਬਣਾਉਣ ਵਾਲੇ ਹੋਣ, ਤੁਹਾਡੀ ਆਵਾਜ਼ ਬੁਲੰਦ ਕਰਨ ਵਾਲੇ ਹੋਣ, ਤੁਹਾਡੇ ਔਖੇ ਸੌਖੇ ਵੇਲੇ ਤੁਹਾਡੇ ਨਾਲ ਖੜਨ ਵਾਲੇ ਹੋਣ। ਜਦੋਂ ਸਾਨੂੰ ਇਹ ਵੋਟ ਪਾਉਣੀ ਆ ਗਈ, ਆ ਪਾਰਟੀਆਂ ਵੀ ਆਪੇ ਸੁਧਰ ਜਾਣਗੀਆਂ। ਜਿਸ ਤਰ੍ਹਾਂ ਬਾਠ ਸਾਹਿਬ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਪਾਰਟੀਆਂ ਤੁਹਾਡੀਆਂ ਬਣਾਈਆਂ ਹੋਈਆਂ ਨੇ, ਆ ਲੀਡਰਾਂ ਨੂੰ ਝੰਡੀ ਵਾਲੀਆਂ ਕਾਰਾਂ, ਹੂਟਰ ਵਾਲੀਆਂ ਕਾਰਾਂ ਤੁਹਾਡੇ ਕਰਕੇ ਮਿਲੀਆਂ ਹੋਈਆਂ ਨੇ। ਨਹੀਂ, ਇਹ ਵੀ ਤੁਹਾਡੇ ਵਰਗੇ ਨੇ, ਸਾਡੇ ਵਰਗੇ ਨੇ, ਆਮ ਲੋਕਾਂ ਵਰਗੇ ਨੇ, ਪਰ ਆਮ ਲੋਕ ਇਹਨਾਂ ਨੂੰ ਖਾਸ ਵੋਟਾਂ ਪਾ ਕੇ ਬਣਾਉਂਦੇ ਨੇ। ਖਾਸ ਨੂੰ ਆਮ ਤੇ ਆਮ ਨੂੰ ਖਾਸ ਬਣਾਉਣ ਦੀ ਬੁੱਕਤ ਅਤੇ ਵੋਟ ਪਰਚੀ ਤੁਹਾਡੇ ਕੋਲ ਹੁੰਦੀ ਹੈ। ਸੋ ਉਮੀਦ ਹੈ ਕਿ ਬਾਠ ਸਾਹਿਬ ਅੱਜ ਇਹਨਾਂ ਕੁਝ ਕੁ ਗੱਲਾਂ ਦਾ 2022 ਦੀਆਂ ਚੋਣਾਂ ਵੇਲੇ ਪੰਜਾਬ ਦੇ ਵੋਟਰ ਵੋਟ ਪਾਉਣ ਤੋਂ ਪਹਿਲਾਂ ਉਚੇਚੇ ਤੌਰ ਤੇ ਖਿਆਲ ਰੱਖਣਗੇ। ਨਹੀਂ, ਖਿਆਲ ਰੱਖਣਗੇ। ਆਪਣੀ ਗੱਲ ਉਹਨਾਂ ਨੇ ਹਮੇਸ਼ਾ ਮੰਨੀ ਹੈ। ਆਪਾਂ ਕਈ ਵਾਰੀ ਕਿਹਾ ਸੀ ਸਾਦੇ ਵਿਆਹ ਕਰੋ, ਬਹੁਤਿਆਂ ਨੇ ਕੀਤੇ। ਆਪਾਂ ਕਈ ਵਾਰੀ ਕਿਹਾ ਸੀ ਕਿ ਭਾਈ ਨਿੱਕੇ ਨਿਆਣੇ ਪੜ੍ਹਿਆ ਲਿਖਿਆ ਕਰੋ, ਉਹ ਪੜ੍ਹਨ ਲਿਖਣ ਲੱਗੇ। ਆਪਾਂ ਕਈ ਵਾਰੀ ਕਹਿੰਦੇ ਆ ਕਿ ਅਸੀਂ ਫਲਾਨੀ ਥਾਂ ਆਏ ਆ, ਲੰਗਰ ਪਾਣੀ ਪ੍ਰਸ਼ਾਦਾ ਛਕਣਾ, ਉਹ ਛਕਾਉਂਦੇ ਰਹੇ ਆ। ਵੋਟ ਕੀ ਹੈ? ਮਿੰਟ ਇੱਕ ਦੀ ਗੱਲ ਹੈ, ਵੋਟ ਤੁਸੀਂ ਸਾਡੇ ਕਹੇ ਤੇ ਨਹੀਂ ਪਾਉਣੀ, ਇਹਦੇ ਕਰਕੇ ਪਾਉਣੀ ਹੈ। ਪਰ ਮੰਨਿਓ ਜ਼ਰੂਰ ਕਿ ਆਪਾਂ ਸਾਦਾ ਜਿਹਾ ਕੰਮ ਚੱਲਣਾ ਹੈ। ਹੁਣ ਚਲੋ ਫਿਰ ਪੱਠਾ ਦੱਥਾ ਕਰੀਏ, ਬੀਬੀਆਂ ਭਾਂਡੇ ਭੁੰਡੇ ਮਾਂਜਣ, ਸਾਰੇ ਕੰਮ ਕਰੀਏ ਤੇ ਕੁਰਸੀਆਂ ਆਪਾਂ ਵੀ ਚੱਕੀਏ। ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਸੀਂ ਕੈਲਗਰੀ ਤੋਂ ਰਸਤੇ ਵਿੱਚ ਆਉਂਦੇ ਕੈਮਲੂਪਸ ਰੁਕੇ ਹਾਂ। ਕੁਝ ਇੱਕੇ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਦੇ ਹਾਂ, ਕਿਉਂਕਿ ਅਸੀਂ ਇੱਥੋਂ ਦਾ ਸਿਸਟਮ ਵੀ ਦੇਖਿਆ ਤੇ ਅਸੀਂ ਉੱਥੋਂ ਦਾ ਸਿਸਟਮ ਵੀ ਦੇਖਿਆ। ਇਸੇ ਕਰਕੇ ਕਾਨੂੰਨ ਨੂੰ ਕੰਮ ਕਰਨ ਦੇ ਵਾਸਤੇ ਸਾਨੂੰ ਚੰਗੇ ਲੋਕ ਚੁਣ ਕੇ ਵਿਧਾਨ ਸਭਾ ਵਿੱਚ ਭੇਜਣੇ ਪੈਣਗੇ। ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਮੇਂ ਦੀ ਸਮਾਪਤੀ ਹੋ ਰਹੀ ਹੈ, ਪਰ ਜਾਣ ਤੋਂ ਪਹਿਲਾਂ ਕਹਾਂਗੇ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।